स्वागत करते हैं। पंकज जी वार्म वेलकम, की हाल है जी? ठीक है जी, बहुत वधिया जसवीर जी, मेरी तरफों सब लोग गुड आफ्टरनून जी। गुड आफ्टरनून सर, गुड आफ्टरनून। और गाना बहुत वधिया लगाया है जी, ਤੁਹਾਡਾ बहुत बहुत शुक्रिया जी सरा जी। बिल्कुल इद्वी जी, वन ऑफ माय फेवरेट सॉन्ग्स और मुझे लगा कि आप सभी को ये गाना बहुत ही पसंद आएगा तो मैंने सोचा प्ले कर दूं आज जी। ये वही चीज है ना यदवीर जी, पहले भी हम बात कर रहे थे जैसे कि पुराने गाने ऐसे हैं कि लिरिक्स भी याद है, अपने आप चलते रहते हैं माइंड में साथ साथ। तो ये वो वाला गाना है जिसमें आप बिना सुने भी आपको आगे की लाइनें पता होती हैं कि क्या आने वाली है जी यदवीर जी। बिल्कुल सही गल है, बिल्कुल सही गल है जी। और थैंक यू फॉर प्लेइंग सच वंडरफुल सॉन्ग। खैर गलबात असी रीयल स्टेट की भी करन जा रहे हैं, इकोनॉमी की भी करन जा रहे हैं। रीयल स्टेट इकोनॉमी, बैंक ऑफ कैनेडा ने अपने ओवरनाइट लैंडिंग रेट्स ਜਿਹੜੇ ਨੇ ਉਹ 5% ਦੇ ਉੱਤੇ ਰੱਖੇ ਨੇ। ਔਰ ਸਾਡੀ ਬੜੀ ਇੰਟਰਸਟਿੰਗ ਡਿਸਕਸ਼ਨ ਜਿਹੜੀ ਆ ਉਹਦੇ ਉੱਤੇ ਚੱਲ ਰਹੀ ਹੈ ਕਿ ਕਿਆ ਬੈਂਕ ਆਫ ਕੈਨੇਡਾ ਜਿਹੜੇ ਆਪਣੇ ਇੰਟਰਸਟ ओवरनाइट ਜਿਹੜੇ ਲੈਂਡਿੰਗ ਰੇਟ ਹੈਗਾ, ਕੀ ਇੰਟਰਸਟ ਰੇਟ ਹੈਗਾ, ਉਹ ਘਟਾਏਗਾ, ਵਧਾਏਗਾ, ਇਹੀ ਰੱਖੇਗਾ, ਕੀ ਕਰੇਗਾ ਬੈਂਕ ਆਫ ਕੈਨੇਡਾ? ਇਹਦੇ ਬਾਰੇ ਸਾਡੀ ਗੱਲਬਾਤ ਜਿਹੜੀ ਆ ਉਹ ਲਗਾਤਾਰ ਇਸ ਵੇਲੇ ਚੱਲ ਰਹੀ ਹੈ ਜੀ। ਔਰ ਪੀਕੇ ਜੀ ਵੀ ਸਾਡੇ ਨਾਲ ਜੁੜ ਗਏ ਨੇ। ਸੋ ਪਹਿਲਾਂ ਤੇ ਇੱਕ ਵਾਰ ਫਿਰ ਓਪਨਿੰਗ ਸਟੇਟਮੈਂਟ, ਕਿਉਂਕਿ ਅਸੀਂ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਏ ਹਾਂ, ਸੋ ਇੱਕ ਮਿੰਟ ਓਪਨਿੰਗ ਸਟੇਟਮੈਂਟ ਲਈ ਫਿਰ ਦੁਬਾਰਾ ਤੋਂ ਲੈ ਲਈਏ। ਪੰਕਜ ਜੀ ਤੁਹਾਡੀ ਓਪਨਿੰਗ ਸਟੇਟਮੈਂਟ ਪਹਿਲਾਂ ਸੁਣ ਲਈਏ ਜੀ। ਇਦਵੀਰ ਜੀ ਸੇਮ ਬੇਸਿਕਲੀ ਤਾਂ ਤੁਸੀਂ ਬੜੀ ਅੱਛੀ ਤਰ੍ਹਾਂ ਐਕਸਪਲੇਨ ਕਰ ਚੁੱਕੇ ਹੋ ਕਿ 5% ਓਵਰਨਾਈਟ, 7% ਅਸੀਂ ਪ੍ਰਾਈਮ ਤੇ ਬੈਠੇ ਹਾਂ ਇਸ ਵੇਲੇ। ਔਰ ਕੋਈ ਐਕਸਪੈਕਟੇਸ਼ਨ ਨਹੀਂ ਹੈ ਸਾਡੀ ਹੁਣ ਵਧਣ ਦੀ। ਇਕੋਨਮਿਸਟ ਸਾਰੇ ਐਕਸਪੈਕਟ ਕਰ ਰਹੇ ਨੇ ਕਿ ਅਪ੍ਰੈਲ ਤੋਂ ਇਹ ਘਟਾਣਾ ਸ਼ੁਰੂ ਕਰ ਦੇਣਗੇ ਔਰ 1 ਤੋਂ 1.5% ਦੇ ਕਰੀਬ ਜਿਹੜੀ ਗੱਲ ਹੋ ਰਹੀ ਹੈ। ਤੁਹਾਡੀ ਪ੍ਰੈਡਿਕਸ਼ਨ ਬਿਲਕੁਲ ਸਹੀ ਹੋ ਰਹੀ ਹੈ, 1 ਤੋਂ 1.5 ਦੇ ਵਿੱਚ 24 ਚ, ਉਸ ਤੋਂ ਬਾਅਦ 25 ਚ ਅਸੀਂ ਲਗਭਗ 5% ਦੀ ਜਿਹੜੀਆਂ ਪ੍ਰੈਡਿਕਸ਼ਨ ਨੇ ਇਸ ਵੇਲੇ ਚੱਲ ਰਹੀਆਂ ਨੇ। ਲੇਕਿਨ ਬਹੁਤ ਸਾਰੀਆਂ ਰਿਪੋਰਟਾਂ ਹਲੇ ਵੀ ਆਉਣੀਆਂ ਬਾਕੀ ਨੇ। ਦਸੰਬਰ ਜਿਵੇਂ ਮੈਂ ਐਕਸਪਲੇਨ ਕਰ ਰਿਹਾ ਸੀਗਾ, ਦਸੰਬਰ ਇਜ਼ ਬੇਸਿਕਲੀ ਇੱਕ ਕਾਰਪੋਰੇਟ ਟਾਈਮ ਜਦੋਂ ਕਾਰਪੋਰੇਟ ਲੇ ਆਫ ਹੁੰਦੀਆਂ ਨੇ। ਸੋ 15 ਦਸੰਬਰ 16 ਦਸੰਬਰ ਤੋਂ ਬਾਅਦ ਸਾਨੂੰ ਉਹ ਨਿਊਜ਼ ਆਉਣੀਆਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ ਸਾਨੂੰ ਇਹ ਪਤਾ ਚੱਲੇਗਾ ਕਿ ਕਾਰਪੋਰੇਟ ਕਿੰਨੀਆਂ ਲੇ ਆਫ ਕਰ ਰਿਹਾ, ਕਿਉਂਕਿ ਉਹ ਅਗਲੇ ਸਾਲ ਦੀ ਪਲੈਨਿੰਗ ਕ੍ਰਿਸਮਸ ਦੇ ਟਾਈਮ ਤੇ ਕਰਦੇ ਨੇ। ਔਰ ਉਸ ਤੋਂ ਬਾਅਦ ਜਨਵਰੀ ਇੱਕ ਬਹੁਤ ਬੜਾ ਹੀ ਇੰਪੋਰਟੈਂਟ ਮਹੀਨਾ ਹੁੰਦਾ ਹੈ ਸਾਡੇ ਵਾਸਤੇ, ਜਿੱਥੇ ਅਸੀਂ ਲੇ ਆਫ ਦਾ ਸਾਨੂੰ ਸਮਝ ਆਉਂਦੀ ਹੈ, ਕਿਉਂਕਿ ਪ੍ਰੋਡਕਸ਼ਨ ਜਿਹੜੇ ਆਰਡਰ ਨੇ, ਜਿੱਥੇ ਵੀ ਮੈਨੂਫੈਕਚਰਿੰਗ ਹੋ ਰਹੀ ਹੈ, ਉਹ ਮੈਨੂਫੈਕਚਰਿੰਗ ਸੈਕਟਰ 'ਚ ਕਿਉਂਕਿ ਉਹਨਾਂ ਦੇ ਆਰਡਰ ਜਿਹੜੇ ਅਗਲੇ ਸਾਲ ਦੇ ਉਹਨਾਂ ਕੋਲ ਪਏ ਨੇ, ਉਸ ਹਿਸਾਬ ਨਾਲ ਉਹ ਲੇ ਆਫ ਕਰਦੇ ਨੇ ਜਾਂ ਹਾਇਰਿੰਗ ਕਰਦੇ ਨੇ। ਜਾਂ ਕੰਜ਼ਿਊਮਰ ਜਿਹੜੇ ਡਿਸਕਸ਼ਨਰੀ ਚੀਜ਼ਾਂ ਨੇ, ਤੁਸੀਂ ਮॉल्स ਬੜੀਆਂ ਪਈਆਂ ਨੇ, ਜਿਵੇਂ ਇੰਨੇ ਲੋਕ ਹਾਇਰ ਹੋਏ ਨੇ ਕ੍ਰਿਸਮਸ ਵਾਸਤੇ, ਜਾਂ ਹੋਰ ਬਾਕੀ ਜਿਹੜੀਆਂ ਜਿੰਨੀਆਂ ਵੀ ਕੰਜ਼ਿਊਮਰ ਰਿਲੇਟਿਡ ਚੀਜ਼ਾਂ ਨੇ, ਉਹਦੇ 'ਚ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਉਹਦੇ 'ਚ ਲੇ ਆਫ ਸ਼ੁਰੂ ਹੁੰਦੇ ਨੇ ਅਗਰ ਅਗਾਂ ਆਰਡਰ ਨਹੀਂ ਹੈਗੇ ਤਾਂ। ਸੋ ਇਹ 2 ਮਹੀਨੇ ਬੜੇ ਇੰਪੋਰਟੈਂਟ ਨੇ ਸਾਡੇ ਵਾਸਤੇ। ਇਹ 2 ਮਹੀਨੇ ਇਹ ਡਿਸਾਈਡ ਕਰਨਗੇ ਮੇਰੇ ਹਿਸਾਬ ਨਾਲ ਕਿ 1% ਘਟੇਗਾ ਕਿ 1.5% ਘਟੇਗਾ ਅਗਲੇ ਸਾਲ ਜੀ। ਠੀਕ ਹੈ ਜੀ। ਔਰ ਅਸੀਂ ਵਧਾਂਗੇ ਜੀ ਆਪਣੀ अगली कॉल वाल। गिरीश जी ਤੁਸੀਂ ਆਉਂਦੇ ਹੋ। गिरीश जी गो अहेड। हेलो मुंगा जी, नमस्कार जी। नमस्कार सर। मुंगा साहब देखिए, काम बातें तो बहुत है, लेकिन एनीवे ये कहते हैं इकोनॉमी बड़ी स्ट्रगल कर रही है अपनी ना। और अपने जो फाइनेंस मिनिस्टर है उन्होंने भी नवंबर 21 को बोला था कि नाउ, मतलब ये लोग ना झूठ बोलते हैं। ये कहते हैं कि कनाडा इज नाउ ए ग्लोबल इन्वेस्टमेंट डेस्टिनेशन ऑफ चॉइस एंड द IMF प्रोजेक्ट स्ट्रॉन्गेस्ट ग्रोथ इन G7 नेक्स्ट ईयर। तो आप इससे सहमत हैं इस बात से? नहीं, ये कब को कहाँ पे आई ये न्यूज? GM लाइक अगले साल हम स्ट्रॉन्गेस्ट हैं जी उसमें? नहीं, वी आर नॉट। मैंने तो नहीं सुना। जो OECD की अभी पिछले दिनों रिपोर्ट आई है हमारी, तो जो अगले साल की जो GDP दिखा रहे हैं वो 0.8 दिखा रहे हैं, US की ज्यादा दिखा रहे हैं। हेलो, सॉरी मेरी फोन में पता। हाँ जी, मैं कह रहा हूँ यही तो मेरी प्रॉब्लम है कि ना, जो एक्चुअल रिपोर्ट है कुछ आती है, हमारे जो सियासतदान हैं, ये लोग मिनिस्टर्स हैं, ये हम लोग को झूठ बताते हैं जी। तो देखिए फिर वही पॉलिटिक्स में टिफ मकल्लम साहब ने ये नहीं बोला, टिफ मकल्लम साहब ने ये नहीं बोला। पीके जी अभी बात कर रहे थे बेंजामिन ताल की, उन्होंने ये नहीं बोला, या डेविड रोजनबर्ग ने ये नहीं। इकोनॉमिस्ट, मैं इकोनॉमिस्ट की बात करना चाहूंगा यहाँ पे कि इकोनॉमिस्ट क्या बात कर रहे हैं, रिपोर्ट्स क्या आ रही हैं, OECD क्या बोल रहा है। सो हम अगर उस पे रहें तो बेटर होगा गिरीश जी, क्योंकि हमें कंस्ट्रक्टिव डिस्कशन करते रहे तो ठीक है। अगर हम पॉलिटिक्स की तरफ खींच के चले जाएंगे तो पॉलिटिक्स में तो इतना कुछ है पता नहीं, हम शायद हो सकता है रात के 12 बजे तक भी बैठे रहे। अच्छा मोहन साहब, ये जो सब कहानी चालू हुई थी इन्फ्लेशन को 3% करने के लिए, वहां तक तो पहुंचा नहीं। टमाटर का दाम 249 से लेके 199 हुआ और फिर 249 पे हो गया। तो ये सब तो कम हुआ नहीं ना अभी तो। इन्फ्लेशन इंटरेस्ट रेट नीचे, तभी तो इंटरेस्ट रेट नीचे नहीं जा रहा है सर।
हाँ जी, हाँ जी। क्यों आज उन्होंने नीचे नहीं किया? क्योंकि ये टमाटर के दाम नीचे नहीं गए हैं अभी तक उधर। हाँ जी, तो इसका मतलब फिर हम, और उन्होंने ये भी कहा है कि हम जरूरत पड़ी तो बढ़ा सकते हैं, तो मतलब वो लोग तो अभी तो कम करने का तो वर्ड उन्होंने कम का यूज ही नहीं किया है। क्योंकि वो एक ऐसा सिग्नल नहीं देना चाहते गिरीश जी कि ऐसी सिचुएशन आए कि लोग फिर से पैसा खर्चना शुरू कर दे मनी की, अब तो इंटरेस्ट रेट घटने वाला है जी, कोई टेंशन नहीं है। तो वो ये डंडा सिर पे रख रहे हैं आप सबके ऊपर कि भाई साहब अगर जरूरत पड़ी तो मैं फिर से बढ़ा सकता हूँ। वही मैं चीज पहले वाला, अगर आप प्रोग्राम सुन रहे थे तो यही चीज मैं बोल रहा था कि अगर कोई ऐसी सिचुएशन, जो कि आने की उम्मीद नहीं है हमारे अब, कि महंगाई बढ़ जाएगी या दोबारा से कुछ हंगामा मच जाएगा, लेकिन 1% अगर कहीं भी किसी ने बेवकूफी की लोगों ने दोबारा से, तो दे आर रेडी नाउ, वो चीज है। अच्छा मोहम्मद, अभी अमेरिका इतना ग्रो किया जा रहा है, अब हम कहते हैं कि वो हमारा बड़ा भाई है, हम इतना नीचे क्यों है? हम घटते क्यों जा रहे हैं? नहीं, हमारे साथ सिचुएशन थोड़ी सी ये हुई पड़ी है, हमारा एक्सपोर्ट इंपोर्ट उतना ही चल रहा है, लेकिन हमारे साथ सिचुएशन अब क्या हो गई है कि हमारा जो रियल एस्टेट मार्केट थी उसमें हमारे जो मोर्गेजेस है, रियल एस्टेट नहीं, हमारा जो मोर्गेज सिस्टम ऐसा है कि हमें वो स्क्वीज कर रहा है। उनके यहाँ पे वो स्क्वीज नहीं है। वही मैंने एक्सप्लेन किया, उनकी जो मोर्गेजेस है 30 साल की, 30 साल के लिए अगर आपका 2% पे फिक्स प्राइम 7 भी पहुंच जाए तो क्या फर्क पड़ता है? आपको बाकी जगह पे स्क्वीज होगा। आपको अगर कार लोन लेना है, नया घर खरीद रहे हो तो उनको प्रॉब्लम आ रही है वहां पे, लेकिन बाकी जगह पे स्क्वीज हो रहा है उनको, लेकिन फिर भी उनके हाथ में थोड़ा सा कैश बचा हुआ है। लेकिन हमारे कंट्री में क्या हुआ है, हमारे मॉर्गेजेस रूल की वजह से हम तो हर साल पिसते चले जा रहे हैं। हर साल हर इंटरेस्ट रेट पे जो वेरिएबल पे बैठे थे उनका रेट बढ़ता चला गया। अब हम बात कर रहे हैं 3 मिलियन मॉर्गेजेस रिन्यू होने की या जो भी है, आप अगले साल बुरी तरह से जो लोग बेचारे फिक्स में बैठे थे वो फंसने वाले हैं। तो उनके हाथ से स्क्वीज नहीं हो रहा है। तो हम इसलिए फंस रहे हैं क्योंकि हमारा जो मॉर्गेज सिस्टम था वो हमारा अब पैसा ज्यादा खा रहा है, और हमने बेवकूफियां की थी, यहाँ पे स्पेकुलेशन हमने की थी, ना कि यूएस में हंगामा नहीं चल रहा था जो हमारी कंट्री में हो रहा था। हम तभी तो कंपेयर करते थे, नायग्रा फॉल की उस साइड चले जाओ जी 600 का घर है, इधर आ जाओ तो 1.5 का है। तो किसने बेवकूफियां की थी, किसने स्पेकुलेशन की थी? हमारी गलती है, हम भुगतेंगे सर। अच्छा, तुम होंगे सब बेसिकली जिन लोगों ने घर वर लिया हुआ सिर्फ इनको बचाने के लिए कम कर रहे हैं, राइट? कम काफी है, मतलब कम करेंगे आप कह रहे हैं जैसे नहीं, इनको बचाने के लिए नहीं सर। अगर कहीं इकोनॉमी में प्रॉब्लम आती है तो इकोनॉमी को बचाने के लिए, क्योंकि ये तो अब फंस चुके हैं, जो स्पेकुलेटर थे वो तो फंस चुके हैं। अभी पीके जी से पूछिएगा कितने लोग ऐसे हैं जो मार्केट में वो ज्यादा जानते होंगे रियल एस्टेट में, कि कितने लोग ऐसे हैं जो बेसिकली फंसे हुए हैं बुरी तरह, क्योंकि उन्होंने अपने घरों पे लोन ले लेके उठा रखे हैं। सो हम देखते हैं आने वाले टाइम में, लेकिन ऐसी सिचुएशन नहीं है कि बैंक ऑफ कनाडा सिर्फ उनको बचाना चाहेगा, वो इकोनॉमी बचाना चाहेगा। अच्छा देखिए मोहम्मद साहब, 1 मिलियन लोग पिछले साल में आए हैं, नौकरी तो करीब 400,000 हिसाब से या 25,000 30,000 इसी रेट से बढ़ रही है। तो फिर ये कुछ बीच के लोग क्या करते हैं? ये लोग 1 मिलियन लोग आए हैं, मतलब 1 मिलियन पिछले साल पॉपुलेशन इमिग्रेशन हुआ है मिलियन, या आप स्टूडेंट के बीच में डाल रहे हैं? सभी हो गए ना। इंटरनेशनल स्टूडेंट को आप कैसे गिन सकते हैं सर इसमें? अच्छा चलिए ठीक है। अच्छा ये जो बाइसा तो नहीं है, सभी LMIA और इन सब के चक्कर में चल रहा है सिलसिला? वो तो जो LMIA दे रहा है फिर वो उनको ट्रक चलाने के लिए भी दे रहा होगा ना कुछ। अच्छा मगर सर ये स्टॉक मार्केट भी काफी रिकवर तो कर गई है, बस थोड़ा सा वो रियल एस्टेट वाले जितने रेट्स हैं, REIT रेट्स हैं ना, बस वो सब नीचे गिरे हुए हैं बस। तो ये भी रिकवर कर जाएंगे? देखिए धीरे धीरे मार्केट में तो रिकवर करना ही है, लेकिन थोड़ा सा टाइम लगेगा उसमें। अभी आने वाली इकोनॉमी क्या कह रही है? रिट्स में होता क्या है सर? रिट्स में सारी प्रॉपर्टीज है बड़ी बड़ी, जैसे मैं एक ऐसा रेट भी है जिन्होंने पार्किंग ले रखी है, ठीक है जी, पार्किंग के जैसे हैं। तो बहुत सारी कंपनीज ने अपनी पार्किंग, ग्रोसरी स्टोर जैसे हैं वो पार्किंग भी बेच देते। सो मेजर चीज क्या है, देखना है कि उनको इनकम कितनी आ रही है। आज की डेट में जब सारी जगह पे स्क्वीज चल रहा है तो उनको सबसे ज्यादा इम्पैक्ट आ रहा है, क्योंकि रियल एस्टेट हमने देखी है थोड़ी सी नीचे आई, हमने देख लिया है वो चीज, तो उसका इम्पैक्ट उस पर आ रहा है। लेकिन जब रियल एस्टेट रिकवर होनी शुरू होगी तो वो भी रिकवर होने शुरू। अच्छा सवाल साहब नमस्कार जी, आप सुन रहे हैं जी? नमस्कार सर, क्या नहीं इतना नहीं जी, ਉਹਨਾਂ ਨੂੰ ਹਾਂਜੀ ਸੁਖਦੇਵ ਗਿੱਲ ਜੀ ਤੁਹਾਡੀ ਕਾਲ ਅਗਲੀ ਹੈ। ਹਾਂਜੀ ਜਦਵੀਰ ਜੀ ਇੰਨੀ ਦੇਰ ਤੁਸੀਂ ਟਾਈਮ ਦੋਗੇ ਤਾਂ ਅਸੀਂ ਹੋਰ ਵੀ ਕੋਈ ਕੰਮ ਕਰ ਲੈਂਦੇ।
अच्छा अच्छा ठीक है। गिरी हाँ जी ठीक है जरा, क्योंकि कॉलर बहुत इंतजार कर रहे हैं ना। थैंक यू हाँ जी हाँ जी ब्रीफ कर लिया। हाँ जी सुखदेव गिल जी, हाँ जी ਗੱਲ ਕਰ ਲਓ। हाँ जी ਸੁਖਦੇਵ ਜੀ ਮੈਂ ਤੁਹਾਡੇ ਦੋ ਗੱਲਾਂ ਕਰਨੀਆਂ ਚਾਹੁੰਦਾ। ਦੇਖੋ ਇੱਕ ਤਾਂ ਕੈਲੇਡਨ ਦੇ ਏਰੀਆ 'ਚ ਤੁਸੀਂ ਵੀ ਨਿਊਜ਼ ਸੁਣੀ ਆ, ਸੱਭਰਵਾਲ ਉਹਨਾਂ ਨੇ ਵੀ ਸੁਣੀ ਹੋਣੀ ਆ, ਜਿਹੜੇ ਐਗਰੀਕਲਚਰ ਲੈਂਡ ਦੇ ਉੱਤੇ ਟਰੱਕ ਪਾਰਕਿੰਗ ਲਾਟ ਸੀਗੇ ਉਹ ਬੰਦ ਕਰ ਰਹੇ ਆ ਕਾਫੀ ਜ਼ਿਆਦਾ। ਇਹਦੇ ਬਾਰੇ ਮੈਂ ਤੁਹਾਡੇ ਕੋਲ ਵਿਚਾਰੇ ਲੈਣੇ ਚਾਹੂੰਗਾ। ਦੇਖੋ ਜਿਹੜਾ ਬਰੈਂਪਟਨ ਮਿਸੀਸਾਗਾ ਇਹ ਟਰੱਕਿੰਗ ਹੱਬ ਹੈਗੀ ਆ, ਚਾਹੇ ਲੌਜਿਸਟਿਕਸ ਹੱਬ ਕਹਿ ਲਓ, CN ਰੇਲ ਕਹਿ ਲਓ, CP ਰਹਿ ਲਓ, ਅਗਰ ਇਹ ਟਰੱਕ ਪਾਰਕਿੰਗ ਨੂੰ ਜਗ੍ਹਾ ਨਹੀਂ ਦੇਣਗੇ, ਆਊਟਸਾਈਡ ਸਟੋਰੇਜ ਨੂੰ ਜਗ੍ਹਾ ਨਹੀਂ ਦੇਣਗੇ ਤਾਂ ਟਰੱਕ ਲੋਕੀ ਲੰਡਨ ਥੋੜੋ ਖੜੇ ਕਰਨ ਜਾਣਗੇ ਜਾਂ ਕਿਤੇ ਹੋਰ ਐਡੀ 20 ਕਿਲੋਮੀਟਰ ਜਿਹਨੇ ਜੌਬ ਸਟਾਰਟ ਕਰਨੀ ਬਰੈਂਪਟਨ ਮਿਸੀਸਾਗਾ ਦਾ, ਉਹਦੇ ਪਾਰਕਿੰਗ ਲਾਟ ਹੀ ਨਹੀਂ ਹੋਣਗੇ ਤਾਂ ਲੋਕੀ ਟਰੱਕ ਕਿੱਥੇ ਖੜੇ ਕਰਨਗੇ। ਸਾਡੇ ਲੋਕ ਕਿਉਂ ਨਹੀਂ ਇਕੱਠੇ ਹੋ ਕੇ ਇਹਨਾਂ ਨੂੰ ਪ੍ਰੋਟੈਸਟ ਕਰਦੇ ਜਾਂ ਇਹਨਾਂ ਨੂੰ ਰੋਕਦੇ। ਇਹ ਟਰੱਕ ਬੰਦੇ ਨੇ ਚਲਾਉਣਾ ਤਾਂ ਟਰੱਕ ਦੀ ਜੇ $500-600 ਪਾਰਕਿੰਗ ਬਣ ਰਹੀ ਹੈ ਤੇ ਇਹਦੇ ਬਾਰੇ ਕੁਛ ਨਾ ਕੁਛ ਤਾਂ ਲੌਜਿਸਟਿਕ ਹੱਬ ਕੋਈ 200-400 ਏਕੜ ਦੇ ਵਿੱਚ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ। ਇਹਦੇ ਬਾਰੇ ਕੀ ਵਿਚਾਰ ਹੈ ਜੀ? ਬਿਲਕੁਲ ਠੀਕ ਹੈ ਜੀ, ਬਿਲਕੁਲ 100% ਹੋਣਾ ਚਾਹੀਦਾ ਹੈ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ, ਲੇਕਿਨ ਉਹ ਜ਼ੋਨਿੰਗ ਦੇ ਹਿਸਾਬ ਨਾਲ ਤੁਸੀਂ ਐਗਰੀਕਲਚਰ ਲੈਂਡ ਦੇ ਉੱਤੇ ਟਰੱਕ ਖੜੇ ਵੀ ਨਹੀਂ ਕਰ ਸਕਦੇ ਨਾ ਸਰ। ਔਰ ਤੁਹਾਡੀ ਆਪਣੀ ਮਜਬੂਰੀ ਹੈਗੀ ਕਿਉਂਕਿ ਤੁਹਾਨੂੰ ਉੱਤੇ ਜ਼ੋਨਿੰਗ ਨਹੀਂ ਮਿਲ ਰਹੀ ਜਾਂ ਜ਼ੋਨਿੰਗ ਅਪਲਾਈ ਨਹੀਂ ਕੀਤੀ ਜਾਂ ਇਹਨਾਂ ਨੇ ਇਹੋ ਜਿਹੇ ਹੱਬ ਨਹੀਂ ਬਣਾਏ ਤੇ ਜਿਸ ਕਰਕੇ ਪ੍ਰੋਬਲਮ ਆ ਰਹੀ ਹੈ। ਬਿਲਕੁਲ ਉਹ ਹੈਗਾ ਨਾ, ਉਹ ਕਹਿੰਦੇ ਨੇ ਵਿਸ਼ਵ ਸਰਕਲ ਕਹਿ ਲਓ, ਉਹ ਮਿਲ ਨਹੀਂ ਰਿਹਾ। ਇਸ ਕਰਕੇ ਗ੍ਰੀਨ ਬੈਲਟ 'ਚ ਖੜੇ ਕਰ ਰਹੇ ਨੇ। ਗ੍ਰੀਨ ਬੈਲਟ 'ਚ ਖੜਾ ਕਰਨਾ ਨਹੀਂ ਚਾਹੀਦਾ, ਜ਼ੋਨਿੰਗ ਦੇ ਅੰਦਰ ਕਰਨਾ ਚਾਹੀਦਾ। ਜ਼ੋਨਿੰਗ ਮਿਲ ਨਹੀਂ ਰਹੀ ਇਹਨਾਂ ਨੂੰ ਜਾਂ ਅਪਲਾਈ ਨਹੀਂ ਹੋ ਰਿਹਾ ਜਾਂ ਇਹਨਾਂ ਦਾ ਪਲੈਨਿੰਗ ਹੀ ਬਕਵਾਸ ਹੈਗਾ। ਬਿਲਕੁਲ ਕਰਨਾ ਚਾਹੀਦਾ ਪ੍ਰੋਟੈਸਟ ਜੀ, ਆਪਣੇ MP ਨੂੰ ਬਿਲਕੁਲ ਪ੍ਰੋਟੈਸਟ ਕਰੋ ਜੀ ਇਸ ਗੱਲ ਦਾ ਗਰੁੱਪ ਬਣਾ ਕੇ। ਨਹੀਂ ਇਹਦੇ ਨਾਲ ਤਾਂ ਜੀ ਸਾਡੇ ਲੋਕ ਆ, ਸਾਡੇ ਟਰੈਕਿੰਗ ਸਲੋ ਕਿਉਂ ਨਹੀਂ 200-400-500 ਟਰੱਕ ਲਿਜਾ ਕੇ ਰੋਡ ਦੇ ਉੱਤੇ ਸਲੋ ਮਾਰਚ ਕਰਦੇ। ਜੇ ਟਰੱਕ ਖੜੇ ਕਰਨ ਨੂੰ ਜਗ੍ਹਾ ਨਹੀਂ ਤਾਂ ਟਰੱਕ ਵਾਲਾ ਬੰਦਾ ਬਿਜ਼ਨਸ ਕਿੱਥੇ ਕਰੇਗਾ ਜੀ? ਜੇ ਉਹਨਾਂ ਨੂੰ ਤੁਸੀਂ ਆਪੇ ਦੱਸੋ, ਟਰੱਕ ਜੋਨਿੰਗ ਹੀ ਨਹੀਂ ਹੈਗੀ, ਆਊਟਸਾਈਡ ਸਟੋਰੇਜ ਦੀ ਜੋਨਿੰਗ ਨਹੀਂ, ਜਿਹੜੇ ਵੱਡੇ ਮਾਫੀਆ ਹੈਗੇ ਟਰਾਂਸਪੋਰਟ ਦੇ ਵਿੱਚ, ਕਿਸੇ ਨੇ ਮਿਲੀਅਨ ਦੀ ਪ੍ਰਾਪਰਟੀ ਲਈ ਉਹ 5 ਮਿਲੀਅਨ ਨੂੰ ਏਕੜ ਹੋ ਗਈ ਤੇ ਉਹ ਵੱਡੇ ਮਾਫੀਆ ਜਿਹੜਾ ਉਹ ਮਾਫੀਆ ਸਾਰੀਆਂ ਪ੍ਰਾਪਰਟੀਆਂ ਗ੍ਰੈਬ ਕਰੀ ਜਾ ਰਿਹਾ। ਆਮ ਪੀਪਲ ਆ ਉਹਨਾਂ ਨੂੰ ਤਾਂ ਕੋਈ ਬਿਜ਼ਨਸ ਨਹੀਂ ਮਿਲ ਰਿਹਾ। ਜਿਹਦੀ 1 ਮਿਲੀਅਨ ਦੀ ਪ੍ਰਾਪਰਟੀ ਜੋ 10 ਮਿਲੀਅਨ ਦੀ ਹੋ ਗਈ ਪ੍ਰਾਪਰਟੀ, ਉਹ ਉਹਦੇ ਤੇ ਰੀਫਾਈਨੈਂਸ ਕਰਕੇ ਹੋਰ ਪ੍ਰਾਪਰਟੀ ਚੱਕੀ ਜਾ ਰਿਹਾ। ਆਮ ਲੋਕ ਤਾਂ ਉਹਦੇ ਪਿਸ ਰਹੇ ਆ ਜੀ। ਬਿਲਕੁਲ ਜੀ ਬਿਲਕੁਲ ਜੀ। ਤੁਸੀਂ ਮੈਂ ਬੜਾ ਸੌਰੀ ਟਾਈਮ ਨਹੀਂ ਲੈਣਾ ਚਾਹੁੰਦਾ। ਜਿਹੜਾ ਹੁਣ ਘਰਾਂ ਦੇ ਵਿੱਚ ਐਡਾ ਜ਼ਿਆਦਾ ਪ੍ਰੋਬਲਮ ਚੱਲਦਾ, ਤੁਹਾਨੂੰ ਨਹੀਂ ਲੱਗਦਾ ਵੀ ਬੈਂਕ ਜੇ ਹੁਣ ਉਹੀ 15 ਲੱਖ ਦਾ ਘਰ ਆ ਉਹਦੀ ਮਿਲੀਅਨ ਦੀ ਅਪਰੇਜ਼ਲ ਕਰ ਰਿਹਾ, ਅੱਜ ਤੋਂ 10 ਮਹੀਨੇ ਪਹਿਲਾਂ ਉਹੀ 15 ਲੱਖ ਦੀ ਅਪਰੇਜ਼ਲ ਆ ਰਹੀ ਸੀ। ਉਹ ਇਹ ਅਪਰੇਜ਼ਲ ਦਾ ਕੀ ਕ੍ਰਾਈਟੇਰੀਆ ਹੈਗਾ? ਜੇ ਉਹ ਗਲਤ ਨਹੀਂ ਕਰ ਰਹੇ ਸਰ, ਉਹ ਗਲਤ ਨਹੀਂ ਕਰ ਰਹੇ, ਬਿਲਕੁਲ ਗਲਤ ਨਹੀਂ ਕਰ ਰਹੇ। ਅਗਰ ਪ੍ਰਾਈਸ ਥੱਲੇ ਆਇਆ ਤੇ ਅਪਰੇਜ਼ਲ ਦਾ ਮਤਲਬ ਹੀ ਹੈਗਾ ਕਿ ਐਜ਼ ਪਰ ਟੁਡੇ ਵਟ ਇਜ਼ ਦਾ ਪ੍ਰਾਈਸ। ਮੇਰੇ ਕੋਲ ਰੋਜ਼ ਇੰਨੇ ਮੈਸੇਜ ਆਉਂਦੇ ਨੇ ਕਿ ਜੀ ਮੈਂ 2 ਲੱਖ ਦਿੱਤਾ ਸੀ ਡਿਪੋਜ਼ਿਟ, 2 ਲੱਖ ਡਿਪੋਜ਼ਿਟ ਛੱਡ ਰਿਹਾ, ਕੋਈ ਹੈ ਲੈਣ ਵਾਲਾ ਪ੍ਰਾਪਰਟੀ, ਕਿਉਂਕਿ ਬੈਂਕ ਨੇ ਅਪਰੇਜ਼ 3 ਲੱਖ ਘੱਟ ਕਰਤਾ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਕਿਉਂਕਿ ਉਹਨਾਂ ਨੇ ਗਲਤ ਟਾਈਮ ਦੇ ਉੱਤੇ ਪ੍ਰਾਪਰਟੀਆਂ ਬੁੱਕ ਕੀਤੀਆਂ ਹੋਈਆਂ ਨੇ ਔਰ ਅਸੀਂ ਕਹਿ ਕੇ ਮਰ ਗਿਆ ਕਿ 1-1.5 ਸਾਲ 2 ਸਾਲ ਦੀ ਕਲੋਜ਼ਿੰਗ ਵਾਲਾ ਨਾ ਲਓ, ਵਕਤ ਬੁਰਾ ਆਉਂਦਾ, 5 ਸਾਲ ਦੇ ਅੰਦਰ ਐਡਜਸਟਮੈਂਟ ਹੋ ਜਾਂਦੀ ਹੈ। ਉਹ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਹੈ। ਰੋਜ਼ ਦੇ ਮੈਨੂੰ ਐਟਲੀਸਟ 10 ਤੇ ਆਉਂਦੇ ਹੋਣਗੇ ਮੈਸੇਜ ਕਿ ਮੈਂ ਡਿਪੋਜ਼ਿਟ ਛੱਡ ਰਿਹਾ, ਮੇਰੀ ਪ੍ਰਾਪਰਟੀ ਕੱਢ ਦਿਓ। ਤੇ ਮੈਂ ਕਿਹਾ ਜੀ ਮੇਰੇ ਕੋਲ ਪੁੱਛ ਕੇ ਲਿੱਤਾ ਸੀਗਾ? ਨਹੀਂ। ਤੇ ਮੈਨੂੰ ਕਿਉਂ ਕਹਿ ਰਹੇ ਹੋ? ਆਪਣੇ ਏਜੰਟ ਨੂੰ ਕਹੋ ਜਿਹਨੇ ਲੈ ਕੇ ਦਿੱਤਾ ਸੀਗਾ, ਉਹ ਗਾਇਬ ਹੋ ਗਿਆ ਜੀ। ਬਸ ਗਾਇਬ ਹੋ ਗਿਆ ਤੇ ਹੋ ਗਿਆ ਫਿਰ ਗਾਇਬ। ਇੱਕ ਮਿੰਟ ਉਹ ਤੁਸੀਂ ਦੇਖੋ ਇਸ਼ੂ ਨੂੰ ਕੋਈ ਦੂਜੇ ਪਾਸੇ ਜੱਕ ਰਿਹਾ। ਮੈਂ ਸੋਚ ਰਿਹਾ ਬੈਂਕ ਦਾ ਮਾਫੀਆ ਹੈਗਾ ਇਹ ਹੁਣ ਇੱਕਦਮ ਹੀ $5 ਲੱਖ ਅਪਰੇਜ਼ਲ ਡਾਊਨ ਜੇ ਅੱਜ ਤੋਂ ਨਹੀਂ ਸਰ, ਬਿਲਕੁਲ ਮਾਫੀਆ ਵਾਲੀ ਗੱਲ ਹੀ ਨਹੀਂ ਹੈਗੀ ਸਰ। ਮੈਂ ਤਾਂ ਰੋਜ਼ ਕੰਮ ਕਰਨਾ, 1000 ਟ੍ਰਾਂਜੈਕਸ਼ਨ ਲਾਸਟ ਈਅਰ ਹੋਈ ਹੈਗੀ, ਕੋਈ ਮਾਫੀਆ ਵਾਲੀ ਗੱਲ ਨਹੀਂ। ਉਹ ਬਿਲਕੁਲ ਥਰਡ ਪਾਰਟੀ ਇਨਡਾਇਰੈਕਟ। ਦੇਖੋ ਸਿੱਧੀ ਜੀ ਗੱਲ ਹੈ, ਮੇਰਾ ਛੋਟਾ ਜਿਹਾ ਹੈਗਾ, ਮੈਂ ਕਹੂੰ ਤਾਂ ਤੁਹਾਨੂੰ ਭੇਜ ਦੇਗਾ ਉਹਦੇ ਅੰਦਰ ਕਿਸ ਤਰ੍ਹਾਂ ਅਪਰੇਜ਼ਲ ਕੀਤੀ ਜਾਂਦੀ ਹੈ। ਪਹਿਲੀ ਗੱਲ, ਅਗਰ ਬਾਇਰ ਪੁਆਇੰਟ ਆਫ ਵਿਊ ਨਾਲ ਤੁਸੀਂ ਲੈਂਦੇ ਹੋ, ਉਹ ਆਪਣੇ ਘਰ ਨੂੰ ਸਮਝਦਾ ਹੈਗਾ ਤਾਜ ਮਹਿਲ, ਸੈਲਰ ਆਪਣੇ ਘਰ ਨੂੰ ਸਮਝਦਾ ਤਾਜ ਮਹਿਲ। ਬਾਇਰ ਦੇ ਪੁਆਇੰਟ ਆਫ ਵਿਊ ਨਾਲ ਅਗਰ ਤੁਸੀਂ ਦੇਖਦੇ ਹੋ ਤੇ ਉਸ ਘਰ ਨੂੰ ਸਮਝਦਾ ਹੈਗਾ ਸਿੰਗਲ ਡਿਟੈਚ ਘਰ। ਲੈਂਡਰ ਦੇ ਪੁਆਇੰਟ ਆਫ ਵਿਊ ਨਾਲ ਅਗਰ ਅਪਰੇਜ਼ ਕਰਦੇ ਹੋ ਤੇ ਉਹਨੂੰ ਮੰਨਦਾ ਝੌਂਪੜੀ। ਹੈ ਇੱਕੋ ਚੀਜ਼। ਤੇ ਉਹਨਾਂ ਦਾ ਪੁਆਇੰਟ ਆਫ ਵਿਊ ਕੀ ਹੁੰਦਾ ਹੈ? ਫਰਕ ਜ਼ਰੂਰ ਆਉਂਦਾ ਅਪਰੇਜ਼ਲ ਦੇ ਅੰਦਰ, ਪਰ ਇੰਨਾ ਨਹੀਂ ਆਉਂਦਾ। ਪਰ ਜਿਸ ਬੰਦੇ ਨੇ ਘਰ ਜਿਸ ਦਾ ਮਾਰਕੀਟ ਦੇ ਅੰਦਰ ਮਿਲੀਅਨ ਦਾ ਸੀਗਾ, ਜਿਸ ਵਕਤ ਉਹਨੇ ਬੁੱਕ ਕੀਤਾ 1.2 ਮਿਲੀਅਨ ਦਾ, ਹੁਣ ਮਿਲੀਅਨ ਵਾਲਾ ਘੱਟ ਕੇ 8 ਲੱਖ ਰਹਿ ਗਿਆ ਤੇ ਜਿਹਨੇ 1.2 ਮਿਲੀਅਨ ਦਾ ਬੁੱਕ ਕੀਤਾ ਸੀ ਉਹਦਾ 4 ਲੱਖ ਘੱਟ ਗਿਆ ਨਾ ਜੀ, ਕਿਉਂਕਿ ਉਹਨੇ ਗਲਤ ਟਾਈਮ ਤੇ ਕਲੋਜ਼ਿੰਗ ਕੀਤੀ ਹੋਈ ਸੀਗੀ। ਇਹ ਪ੍ਰੋਬਲਮ ਆ ਰਹੀਆਂ ਨੇ। ਇਸੇ ਕਰਕੇ ਮੈਂ ਕਹਿੰਦਾ ਡਿਊਰੇਸ਼ਨ ਆਫ ਦਾ ਪ੍ਰੋਜੈਕਟ ਇਜ਼ ਵੈਰੀ ਇੰਪੋਰਟੈਂਟ। ਇਹਨੂੰ ਕੋਈ ਵੀ ਇਹਦੇ ਤੇ ਧਿਆਨ ਨਹੀਂ ਦਿੰਦਾ ਜੀ। ਹਾਂਜੀ, ਮੈਂ ਸਰ 1 ਮਿੰਟ ਹੋਰ ਗੱਲ ਕਰਨੀ ਚਾਹੁੰਦਾ ਸੀ। ਜੋ ਤੁਹਾਡੀ ਵਾਲੀ ਗੱਲ ਇਹ, ਕਿਉਂਕਿ ਹੁਣ ਬੈਂਕਾਂ ਨੂੰ ਲੱਗ ਰਿਹਾ ਵੀ ਸਾਡੀ ਮਨੀ ਫਸ ਰਿਹਾ, ਹੁਣ ਉਹੀ ਅਪਰੇਜ਼ਲ ਨਹੀਂ ਕਰ ਰਹੇ। ਅੱਜ ਤੋਂ ਪਹਿਲਾਂ ਜਦੋਂ ਬਿਡਿੰਗ ਵਾਰ ਚੱਲਦੀ ਸੀ ਉਦੋਂ ਸਾਰੀਆਂ ਮੌਰਗੇਜ ਕਲੀਅਰ ਹੋ ਰਹੀਆਂ ਸੀਗੀਆਂ, ਹੁਣ ਉਹੀ ਹਾਂ ਬਿਲਕੁਲ ਹੋ ਰਹੀ ਸੀ। ਬਿਲਕੁਲ, ਥੈਂਕ ਯੂ।
ਕਿਉਂ ਹੋ ਰਹੀਆਂ ਸੀ ਸਰ? ਕਿਉਂਕਿ ਬਿਡਿੰਗ ਵਾਰ ਚੱਲ ਰਹੀ ਸੀ, ਉਹਨਾਂ ਨੂੰ ਅਪਰੇਜ਼ਲ ਦੀ ਲੋੜ ਹੀ ਨਹੀਂ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਦੀ ਕੀਮਤਾਂ ਵਧ ਰਹੀਆਂ ਨੇ। ਲੇਕਿਨ ਜਿਸ ਵਕਤ ਹੈ ਮਾਰਕੀਟ ਗਿਰਨੀ ਸ਼ੁਰੂ ਹੋਈ ਹੈ, ਉੱਥੇ ਉਹ ਨੈਚੁਰਲੀ ਅਪਰੇਜ਼ ਕਰਨਗੇ। ਬੈਂਕ ਨੇ ਆਪਣੇ ਆਪ ਨੂੰ ਸੇਫਗਾਰਡ ਕਰਨਾ ਹੈਗਾ। ਮੇਰੇ ਕਹਿਣ ਦਾ ਭਾਵ ਉਹ ਵੀ ਮਾਫੀ ਹੈ ਜੀ। ਬੈਂਕ ਵਾਲੇ ਪਹਿਲਾਂ ਕੁਝ ਹੋਰ ਅਪਰੇਜ਼ ਕਰਦੇ ਸੀ, ਹੁਣ ਬੰਦੇ ਫਸਣ ਲੱਗ ਗਏ ਤਾਂ ਉਹਨਾਂ ਨੇ ਦੇਖਿਆ ਸਾਡਾ ਮਨੀ ਫਸ ਰਿਹਾ ਤੇ ਉਹਨਾਂ ਨੇ ਉਹੀ 3-4 ਲੱਖ ਦਾ ਅਪਰੇਜ਼ਲ ਡਾਊਨ। ਮੈਂ ਤੁਹਾਡੇ ਕੋਲ ਕੁਐਸਚਨ ਪੁੱਛਣਾ ਸਰ, ਛੋਟਾ ਜਿਹਾ। ਤੁਹਾਡੇ ਕੋਲ ਮੈਂ ਆਣਾ ਔਰ ਮੈਂ ਕਹਿੰਦਾ ਕਿ ਜੀ ਮੇਰੇ ਘਰ ਤੁਸੀਂ ਗਿਰਵੀ ਰੱਖ ਲਓ ਔਰ ਮੈਨੂੰ ਮੇਰੇ ਘਰ ਦੇ ਅਗੇਂਸਟ $1 ਮਿਲੀਅਨ ਦੇ ਦਿਓ। क्या ਤੁਸੀਂ ਮੇਰੇ ਘਰ ਦੀ ਪਹਿਲੇ ਕੀਮਤ ਨਹੀਂ ਦੇਖੋਗੇ ਕਿੰਨੇ ਦੀ ਹੈਗੀ? ਡੈਫੀਨਿਟ ਦੇਖਾਂ। ਮਾਫੀਆ ਕੀ ਹੋ ਗਿਆ ਫਿਰ? ਕੀਮਤ ਅਗਰ ਮੈਨੂੰ ਲੱਗਦਾ ਕਿ ਇਹਦਾ ਘਰ 1.5 ਮਿਲੀਅਨ ਦਾ ਹੈਗਾ ਔਰ ਅਗਲਾ 1 ਮਿਲੀਅਨ ਮੰਗ ਰਿਹਾ, ਮੈਂ ਹਸੀ ਖੁਸ਼ੀ ਉਸ ਉੱਤੇ ਲੀਅਨ ਪਾ ਕੇ ਦੇ ਦਿਆਂਗਾ। ਪਰ ਮੈਨੂੰ ਲੱਗ ਰਿਹਾ ਕਿ ਇਹਦੇ ਘਰ ਦੀ ਕੀਮਤ 1 ਮਿਲੀਅਨ ਦੀ 1.1 ਮਿਲੀਅਨ ਵੀ ਅਗਰ ਹੈਗੀ ਤੇ ਮੈਂ ਕਹਾਂਗਾ ਮੈਂ ਤੇ ਨਹੀਂ ਦਿੰਦਾ। ਇੱਕ ਲੱਖ ਦੇ ਉੱਤੇ ਕੱਲ ਨੂੰ ਹੋਰ ਗਿਰ ਗਿਆ ਤੇ ਮੇਰਾ ਪੈਸਾ ਡੁੱਬ ਜਾਏਗਾ। ਤੁਹਾਡੀ ਵਾਲੀ ਗੱਲ ਤੇ ਸੇਮ ਮਾਫੀਆ ਕਿਸ ਗੱਲ ਦਾ ਹੋ ਗਿਆ ਸਰ? ਆਪਣੇ ਆਪ ਨੂੰ ਸਿਕਿਉਰ ਕਰਨਾ ਹੁੰਦਾ ਹੈ ਉਹਨਾਂ ਨੇ। ਔਰ ਤੁਸੀਂ ਆਲਰੇਡੀ ਦੇਖ ਰਹੇ ਹੋ ਜਿਹੜੇ ਇਹਨਾਂ ਦੇ ਫਿਗਰਸ ਹੁਣ ਆਈਆਂ ਨੇ, TD ਬੈਂਕ ਦਾ ਜਿਹੜਾ ਲਾਸ ਆਇਆ ਕਿਉਂਕਿ ਉਹਨੇ ਕੁਸ਼ਨ ਰੱਖ ਲਿਆ ਕਿ ਬਹੁਤ ਸਾਰੀ ਡੈਲੀਕੁਐਂਸੀਜ਼ ਹੋਣਗੀਆਂ, ਉਹਦੇ ਵਾਸਤੇ ਮੈਨੂੰ ਪੈਸੇ ਦੀ ਲੋੜ ਹੈਗੀ। ਤੇ ਇਹ ਮੇਰਾ ਖਿਆਲ ਹੈ ਸਰ ਤੁਹਾਡੇ ਆਨਸਰ 'ਚ ਕੁਐਸਚਨ ਹੈ, ਡੈਲੀਕੁਐਂਸੀਜ਼ ਹੋਣਗੀਆਂ ਤੁਹਾਡੇ ਹਿਸਾਬ ਨਾਲ ਕਿ ਨਹੀਂ ਹੋਣਗੀਆਂ? ਸਰ ਜਿਹੜੀ ਲੇਟੈਸਟ ਰਿਪੋਰਟ ਆਈ ਹੈ ਨਾ, ਅਗਰ ਇਹ 1% ਇੰਟਰਸਟ ਵੀ ਘਟ ਜਾਂਦਾ ਹੈ, ਯਾਨੀ ਕਿ 4 ਵਾਰ ਵੀ ਅਗਰ ਘਟ ਜਾਂਦਾ ਹੈ 1%, 48% ਮਾਰਗੇਜ ਪੇਮੈਂਟਸ ਵੱਧ ਜਾਣਗੀਆਂ ਬਾਈ ਦ ਈਅਰ 2026। ਤੁਸੀਂ ਸੋਚੋ, ਔਰ % ਵੱਧ ਜਾਣਗੀਆਂ ਬਾਈ ਦਾ ਐਂਡ ਆਫ 2025। 1% ਘਟਣ ਨਾਲ 1.5% ਘਟੇਗੀ ਤੇ ਉਹਦੀ ਫਿਗਰ ਅਲੱਗ ਆਏਗੀ। ਸਰ ਜਿਨ੍ਹਾਂ ਲੋਕਾਂ ਨੇ 2% ਦੇ ਉੱਤੇ ਕੀਤਾ ਹੋਇਆ ਸੀ ਨਾ, ਉਹਨਾਂ ਦੀ ਜਿਹੜਾ ਰੈਨੂਅਲ ਆਏਗਾ ਨਾ ਜੀ ਸਰ, ਉਹ ਰੈਨੂਅਲ ਜਿਸ ਕਦ ਆਏਗਾ 4.5% ਦਾ, ਅਗਰ ਅਸੀਂ ਮੰਨ ਲੈਂਦੇ ਹਾਂ ਕਿ ਇਹ 1% ਘਟ ਜਾਏਗਾ ਤੇ 4 ਵੀ ਹੋ ਜਾਏਗਾ ਅਗਰ ਮੰਨ ਲਓ, ਤੇ ਇੰਨੀ ਵੱਡੀ ਡੈਲੀਕੁਐਂਸੀਜ਼ ਆ ਰਹੀਆਂ ਨੇ ਜਿਸ ਕਰਕੇ ਰਿਜ਼ਰਵ ਬੈਂਕ ਸਾਹਿਬ ਨੇ ਕਿਹਾ ਸੀਗਾ ਤਿਆਰ ਹੋ ਜਾਓ, ਇੰਟਰਸਟ ਰੇਟ ਘਟਾਉਣਾ ਪਏਗਾ ਮਜਬੂਰਨ। ਸਾਨੂੰ ਬੈਂਕ ਆਫ ਬੜੌਦਾ ਨੂੰ ਕਹਿਣ ਦੀ ਵੀ ਲੋੜ ਨਹੀਂ ਹੈਗੀ, ਉਹ ਆਪਣੇ ਆਪ ਘਟਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਨਾ ਘਟਾਉਣ ਨਾਲ ਜ਼ਿਆਦਾ ਨੁਕਸਾਨ ਹੈ ਇਕਨੋਮੀ ਨੂੰ ਬਜਾਏ ਘਟਾਉਣ ਨਾਲ। ਸਹੀ ਗੱਲ ਹੈ ਜੀ। ਜੀ ਤੁਹਾਨੂੰ ਕੀ ਲੱਗਦਾ ਜੀ ਪਹਿਲਾਂ ਕੱਟ ਲੱਗ ਜਾਏਗਾ ਆਪਣਾ ਮਾਰਚ ਤੋਂ ਪਹਿਲਾਂ? ਨਹੀਂ ਜੀ, ਮਾਰਚ ਤੱਕ ਸਾਨੂੰ ਉਮੀਦ ਸੀ, ਪਰ ਅੱਜ ਦੀ ਰਿਪੋਰਟ ਦੇ ਬਾਅਦ ਇਕਨੋਮਿਸਟ ਕਹਿ ਰਹੇ ਨੇ ਕਿ ਅਪ੍ਰੈਲ ਜਿਹੜੀ 10 ਅਪ੍ਰੈਲ ਦੀ ਡੇਟ ਹੈ ਉੱਥੇ ਸਾਨੂੰ ਉਮੀਦ ਹੈ ਰੇਟ ਗਿਰਨ ਦੀ। ਠੀਕ ਹੈ ਜੀ, ਸਿੱਧਾ 0.5% ਦਾ ਕੱਟ ਲੱਗੇਗਾ ਵੀ ਥਿੰਕ? 0.5% ਦਾ ਤਾਂ ਕਹਿ ਨਹੀਂ ਸਕਦੇ। ਅਗਰ 0.5% ਦੀ ਨੌਬਤ ਆ ਗਈ ਨਾ ਫਿਰ ਮਾਰਚ ਵਿੱਚ ਹੀ ਘਟ ਜਾਏਗਾ 1/4%। ਇੰਨਾ ਵੱਡਾ ਵੀ ਝਟਕਾ ਨਹੀਂ ਮਾਰਨਗੇ। ਅਗਰ 0.5% ਦੀ ਨੌਬਤ ਆਉਂਦੀ ਹੈ ਤੇ ਫਿਰ ਮਾਰਚ ਵਿੱਚ ਕੁਆਟਰ ਦੇ ਕੇ ਫਿਰ ਅਪ੍ਰੈਲ ਵਿੱਚ ਕੁਆਟਰ ਦੇਣਗੇ। ਮੇਰੇ ਖਿਆਲ ਨਾਲ ਜਿਹੜਾ ਨਾ ਝਟਕਾ ਦੇਣਗੇ, ਜ਼ੋਰ ਦਾ ਝਟਕਾ ਧੀਰੇ ਸੇ, ਜਿਹੜਾ ਡਾਇਲੌਗ ਹੈ ਨਾ ਜੀ, ਉਹ ਸ਼ੁਰੂ ਕਰਨਗੇ। ਸ਼ੁਰੂਆਤ ਮੇਰੇ ਹਿਸਾਬ ਨਾਲ ਸਲੋ ਕਰਨਗੇ ਅਨਲੈਸ ਇਕਨੋਮੀ ਦੇ ਅੰਦਰ ਕੁਝ ਨਵੀਂ ਫਿਗਰ ਆ ਜਾਣਗੀਆਂ ਤੇ ਅਲੱਗ ਗੱਲ ਹੈ। ਠੀਕ ਹੈ ਜੀ, ਜਿਹੜੇ ਸਮਾਰਟ ਬਾਇਰਸ ਹੈ ਜੀ ਉਹ ਦੇਖਣਾ ਸ਼ੁਰੂ ਕਰ ਦੇਣਗੇ ਪ੍ਰਾਪਰਟੀ ਤੋਂ 2-3 ਮਹੀਨੇ ਦੀਆਂ ਕਲੋਜ਼ਿੰਗ ਸਪੌਟ ਹੀ ਠੀਕ ਰਹੇਗਾ ਉਹਨਾਂ ਲਈ। ਹਾਂ, ਉਹ ਤੇ ਹੁਣ ਵੀ ਦੇਖ ਰਹੇ ਨੇ ਜਿਹੜੇ ਅਫੋਰਡ ਕਰ ਰਹੇ ਨੇ, ਲੇਕਿਨ ਅਗਰ ਤੁਸੀਂ ਵੇਰੀਏਬਲ ਲੈ ਲੈਂਦੇ ਹੋ ਤੇ ਇਟ ਡਜ਼ਨਟ ਮੈਟਰ ਤੁਸੀਂ ਅੱਜ ਲਓ ਜਾਂ 6 ਮਹੀਨੇ ਬਾਅਦ ਲਓ। ਬਈ ਵੇਰੀਏਬਲ ਬਾਹਰ ਆ ਜਾਣਗੇ, ਪ੍ਰਾਪਰਟੀ ਲੱਗ ਜਾਣਗੇ 2-3 ਮਹੀਨੇ ਦੀ ਕਲੋਜ਼ਿੰਗ ਤੇ ਪ੍ਰਾਪਰਟੀ ਲੈ ਲੈਣਗੇ। ਹੁਣ ਉਹਨਾਂ ਨੂੰ ਡੀਲ ਮਿਲ ਜਾਏਗੀ ਡਾਊਨ ਦਾ ਰੋਡ 6 ਮਹੀਨੇ ਬਾਅਦ ਤਕਲੀਫ ਹੋਏਗੀ ਜੀ, ਮਿਲਣੀ ਨਹੀਂ ਡੀਲ। ਹਾਂ, ਥੈਂਕ ਯੂ। ਬਿਲਕੁਲ ਮੈਂ ਕਹਿੰਦਾ ਕਿ ਉਹ ਉਸ ਦਿਨ ਦਾ ਅੱਜ ਤੇ ਸੈਲਰ ਦੇਣ ਨੂੰ ਤਿਆਰ ਹੈ, ਉਸका ਸੈਲਰ ਵੀ ਕਹੇਗਾ रुक जाओ जी, मैं भी देखना हूँ, नेगोशिएशन फिर स्टार्ट हो जाएगी ना। उनके बाद मार्केट हुई थी बिल्कुल कर रहे ने, बिल्कुल कर रहे ने, ले रहे ने। ਅਸੀਂ ਉਹਨਾਂ ਨੂੰ ਕੈਲਕੂਲੇਟ ਕਰਕੇ ਵੀ ਦਿੱਤਾ ਹੈਗਾ ਕਿ ਤੁਸੀਂ ਅਗਰ ਅੱਜ ਲੈ ਵੀ ਲੈਂਦੇ ਹੋ ਔਰ ਅਗਰ ਮੰਨ ਲਓ ਤੁਹਾਨੂੰ 2% ਇੰਟਰਸਟ ਰੇਟ ਜ਼ਿਆਦਾ ਵੀ ਦੇਣਾ ਪੈ ਰਿਹਾ ਹੈਗਾ, ਹਾਲਾਂਕਿ ਨਹੀਂ ਹੈ 2%, ਫਿਰ ਵੀ ਮੰਨ ਲਓ 2% ਹੈਗਾ ਤੇ ਤੁਸੀਂ ਕੈਲਕੂਲੇਟ ਕਰ ਲਓ, ਇਟ ਹਾਰਡਲੀ ਮੈਟਰ few $1000 ਕਿਉਂਕਿ ਉਹ 6 ਮਹੀਨੇ ਬਾਅਦ ਐਡਜਸਟ ਹੋ ਜਾਣਾ, ਫਿਰ ਤੇਰੇ ਇੰਟਰਸਟ ਰੇਟ ਥੱਲੇ ਆਣਾ ਸ਼ੁਰੂ ਹੋ ਜਾਣਾ। ਬਟ ਇਫ ਯੂ ਗੋ ਵਿਦ ਅ ਵੇਰੀਏਬਲ, ਨਾਟ ਵਿਦ ਅ ਸਾਡਾ ਕਾਫੀ ਟਾਈਮ ਲੈ ਲਿਆ ਜੀ, ਨੋ ਪ੍ਰੋਬਲਮ। ਥੈਂਕ ਯੂ ਸਰ। ਥੈਂਕ ਯੂ ਸੁਖਦੇਵ ਗਿੱਲ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ ਤੁਹਾਡੀ, ਥੈਂਕ ਯੂ। ਹਾਂਜੀ, ਅਸੀਂ ਵਧਾਂਗੇ। ਹਾਂਜੀ, ਇਸ ਤੋਂ ਪਹਿਲਾਂ ਕਿ ਅਗਲੀ ਕਾਲ ਵੱਲ ਜਾਈਏ, ਕਾਫੀ ਸਾਰੇ ਮੈਸੇਜ ਵੀ ਆਏ ਨੇ, ਉਹ ਵੀ ਅਸੀਂ ਜ਼ਰੂਰ ਪੁੱਛ ਲਈਏ। ਹਾਂਜੀ ਪੀਕੇ ਜੀ, ਇਹ ਮੈਸੇਜ ਆਇਆ ਹੈ, what would be the impact improvement on first time home buyers due to reduction of interest rates in future? ਸ਼ਰਨ ਜੀ ਦਾ ਸਵਾਲ ਹੈ। ਦੇਖੋ ਜੀ, ਆਹੀ ਗੱਲ ਹੁਣੇ ਹੋ ਰਹੀ ਸੀ ਕਿ ਫਸਟ ਟਾਈਮ ਬਾਹਰ ਹੋਏ ਚਾਹੇ ਨਾ ਹੋਏ, ਇੰਟਰਸਟ ਰੇਟ ਦਾ ਘਟਣ ਦਾ ਤਾਂ ਬੈਨੀਫਿਟ ਸਭ ਨੂੰ ਹੋਏਗਾ। ਮੇਰਾ ਬਸ ਇਹ ਮੰਨਣਾ ਹੈ, ਜਿਹੜੀ ਪਹਿਲੇ ਗਿੱਲ ਸਾਹਿਬ ਨੇ ਗੱਲ ਕੀਤੀ ਹੈਗੀ, ਲਾਸਟ ਮੋਮੈਂਟ ਦੀ ਵੇਟ ਨਾ ਕਰੋ। ਜਿਸ ਵਕਤ ਇਹ ਇੰਟਰਸਟ ਕਰਨਾ ਸ਼ੁਰੂ ਹੋਏਗਾ, ਸੈਲਰ ਜਿਹੜੇ ਨੇ ਉਹ ਟਾਈਟ ਹੋ ਜਾਣਗੇ। ਜਿਸ ਤਰ੍ਹਾਂ ਖੁੱਲੇ ਮਾਰਕੀਟ ਵਿੱਚ ਬੈਠੇ ਹੋਏ ਨੇ ਇਸ ਵਕਤ, ਜ਼ਬਰਦਸਤ ਇਨਵੈਂਟਰੀ 19% ਵਧੀ ਪਈ ਹੈ, ਉਹ ਘੱਟ ਹੋ ਜਾਏਗੀ। ਫਿਰ ਇਹ ਨਾ ਹੋਏ ਕਿ ਤੁਹਾਡੀ ਚੁਆਇਸ ਖਤਮ ਹੋ ਜਾਏ, ਚਾਹੇ ਪ੍ਰਾਈਸ ਥੋੜਾ ਹੀ ਵਧੇ ਪਰ ਇਟ ਇੰਪੈਕਟਸ ਅ ਲੋਟ, और ਉਹਦੇ ਨਾਲ ਘਟ ਜਾਂਦੀ ਹੈ, ਕੰਪੀਟੀਸ਼ਨ ਵੱਧ ਜਾਂਦਾ ਹੈ ਤੇ ਦੇਖਾ ਦੇਖੀ ਹੋ ਜਾਂਦੀ ਹੈ। ਹੁਣੇ ਹੀ ਸ਼ੁਰੂ ਕਰੋ ਦੇਖਣਾ, ਇਸ ਮਾਰਕੀਟ ਦਾ ਬੈਨੀਫਿਟ ਚੁੱਕ ਲਓ ਔਰ ਹਾਰਡਲੀ 5 ਮਹੀਨੇ ਬਾਅਦ ਇੰਟਰਸਟ ਕਰਨਾ ਸ਼ੁਰੂ ਹੋਣਾ ਹੀ ਹੋਣਾ ਹੈ। वेरिएबल रख लो, बैंक ਤੁਹਾਨੂੰ ਲਾਲਚ ਦੇ ਰਿਹਾ, बैंक ਲਾਲਚ ਦੇ ਰਿਹਾ। ਮੈਨੂੰ ਬੜੀ ਆਂਦੀ ਨੇ ਫਿਕਸ ਰੇਟ बैंक ਨੇ ਬੜਾ ਜ਼ਬਰਦਸਤ ਘਟਾਤਾ ਹੈਗਾ ਕਿਉਂਕਿ ਉਹ ਚਾਹੁੰਦਾ ਤੁਸੀਂ ਫਸ ਜਾਓ ਫਿਕਸ ਰੇਟ ਉੱਤੇ। ਮੈਂ ਸਿੰਪਲ ਪਾਲਿਸੀ ਬਣਾਈ ਹੋਈ ਹੈ, ਜੋ बैंक ਦਾ ਲੈਟਰ ਤੁਹਾਨੂੰ ਆਂਦਾ ਆਫਰ ਕਰਦਾ ਉਹਦਾ ਉਲਟਾ ਕਰੋ, ਗੱਲ ਖਤਮ। बैंक ਤੁਹਾਡੇ ਬੈਨੀਫਿਟ ਵਾਸਤੇ ਨਹੀਂ ਕਰ ਰਿਹਾ, ਆਪਣੇ ਬੈਨੀਫਿਟ ਵਾਸਤੇ ਕਰ ਰਿਹਾ ਹੈਗਾ। ਉਹ ਵਕਤ ਸੀਗਾ बैंक ਕਹਿੰਦਾ ਸੀ ਵੇਰੀਏਬਲ ਇੰਨਾ ਸਸਤਾ ਹੋ ਗਿਆ, ਤੁਹਾਨੂੰ ਪ੍ਰਾਈਮ -1 ਦੇ ਦਿਆਂਗੇ, ਪ੍ਰਾਈਮ -1 ਦੇ ਦਿਆਂਗੇ, ਬੰਦਿਆਂ ਨੇ ਲੈ ਲਿਆ। ਹੁਣ ਕੀ ਹੋ ਗਿਆ,
6.2 ਉਹਨਾਂ ਨੂੰ ਇੰਟਰਸਟ ਦੇਣਾ ਪੈ ਰਿਹਾ। ਅੱਜ ਪ੍ਰਾਈਮ ਕੀ ਹੋ ਗਿਆ 5.4, ਅੱਜ ਫਿਕਸ ਕੀ ਹੋ ਗਿਆ 5.4। ਉਹ ਤੁਹਾਨੂੰ ਲਾਲਚ ਦੇ ਰਿਹਾ, ਦੇਖੋ ਜੀ ਤੁਹਾਨੂੰ ਫਿਕਸ ਅਸੀਂ ਬਹੁਤ ਸਸਤਾ ਦੇ ਰਹੇ ਹਾਂ, ਅੱਜ ਤੁਹਾਨੂੰ ਸਸਤਾ ਲੱਗ ਰਿਹਾ ਹੈ, 5 ਮਹੀਨੇ ਬਾਅਦ ਸਸਤਾ ਨਹੀਂ ਲੱਗੇਗਾ। ਮੈਂ ਹਮੇਸ਼ਾ ਬੈਂਕ ਜਿਹੜਾ ਆਫਰ ਕਰਦਾ ਉਸ ਤੋਂ ਉਲਟਾ ਬੋਲਣਾ, ਮੈਨੂੰ ਇਹ ਕੀ ਦੇਗਾ ਮੈਨੂੰ ਦੱਸ। ਉਹ ਇਰੀਟੇਟ ਹੋ ਕੇ ਮੇਰੇ ਨਾਲ ਗੱਲ ਹੀ ਨਹੀਂ ਕਰਦੇ, ਗੱਲ ਕਰਨਾ ਹੀ ਬੰਦ ਕਰ ਦਿੰਦੇ ਨੇ ਮੈਨੂੰ। ਜੀ ਜੀ ਵੈਸੇ ਪੀਕੇ ਜੀ ਇੱਕ ਚੀਜ਼ ਮੈਂ ਉਹਨਾਂ ਦੀ ਸ਼ਿਰਵੀਰ ਜੀ ਜਿਹੜੇ ਸ਼ਰਨ ਨੇ ਕੁਐਸਚਨ ਪੁੱਛਿਆ, ਮੈਂ ਪੀਕੇ ਜੀ ਤੋਂ ਇੱਕ ਵਾਰੀ ਦੁਬਾਰਾ ਪੁੱਛਣਾ ਚਾਹਾਂਗਾ ਕੁਐਸਚਨ। ਪੀਕੇ ਜੀ ਤੁਸੀਂ ਕੀ ਸੋਚਦੇ ਹੋ ਕਿ ਹੁਣ ਜਦੋਂ ਮਾਰਕੀਟ ਦੁਬਾਰਾ ਰਿਵਾਈਵ ਸ਼ੁਰੂ ਹੋਵੇਗੀ, ਜਿਹੜੇ ਸਪੈਕੂਲੇਟਰ ਨੇ ਉਹ ਬਾਹਰ ਹੋ ਜਾਣਗੇ, ਰਾਈਟ? ਜਿਹੜੇ ਸਪੈਕੂਲੇਟਰ ਪਹਿਲਾਂ ਸੀ, ਤਾਂ ਫਸਟ ਟਾਈਮ ਹੋਮ ਬਾਇਰ ਨੂੰ ਉਹਨਾਂ ਨਾਲ ਬੈਨੀਫਿਟ ਨਹੀਂ ਹੋਏਗਾ ਕਿਉਂਕਿ ਸਪੈਕੂਲੇਸ਼ਨ ਤਾਂ ਬਾਹਰ ਹੋ ਗਈ। ਸਪੈਕੂਲੇਸ਼ਨ ਬਾਹਰ ਇਨਵੈਸਟਰ ਦੇ ਉੱਤੇ ਝਟਕਾ ਅਸਰ ਲੱਗਿਆ ਹੋਇਆ, ਉਹਦਾ ਵੀ ਬੈਨੀਫਿਟ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਕਿ ਫਸਟ ਟਾਈਮ ਬਾਹਰ ਨੂੰ ਹੋਏਗਾ, ਕਿਉਂਕਿ ਜਿਹੜਾ Airbnb ਦੇ ਉੱਤੇ ਜਿਹੜਾ ਪਾ ਰਹੇ ਨੇ ਇਸ ਵਾਰ ਰਿਸਟ੍ਰਿਕਸ਼ਨ ਵਿਰਬੋ VRBO ਐਂਡ Airbnb ਇਹਨਾਂ ਦਾ ਜਿਹੜਾ ਝਟਕਾ ਪਾ ਰਹੇ ਨੇ, ਉਹ ਜਿਹੜਾ ਲੱਗਦਾ ਹੈ ਉਹਦਾ ਬੈਨੀਫਿਟ ਵੀ ਹੋਏਗਾ ਫਸਟ ਟਾਈਮ ਬਾਹਰ ਨੂੰ। ਜੀ ਜੀ ਬਿਲਕੁਲ। ਹਾਂਜੀ ਤੁਸੀਂ ਆਉਂਦੇ ਰਹੋ ਜੀ। ਨੈਕਸਟ ਕਾਲ ਜੀ ਕਮਲ ਜੀ, ਤੁਸੀਂ ਆਉਂਦੇ ਰਹੋ। ਕਮਲ ਜੀ ਗੋ ਹੈਡ। ਹਾਂਜੀ ਸਤਿ ਸ਼੍ਰੀ ਅਕਾਲ ਜੀ ਜਦਵੀਰ ਜੀ, ਸਤਿ ਸ਼੍ਰੀ ਅਕਾਲ ਮੁੰਗਾ ਜੀ, ਸਰਦਾਰ ਸਾਹਿਬ। ਮੈਂ ਤਾਂ ਕੁਐਸਚਨ ਪੁੱਛਣਾ ਜੀ ਵੀ ਤੁਹਾਡੇ ਹਿਸਾਬ ਨਾਲ ਤੁਸੀਂ ਬਿਜ਼ਨਸ ਦੇ ਵਿੱਚ ਇਕਨੋਮੀ 'ਚ ਇੰਟਰਸਟ ਰੱਖਦੇ ਸਾਰੇ, ਵੀ ਇੰਟਰਸਟ ਰੇਟ ਕਿੰਨਾ ਹੋਣਾ ਚਾਹੀਦਾ ਆ, ਜਿਹੜਾ ਵਾਜਿਬ ਇੰਟਰਸਟ ਰੇਟ ਇਕਨੋਮੀ ਦੇ ਵਿੱਚ ਕਿੰਨਾ ਹੋਣਾ ਚਾਹੀਦਾ? 10%, 4%, 5%? ਸਰ ਐਕਚੁਅਲੀ ਕੀ ਹੈ ਜੀ, ਸਾਡਾ ਜਿਹੜਾ ਪ੍ਰਾਈਮ ਹੋਣਾ ਚਾਹੀਦਾ ਵਾਜਿਬ ਜਿਹੜਾ ਉਹ 4.5% ਦੇ ਕਰੀਬ ਹੋਣਾ ਚਾਹੀਦਾ। 4.5%? ਹਾਂਜੀ ਠੀਕ ਹੈ ਜੀ। 4.5% ਦੇ ਕਰੀਬ। ਸੋ ਜਿਹਦੇ ਮੈਂ ਕਹਾਂਗਾ ਇਨਫਲੇਸ਼ਨ +2 ਇਹਨਾਂ ਦੀ ਗੱਲ 4.5 ਪੂਰੀ ਠੀਕ ਰਹਿੰਦੀ, ਪੂਰੀ ਠੀਕ ਨਿਕਲਦੀ ਹੈ। ਫਿਰ ਇਹਦਾ ਮਤਲਬ ਜੀ ਆਉਣ ਵਾਲੇ ਫਿਊਚਰ ਦੇ ਵਿੱਚ ਇਹ 4% ਤੋਂ ਤਾਂ ਘੱਟ ਹੀ ਨਹੀਂ ਸਕਦੇ। ਜੇ ਇਨਫਲੇਸ਼ਨ 3% ਦਾ 2% ਹੋ ਗਿਆ ਤਾਂ 5%, ਫਿਰ ਤਾਂ ਸਹੀ ਹੈ ਇੰਟਰਸਟ ਰੇਟ। ਇੰਟਰਸਟ ਗਲਤ ਹੈ ਹੀ ਨਹੀਂ ਸੀ ਜੀ, ਸਾਨੂੰ ਆਦਤ ਪਈ ਸੀ ਫ੍ਰੀ ਖਾਣ ਦੀ ਅਸਲ ਵਿੱਚ। ਅੱਛਾ ਉਤੋਂ ਕੀਮਤਾਂ ਵੱਧ ਗਈਆਂ ਨਹੀਂ ਜ਼ਿਆਦਾ, ਔਰ ਉਹ ਇੰਟਰਸਟ ਬੜਾ ਮਹਿੰਗਾ ਪੈਂਦਾ। ਪਹਿਲੇ ਜਿਹੜਾ ਸੀਗਾ ਉਹ ਪਹਿਲੇ ਸਾਨੂੰ 6%, 7%, 8% 2001, 2002 ਦੇ ਅੰਦਰ ਬੜਾ ਸੂਟ ਕਰਦਾ ਸੀ, ਕਿਉਂਕਿ ਪ੍ਰਾਪਰਟੀ ਕੀਮਤ 4 ਲੱਖ, 4.5 ਲੱਖ, 5 ਲੱਖ ਸੀਗੀ। ਅੱਜ ਉਹ ਪ੍ਰਾਪਰਟੀ 1.5 ਮਿਲੀਅਨ ਦੀ ਹੋਈ ਪਈ ਹੈ। ਹੁਣ ਇੰਟਰਸਟ ਬੜਾ ਮਹਿੰਗਾ ਸਾਨੂੰ ਲੱਗ ਰਿਹਾ, ਹੁਣ ਤੁਹਾਨੂੰ ਖਾਣ ਨੂੰ ਪੈਂਦਾ ਇੰਟਰਸਟ। ਹਾਂਜੀ ਇਹਦਾ ਮਤਲਬ ਹੁਣ ਜਾਇਜ਼ ਜੋ ਇੰਟਰਸਟ ਰੇਟ ਹੁਣ ਹੈਗਾ ਬੇਸਿਕਲੀ ਜਾਇਜ਼ ਹੀ ਹੈ, ਇਹਨੂੰ 0.5% ਵੱਧ ਘੱਟ ਇੱਥੇ ਕੀ ਇਕਨੋਮੀ ਖੜੂਗੀ? ਨਹੀਂ ਜਾਇਜ਼ ਨਹੀਂ ਹੈ ਸਰ ਇਸ ਵਾਰ। ਨੋ ਅਸੀਂ ਦੋ ਗੱਲਾਂ ਮਿਕਸ ਕਰ ਰਹੇ ਹਾਂ। ਅਸੀਂ ਓਵਰਨਾਈਟ ਨੂੰ ਪ੍ਰਾਈਮ ਨਾਲ ਮਿਕਸ ਕਰ ਰਹੇ ਹਾਂ। ਅਸੀਂ ਓਵਰਨਾਈਟ ਦੀ ਗੱਲ ਕਰ ਰਹੇ ਹਾਂ। ਪ੍ਰਾਈਮ ਹੈਗਾ ਜਿਹੜਾ ਸਾਰਾ 4, 4.5 ਹੋਣਾ ਚਾਹੀਦਾ, ਇਹ ਗੱਲ ਕਰ ਰਹੇ ਨੇ ਮੋਗਾ ਸਾਹਿਬ, ਔਰ ਮੈਂ ਵੀ ਇਹ ਗੱਲ ਕਰ ਰਿਹਾ। ਜਿਹਦੇ ਨਾਲ ਇਕਨੋਮੀ ਵੀ ਬੈਟਰ ਚੱਲਦੀ ਆ, ਤੁਹਾਡਾ ਟ੍ਰੇਡ ਵੀ ਬੈਟਰ ਚੱਲਦਾ, ਲੋਕਾਂ ਦੀ ਮੌਰਗੇਜ ਵੀ ਬੈਟਰ ਚੱਲਦੀ, ਸਾਰਾ ਕੁਝ ਬੈਟਰ ਚੱਲਦਾ। ਠੀਕ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹਾਂਗਾ ਇਹਦੇ ਉੱਤੇ ਕਿ ਹੁਣੇ ਲੇਟੈਸਟ ਜਿਹੜੀ ਨਿਊਜ਼ ਆਈ ਹੈਗੀ ਕਿ ਲੋਕਾਂ ਨੇ ਬਿਹੇਵ ਕਰਨਾ ਸ਼ੁਰੂ ਕਰਤਾ ਹੈਗਾ ਟੂ ਸੇਵ ਮਨੀ। ਪੈਸਾ ਕਿਸ ਤਰ੍ਹਾਂ ਬਚਾਉਣਾ ਹੈਗਾ, ਇਹਦੇ ਉੱਤੇ ਲੋਕਾਂ ਨੇ ਬਹੁਤ ਜ਼ਬਰਦਸਤ ਜਿਹੜਾ ਹੈਗਾ ਸ਼ੁਰੂ ਕਰਤਾ ਹੈਗਾ ਕਿ ਲੋਕਾਂ ਨੂੰ ਹੁਣ ਪਤਾ ਚੱਲ ਗਿਆ ਹੈਗਾ। ਕੁਆਟਰ 3 ਦੇ ਅੰਦਰ ਡਬਲ ਹੋ ਗਿਆ ਲੋਕਾਂ ਨੇ ਪੈਸੇ ਬਚਾਉਣ ਦਾ। 2015 ਤੋਂ ਲੈ ਕੇ 2019 ਦੇ ਅੰਦਰ ਜੋ ਪੈਸਾ ਬਚਾਉਂਦੇ ਸੀ, ਹੁਣ ਪੈਸਾ ਸੇਵ ਕਰਨ ਦੀ ਰਫ਼ਤਾਰ ਡਬਲ ਹੋ ਚੁੱਕੀ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕ੍ਰਾਈਸਿਸ ਆ ਰਿਹਾ ਹੈ, ਰਿਸੈਸ਼ਨ ਸਿਰ ਤੇ ਚੜਿਆ ਹੋਇਆ ਹੈਗਾ, ਔਰ ਇੰਟਰਸਟ ਰੇਟ ਘਟਣ ਦਾ ਔਰ 6-7 ਮਹੀਨੇ ਪਏ ਨੇ, ਔਰ ਬੜਾ ਕਲੀਅਰ ਆ ਗਿਆ ਹੈ। ਰਿਪੋਰਟ ਡਜ਼ਾਰਡੀਨ ਦੀ ਰਿਪੋਰਟ ਆਈ ਸੀਗੀ, ਕੈਨੇਡੀਅਨਸ ਆਰ ਸਪੈਂਡਿੰਗ ਲੈਸ ਟੂ ਸੇਵ ਮੋਰ। ਇੱਕ ਆਦਤ ਪੈ ਗਈ, ਮਤਲਬ ਕਿ ਮਾਰ ਖਾ ਕੇ ਸਿੱਖਣ ਵਾਲੀ ਗੱਲ ਹੋ ਗਈ। ਹਾਂ ਹੁਣ ਸਮਝ ਆ ਗਈ ਕਿ ਕਿਸ ਤਰ੍ਹਾਂ ਤੁਸੀਂ ਸੇਵਿੰਗ ਕਰਨੀ ਹੈਗੀ। ਐਂਗਜ਼ਾਇਟੀ ਜਿਹੜੀ ਖਰਾਬ ਕੀਤੀ ਹੈ ਜੀ ਬੇਸਿਕਲੀ ਇਹ ਵੀ ਜਿਹੜਾ ਸਾਨੂੰ ਬੈਨੀਫਿਟ ਸੀ ਉਹਦੀ ਥਾਂ ਤੇ ਅਸੀਂ ਆਪਣੀ ਆਦਤਾਂ ਖਰਾਬ ਕਰ ਲਿਆ ਹੁਣ। ਸਰ ਉਹ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੱਸਦੇ ਸੀ ਨਾ, ਸੇਵ ਫॉर द रेनी डे, ਉਹ ਕਹਾਣੀ ਖਤਮ ਹੋ ਗਈ ਹੈ। ਇਹ ਸੇਵ ਫॉर द रेनी डे ਨਹੀਂਗਾ, ਦਾਰੂ ਖੋਲ ਲੋ ਫॉर द रेनी डे ਹੋ ਗਿਆ, ਬੋਤਲ ਖੋਲ ਲਈ ਹੈ। ਹਾਂ ਤੇ ਹੁਣ ਜਿਹੜੀ ਮਾਰ ਖਾਈ ਹੈ ਨਾ, ਇਹਦੇ ਅੰਦਰ ਇਹਨਾਂ ਦੀ ਜਿਹੜੀ ਰਫ਼ਤਾਰ ਦੇਖੋ, ਮੈਂ ਤੁਹਾਨੂੰ ਦੱਸਾਂ ਟਰਮ ਡਿਪੋਜ਼ਿਟ ਬੈਂਕਾਂ ਦੇ ਅੰਦਰ 40% ਵੱਧ ਗਿਆ। ਕਿੰਨੀ ਖੁਸ਼ੀ ਦੀ ਗੱਲ ਹੈ। ਹਾਂਜੀ ਪੈਸੇ ਸੇਵ ਹੋ ਗਏ ਜੀ। ਹਾਂ 175 ਬਿਲੀਅਨ ਡਾਲਰ ਹੈਗਾ ਜਿਹੜਾ ਲੋਕਾਂ ਨੇ ਸੇਵਿੰਗ ਕਰਨੀ ਸ਼ੁਰੂ ਕਰਤੀ ਹੈ ਫॉर द रेनी डे। ਇਹ ਮਾਰ ਖਾਣ ਦੇ ਬਾਅਦ ਇਹ ਮਾਰ ਪੈਣੀ ਵੀ ਕਈ ਵਾਰ ਜ਼ਰੂਰੀ ਹੁੰਦੀ ਹੈ ਸਰ, ਮੇਰੇ ਖਿਆਲ ਨਾਲ। ਘਰ ਦੇ ਅੰਦਰ ਪਿਓ ਕਈ ਵਾਰ ਡਾਂਟ ਦਿੰਦਾ ਨਾ, ਇੰਡੀਆ ਤੇ ਥੱਪੜ ਕੀ ਡੰਡਾ ਮਾਰ ਦਿੰਦਾ ਸੀਗਾ ਤੇ ਅਸੀਂ ਦੌੜ ਜਾਂਦੇ ਸੀਗੇ। ਇੱਥੇ ਤਾਂ ਡਾਂਟ ਹੀ ਨਹੀਂ ਸਕਦੇ। ਇਹ ਡਾਂਟ ਜਿਹੜੀ ਬਜ਼ੁਰਗਾਂ ਕੋਲੋਂ ਪੈਂਦੀ ਹੈ ਨਾ ਕਈ ਵਾਰ, ਉਹ ਤੁਹਾਨੂੰ ਸਿਖਾ, ਉਹ ਗਲਤ ਨਹੀਂ ਹੁੰਦੀ, ਉਹ ਸਿਖਾ ਦਿੰਦੀ ਹੈ ਤੁਹਾਨੂੰ ਕਿ ਹਾਂ ਬਾਜ ਆ ਜਾ, ਆਪਣੇ ਆਪ ਨੂੰ ਸੰਭਾਲ ਲੈ। ਇੱਕ ਚੀਜ਼ ਹੋਰ ਹੈ ਨਾ ਸਰ, ਦੇਖੋ ਇੱਥੇ ਇੱਕ ਛੋਟੀ ਜਿਹੀ ਚੀਜ਼ ਐਡ ਕਰ ਦੇਵਾਂ ਮੈਂ। ਅਸੀਂ ਕੋਵਿਡ ਤੋਂ ਪਹਿਲਾਂ 2020 ਮਾਰਚ ਤੋਂ ਪਹਿਲਾਂ ਸਾਡਾ ਪ੍ਰਾਈਮ ਰੇਟ ਜਿਹੜਾ ਸੀਗਾ 3.75 ਸੀਗਾ। 3.75 ਤਾਂ ਉਸ ਲਈ ਸੀਗਾ ਸਾਡਾ ਸਰ, ਉਸ ਲਈ 3 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਅਸੀਂ, 3.5 ਸਾਲ ਪਹਿਲਾਂ ਦੀ। ਅਸੀਂ ਸਾਰਾ ਕੁਝ ਹੀ ਭੁੱਲ ਗਏ ਕਿ ਅਸੀਂ 4% ਦੇ ਕਰੀਬ ਪ੍ਰਾਈਮ ਸਾਡਾ ਪਹਿਲਾਂ ਹੀ ਬੈਠਾ ਹੋਇਆ ਸੀਗਾ। ਹਾਂ ਸੋ ਅਸੀਂ 4.5% ਇੱਕ ਲੈ ਕੇ ਚੱਲ ਰਹੇ ਹਾਂ। ਹੋ ਸਕਦਾ ਹੈ 5 ਤੇ ਆ ਕੇ ਰੁਕ ਜਾਣ ਥੋੜੇ ਦਿਨ ਵਾਸਤੇ, ਲੇਕਿਨ 4.5 ਤੇ ਵਾਪਸ ਲੈ ਕੇ ਆਉਣਗੇ। ਅਸੀਂ 2025 ਤੱਕ ਗੱਲ ਕਰ ਰਹੇ ਹਾਂ ਕਿ ਇਹ 5% ਓਵਰਨਾਈਟ, ਮਤਲਬ 3% ਓਵਰਨਾਈਟ, ਮਤਲਬ 5% ਪ੍ਰਾਈਮ ਉਹ 25 ਤੱਕ ਲੈ ਕੇ ਆਣਗੇ। ਲੇਕਿਨ 26 ਸਾਨੂੰ ਪੂਰੀ ਉਮੀਦ ਹੈ ਕਿ ਹੋਰ ਘਟੇਗਾ, 4.5 ਤੇ ਆਵੇਗਾ।
ਇਹ ਸਾਰੀਆਂ ਪ੍ਰੈਡਿਕਸ਼ਨ ਹੈਗੀਆਂ ਨੇ ਸਾਡੇ ਕੋਲ, ਲੇਕਿਨ 25 ਤੱਕ ਦਾ ਰਿਲੀਫ ਹੈ ਸਾਨੂੰ ਕਿ 5 ਤੇ ਵੀ ਆ ਜਾਵੇ ਤਾਂ ਰਿਲੀਫ ਹੈ, ਲੇਕਿਨ 4.5 ਤੇ ਇਹਨੇ ਆਣਾ ਹੀ ਆਣਾ ਹੈ ਵਾਪਸ ਬਾਅਦ ਚ, ਉਹ 26 ਜਾਵੇਗਾ। ਸਰ ਮੈਂ ਇੱਕ ਛੋਟੀ ਜੀ ਨਾ ਇੱਕ ਲਾਈਨ ਦੇ ਅੰਦਰ ਗੱਲ ਖਤਮ ਕਰਾਂਗਾ। ਇਪਸੋਸ ਦੀ ਰਿਪੋਰਟ ਆਈ ਹੈ, ਬੜੀ ਇੰਟਰਸਟਿੰਗ ਆਈ ਹੈ ਕਿ ਇਹ ਪਰਸਨਲ ਡੈਟ ਨਾ ਉਹਦੇ ਨਾਲ ਸਟ੍ਰੈਸ 77% ਵਧ ਗਿਆ ਲੋਕਾਂ ਦੇ ਅੰਦਰ, ਪਰਸਨਲ ਡੈਟ ਐਂਗਜ਼ਾਇਟੀ 72% ਵੱਧ ਚੁੱਕੀ ਹੈ। 72% ਲੋਕਾਂ ਨੇ ਜਿਹੜਾ ਹੈਗਾ ਘਰ ਦੇ ਅੰਦਰ ਰਹਿਣਾ ਸ਼ੁਰੂ ਕਰਤਾ, ਬਾਹਰ ਨਿਕਲਣਾ ਹੀ ਬੰਦ ਕਰਤਾ ਹੈ, ਘੱਟ ਕਰਤਾ ਹੈ, ਕਿਉਂਕਿ ਬਾਹਰ ਨਿਕਲਾਂਗੇ ਤੇ ਖਰਚਾ ਹੋ ਜਾਏਗਾ। ਸੋਸ਼ਲਾਈਜ਼ਿੰਗ 55% ਲੋਕਾਂ ਨੇ ਘੱਟ ਕਰਤੀ ਹੈ ਸਰ। ਫੈਮਿਲੀ ਇੱਕ ਦੂਜੇ ਨਾਲ ਮਿਲਣਾ 33% ਲੋਕਾਂ ਨੇ ਘੱਟ ਕਰਤਾ ਹੈ। ਉਹ ਕਹਿੰਦੇ ਕਰਾਂਗੇ ਤੇ ਖਰਚਾ ਨਾ ਹੋ ਜਾਏ, ਸਿਆਣਪ ਪੈ ਗਈ। ਹਰ ਫਰਾਈਡੇ ਨੂੰ ਬੋਤਲਾਂ ਖੁੱਲ ਰਹੀਆਂ ਨੇ, ਪਾਰਟੀਆਂ ਹੋ ਰਹੀਆਂ ਨੇ, ਰੋਜ਼ ਆ ਰਹੇ ਹੋ, ਠੀਕ ਹੈ, ਹਰ ਚੀਜ਼ ਠੀਕ ਹੈ, ਪਰ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਘਰੋਂ ਨਿਕਲਣਾ, ਦੌੜਨਾ, ਸੋਸ਼ਲਾਈਜ਼ਿੰਗ, ਵਿਗੜਨਾ ਅਲੱਗ, ਹਰ ਚੀਜ਼ ਇੱਕ ਢੰਗ ਨਾਲ ਹੋਈ ਚੰਗੀ ਹੁੰਦੀ ਹੈ। ਇਹ ਜਿਹੜਾ ਮੈਂ ਦੱਸ ਰਿਹਾ ਇਹ ਗਲਤ, ਇਹ ਵੀ ਗਲਤ ਹੈ ਕਿ ਤੁਸੀਂ ਫੈਮਿਲੀ ਦੇ ਅੰਦਰ ਵੀ ਮਿਲਣਾ ਘੱਟ ਕਰਤਾ ਹੈਗਾ 33% ਔਰ ਸੋਸ਼ਲਾਈਜ਼ਿੰਗ 55% ਘੱਟ ਗਈ। ਯਸ, ਇਹ ਐਕਸਟ੍ਰੀਮ ਹੋ ਜਾਂਦਾ ਹੈ, ਪਰ ਇਹ ਐਡਜਸਟ ਹੋ ਜਾਏਗਾ। ਇਹ ਸ਼ੋਅ ਕਰਦਾ ਹੈ ਕਿ ਲੋਕੀ ਕਿੰਨੀ ਵਰਿਡ ਨੇ, ਕਿੰਨਾ ਵਰਿਡ ਨੇ ਕਿ ਵੀ ਸਾਨੂੰ ਪੈਸਾ ਬਚਾਉਣਾ ਹੈ ਬੁਰੇ ਵਕਤ ਵਾਸਤੇ। ਉਹ ਤੁਹਾਨੂੰ ਇੱਕ ਗੱਲ ਦੱਸਦੇ ਹਾਂ, टॉप G7 कंट्री के अंदर बेस्ट फिगर आई है कनाडा के अंदर कि लोगों ने 40% अपने सेविंग्स ਵਧਾਤੀਆਂ। किसी कंट्री ਦਾ ਫਿਗਰ ਨਹੀਂ ਆਈ ਇੰਨੀ ਚੰਗੀ ਜੀ। ਅੱਛਾ, ਇਹਦੇ 'ਚ ਬਸ ਮੈਂ ਕੁਇਕਲੀ ਇੱਕ ਚੀਜ਼ ਐਡ ਕਰਦੇ ਹਾਂ ਕਿ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਨਾ, ਇਹਦੇ 'ਚ ਕਈ ਵਾਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜੀ ਅਸੀਂ ਘਰ ਦੇ ਵਿੱਚ ਖਰਚਾ ਕਿੰਨਾ ਕਰੀਏ। ਹੁਣ ਇਹਦਾ ਜਿਹੜਾ ਕੋਈ ਇੱਕ ਸਟੈਂਡਰਡ ਜਵਾਬ ਨਹੀਂ ਹੋ ਸਕਦਾ ਕਿ ਘਰ ਦੇ ਵਿੱਚ ਅਸੀਂ ਖਰਚਾ ਕਿੰਨਾ ਕਰੀਏ। ਜੇ ਘਰ ਦੀ ਇਨਕਮ 10,000 ਹੈ ਤੇ ਬੰਦਾ $5-7,000 ਖਰਚਾ ਕਰ ਲਏ, 8,000 ਖਰਚ ਕਰ ਲਏ, 2,000 ਸੇਵ ਕਰ ਲਏ ਤਾਂ ਚੰਗੀ ਗੱਲ ਹੈ। ਜੇ ਇਨਕਮ ਹੀ 5,000 ਹੈ ਤਾਂ ਫਿਰ ਬੰਦਾ 5-7,000 ਨਹੀਂ ਖਰਚ ਕਰਦਾ, ਉਹ ਤਾਂ ਫਿਰ ਕਰਜ਼ਾ ਲੈਣ ਵਾਲਾ ਕੰਮ ਹੋ ਜਾਏਗਾ। ਸਰ ਇੱਕ ਹੋਰ ਗੱਲ ਹੈ ਬੜੀ ਇੰਟਰਸਟਿੰਗ, ਦੂਜੇ ਪੁਆਇੰਟ ਨਾਲ ਲੈ ਲਓ, ਸਿਹਤ ਵੀ ਚੰਗੀ ਹੋ ਜਾਂਦੀ ਹੈ। ਸਰ ਮਾਸ, ਮੁਰਗਾ, ਮੀਟ, ਦਾਰੂ ਖਾ ਕੇ ਨਾ ਤੁਸੀਂ ਇੰਜੋਏ ਸੋਚ ਰਹੇ ਹੋ, ਪਰ ਸਿਹਤ ਦਾ ਸੱਤਿਆਨਾਸ਼ ਕਰ ਰਹੇ ਹੋ। ਸਰ ਬੜਾ ਮਜ਼ਾ ਆਉਂਦਾ ਜਦ ਕਈ ਵਾਰ ਆਪਣੀ ਵਾਈਫ ਨੂੰ ਕਹਿੰਦਾ ਮੂੰਗੀ ਦੇ ਚਾਵਲ ਤੇ ਨਾਲ ਪੁਦੀਨੇ ਵਾਲੀ ਚਟਨੀ ਤੇ ਪਿਆਜ਼, ਕਿੰਨਾ ਸਸਤਾ ਖਾਣਾ ਹੈ, ਸਿਹਤ ਵੀ ਵਧੀਆ, पेट भी साफ, तंदुरुस्त। सर यह चीज इनडायरेक्टली इज गुड, मतलब बंदा हमेशा ज्यादा और हैवी खा के मरदा है, भुखा और हल्का खा के उसकी सेहत चंगी रहती है, ऐसी भूल जाने। बिल्कुल इंटरमिटेंट फास्टिंग से आज गल हो रही है सर। बिल्कुल सही। दो टाइम खाना खाना, तीसरे टाइम का छड़ दियो बस। और ਦੇਖੋ ਇੱਕ ਚੀਜ਼ ਹੋਰ ਅਸੀਂ ਐਡ ਕਰ ਦਿੰਦੇ ਹਾਂ ਕਿ ਜਿਹੜਾ ਜਿੱਦਾਂ ਪੀਕੇ ਜੀ ਵੀ ਪਹਿਲਾਂ ਗੱਲ ਕਰ ਰਹੇ ਸੀ, ਜਿਹੜਾ ਓਵਰਨਾਈਟ ਮੈਂ ਗੱਲ ਕਰ ਰਿਹਾ ਓਵਰਨਾਈਟ ਲੈਂਡਿੰਗ ਰੇਟ ਦੀ, ਬੈਂਕ ਆਫ ਕੈਨੇਡਾ ਦੇ ਓਵਰਨਾਈਟ ਲੈਂਡਿੰਗ ਰੇਟ ਦੀ, ਜਿਹੜਾ ਕੀ ਇੰਟਰਸਟ ਰੇਟ ਸੀ ਨਾ ਜਦੋਂ ਕੋਵਿਡ 2020 ਚ ਆਇਆ, ਠੀਕ ਹੈ, 2020 ਤੋਂ ਬਾਅਦ ਅਸੀਂ ਜਾਣਦੇ ਹਾਂ 2021 ਚ ਰਿਕਵਰੀ ਸ਼ੁਰੂ ਹੋਈ, ਵੈਕਸੀਨਾਂ ਲੱਗਣੀਆਂ ਸ਼ੁਰੂ ਹੋ ਗਈਆਂ 2021 ਦੇ ਵਿੱਚ, ਤੇ 2021 ਐਂਡ ਤੱਕ ਜਾਂ ਜਨਵਰੀ 2022 ਤੱਕ ਓਵਰਨਾਈਟ ਲੈਂਡਿੰਗ ਰੇਟ ਜੇ 0.25 ਸੀਗਾ, ਉਹ ਉਹਨਾਂ ਹਾਲਾਤਾਂ ਦੇ ਮੁਤਾਬਿਕ ਠੀਕ ਸੀਗਾ, ਬਟ ਉਹ ਇੱਕ ਤਰ੍ਹਾਂ ਦੀ ਫ੍ਰੀ ਮਨੀ ਸੀਗੀ, ਉਹ ਹਾਲਾਤ ਲਈ ਠੀਕ ਸੀਗਾ, ਠੀਕ ਹੈ। ਸੋ ਇਸ ਲਈ ਇਹ ਕਹਿ ਦਿੰਦਾ ਕਿ ਜੀ ਕਿਸ ਟਾਈਮ ਇਹ ਡਿਪੈਂਡ ਕਰਦਾ ਵੀ ਇੰਟਰਸਟ ਰੇਟ ਕਿਹੜਾ ਠੀਕ ਹੈ, ਉਹ ਟਾਈਮ ਤੇ ਡਿਪੈਂਡ ਕਰਦਾ ਹੈ ਕਿ ਕੰਟਰੀ ਦੀ ਇਕੋਨਮੀ ਕਿੱਥੇ ਜਾ ਰਹੀ ਹੈ, ਇਨਫਲੇਸ਼ਨ ਕਿੱਥੇ ਹੈ, ਅਨਐਮਪਲੋਇਮੈਂਟ ਨੰਬਰ ਕੀ ਹੈ, ਕੋਈ ਨੈਚੁਰਲ ਡਿਜ਼ਾਸਟਰ ਤਾਂ ਨਹੀਂ ਆਇਆ ਕੋਵਿਡ ਵਰਗਾ, ਕੋਈ ਦੁਨੀਆ ਦੇ ਵਿੱਚ ਕੋਈ ਵਰਲਡ ਵਾਰ ਤਾਂ ਨਹੀਂ ਲੱਗੀ ਹੋਈ, ਇਹ ਸਾਰੇ ਫੈਕਟਰ ਦੇਖ ਕੇ ਫਿਰ ਅਸੀਂ ਕਰਦੇ। ਉਹ ਉਹਨਾਂ ਹਾਲਾਤਾਂ ਲਈ ਠੀਕ ਸੀਗਾ। ਜਦ ਹੁਣ ਰਿਕਵਰ ਹੋਣਾ ਸ਼ੁਰੂ ਹੋ ਗਿਆ 2022, ਫਿਰ 0.25 ਤਾਂ ਫ੍ਰੀ ਮਨੀ ਆ, 1% ਇਜ਼ ਆਲਸੋ ਫ੍ਰੀ ਮਨੀ, 2% ਆਲਸੋ ਫ੍ਰੀ ਮਨੀ। ਹੁਣ ਜਿਹੜਾ ਇਹਨਾਂ ਨੇ ਲਿਜਾ ਕੇ ਸਿੱਧਾ ਹੀ 10 ਇਨਕਰੀਜ਼ ਕਰਕੇ 5% ਤੇ ਕਰ ਦਿੱਤਾ ਹੈ, ਮੇਰੀ ਨਜ਼ਰੀਏ ਦੇ ਵਿੱਚ ਅੱਜ ਦੇ ਹਾਲਾਤਾਂ ਦੇ ਨਹੀਂ, ਮੈਂ ਤਾਂ 6 ਮਹੀਨੇ ਦਾ ਇਹ ਗੱਲ ਕਰ ਰਿਹਾ, ਇਹ 6 ਮਹੀਨੇ ਪਹਿਲਾਂ ਤੋਂ ਹੀ ਇਹ ਗਲਤ ਹੈ 5%। ਇਹ ਅੱਜ ਦੇ ਜੋ ਹਾਲਾਤ ਚੱਲ ਰਹੇ ਨੇ, ਇਹ ਇਹਨਾਂ ਨੂੰ ਅਗਲੇ ਸਾਲ ਫਟਾਫਟ ਇਹਨੂੰ 4 ਤੇ ਲੈ ਜਾਣ, ਉਸ ਤੋਂ ਬਾਅਦ 3.5 ਔਰ 3 ਤੇ, ਇਹ ਮਤਲਬ ਦਸੰਬਰ 2025 ਤੋਂ ਪਹਿਲਾਂ ਇਹ 5% ਨੂੰ 3% ਤੇ ਲੈ ਜਾਣ ਅਗਲੇ 18 ਤੋਂ 24 ਮਹੀਨਿਆਂ ਦੇ ਵਿੱਚ। ਉਹ ਅੱਜ ਦੇ ਹਾਲਾਤ ਦੇ ਹਿਸਾਬ ਨਾਲ, ਔਰ ਜੋ ਅਸੀਂ ਦੇਖੋ ਅੱਜ ਸਾਡੇ ਕੋਲ 2024 ਦੀ ਇਕੋਨਮੀ ਦੇ ਨੰਬਰ ਵੀ ਹੈਗੇ ਨੇ, GDP ਗਰੋਥ ਕਿੱਥੇ ਹੋਏਗੀ, ਅਨਐਮਪਲੋਇਮੈਂਟ ਅਸੀਂ ਦੇਖ ਰਹੇ ਹਾਂ ਕਿੱਥੇ ਆ, ਸੋ ਉਹਦਾ ਹਾਲਾਤ ਦੇ ਹਿਸਾਬ ਨਾਲ ਅੱਜ ਅਗਲੇ 2 ਸਾਲ ਤੱਕ ਦੀ ਅਸੀਂ ਪ੍ਰੈਡਿਕਸ਼ਨ ਕਰ ਸਕਦੇ ਹਾਂ ਕਿ ਜੇ 3% ਤੇ ਰੱਖਣ ਇਹ ਕੀ ਜਿਹੜਾ ਇੰਟਰਸਟ ਰੇਟ ਹੈਗਾ ਬੈਂਕ ਆਫ ਕੈਨੇਡਾ ਦਾ ਓਵਰਨਾਈਟ ਲੈਂਡਿੰਗ ਰੇਟ, ਤੇ ਉਹ ਠੀਕ ਹੋਏਗਾ। ਅਗਲੀ ਕਾਲ ਜੀ, ਹਾਂਜੀ ਨੈਕਸਟ ਕਾਲ, ਹਾਂਜੀ ਗੁਰਸ਼ਰਨ ਸਾਹਿਬ ਤੁਸੀਂ ਆਉਂਦੇ ਹੋ। ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਜਣਿਆਂ ਨੂੰ। ਸਤਿ ਸ਼੍ਰੀ ਅਕਾਲ ਸਰ। ਪਿੱਛੇ ਜੀ ਆਪਣੇ ਲੈਂਡਲੋਰਡ ਤਾਂ ਵੈਸੇ ਨਾ ਹੀ ਆ ਮੋਹਰੇ ਰੱਖਿਆ ਹੈ ਨਹੀਂ, ਇਹ ਟੈਨੈਂਟ ਬੋਰਡ ਜਿਹੜਾ ਹੈਗਾ ਇਹਨੂੰ ਪਲੀਜ਼ ਕਿਸੇ ਤਰ੍ਹਾਂ ਕਹਿ ਕੇ ਸਹੀ ਕਰਾਓ। ਮੈਨੂੰ ਜਾਣਨ ਵਾਲੇ 2 ਬੰਦੇ ਸੀਗੇ, ਉਹ ਵਿਚਾਰਿਆਂ ਨੇ ਘਰ ਲੈ ਲਏ, ਮੁੰਡੇ ਜੇ ਜੰਗ 24 25 ਸਾਲ ਦੇ, ਇਹ ਰੈਂਟ ਨੇ ਉਹਨਾਂ ਨੂੰ ਰੈਂਟਲਾਂ ਨੇ ਇੰਨਾ ਤੰਗ ਕੀਤਾ, ਉਹ $5,000 ਉਹਨਾਂ ਦੀ $5500 ਮੌਰਗੇਜ ਰਾਈਟ। 9 ਮਹੀਨਿਆਂ ਬਾਅਦ ਉਹਨਾਂ ਦੀ ਡੇਟ ਆਈ, ਜੱਜ ਕਹਿੰਦਾ ਵੀ ਮੇਰੇ ਕੋਲ ਅੱਜ ਬਹੁਤ ਜ਼ਿਆਦਾ ਟਾਈਮ ਹੈ ਨੀਗਾ, ਗਾਂ 5 ਮਹੀਨੇ ਦੀ ਫੇਰ ਡੇਟ ਦੇ ਦਿੱਤੀ ਆ। ਮੈਨੂੰ ਦੱਸੋ ਵੀ ਉਹ
ਜਿਹੜੇ ਬੰਦੇ $5500 ਕਿਸ਼ਤ ਭਰਦੇ ਆ ਉਹਨਾਂ ਪ੍ਰਾਪਰਟੀਆਂ ਦੀ, ਉਹ ਇਹ ਜਿਹੜੇ 13 ਮਹੀਨਿਆਂ 'ਚ ਅਜੇ ਪਤਾ ਨਹੀਂ ਕਦੋਂ ਨੂੰ ਨਿਕਲਣਾ, ਉਹਨਾਂ ਨੂੰ ਕੇਸ ਟੈਕਸ ਦੇ ਵਿੱਚ ਉਹ ਕਲੇਮ ਕਰ ਸਕਦੇ ਆ। ਇਹ ਘਾਟਾ ਕਿੱਦਾਂ ਜਰਨਗੇ? ਚਲੋ ਉਹਨਾਂ ਦੋਹਾਂ ਜਾਣੇ ਦੀ ਜੌਬ ਥੋੜੀ ਗੁੱਡ ਸੀਗੀ, ਕੋਈ ਆਮ ਬੰਦਾ ਇਦਾਂ ਦੇ ਅੜਿੱਕੇ 'ਚ ਆ ਜਾਂਦਾ ਤਾਂ ਫਿਰ ਉਹਨੂੰ ਤਾਂ ਬੈਂਕਰਪਸੀ ਕਰਨੀ ਪਊਗੀ। ਲਾਸਟ ਟਾਈਮ ਆਪਣੇ ਮੁੰਗਾ ਸਾਹਿਬ ਨਹੀਂ ਕਹਿੰਦੇ ਸੀਗੇ ਬਈ ਸਿਟੀ ਜਾਂ ਗੌਰਮੈਂਟ ਬੰਦਿਆਂ ਨੂੰ ਪ੍ਰਾਪਰਟੀ ਚੋਂ ਬਾਹਰ ਵੀ ਨਹੀਂ ਕੱਢ ਸਕਦੀ, ਠੰਡ ਦਾ ਟਾਈਮ ਆ, ਵਾਟ ਐਵਰ ਜੋ ਵੀ ਹੈਗਾ, ਪਰ ਉਹਨਾਂ ਦੇ ਉੱਤੇ ਤਾਂ ਤੁਸੀਂ ਆ ਜਿਹੜੀ ਡਾਂਟ ਦੀ ਗੱਲ ਕਰਦੇ ਆ, ਇਹ ਜਿਹੜਾ ਲੈਂਡਲੋਰਡ ਟੈਨੈਂਟ ਬੋਰਡ ਜਿਹੜਾ ਉਹਨਾਂ ਦੇ ਡਾਂਗ ਮਾਰਦਾ ਆ, ਇਹ ਤਾਂ ਉਹਦੇ ਕਹਿਣ ਕੋਈ ਪਹਿਲੀ ਡਾਂਗ ਦੇ ਨਾਲ ਹੀ ਮਰਨੇ ਵਾਲਾ ਬੰਦਾ ਹੋ ਜਾਂਦਾ। ਹੁਣ 14 ਮਹੀਨੇ ਕਿੱਦਾਂ ਪੇ ਕਰੂਗਾ ਉਹ ਬੰਦਾ? ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਛੋਟਾ ਜਿਹਾ। ਮੇਰੇ ਕੋਲ ਬਹੁਤ ਕੇਸ ਇਹੋ ਜਿਹੇ ਆਉਂਦੇ ਨੇ। ਸਾਡਾ ਇਨ ਹਾਊਸ ਲੈਂਡਲੋਰਡ ਟੈਨੈਂਟ ਇਸ਼ੂ ਦੀ ਸਾਡੇ ਕੋਲ ਲਾਇਰ ਹੈਗੀ, ਪੈਰਾਲੀਗਲ ਹੈਗੀ, ਉਹ ਹੈਂਡਲ ਕਰਦੀ ਹੈ। ਸਾਡੇ ਕੋਲ ਇਨ ਹਾਊਸ ਲਾਇਰ ਹੈਗਾ। ਮੇਰਾ ਕੋਈ ਵੀ ਕਿ ਟੈਨੈਂਟ ਕਿਉਂ ਨਹੀਂ ਹੁਣ ਤੱਕ ਖਰਾਬ ਹੋਇਆ? ਲੋਕਾਂ ਦੇ ਕਿਉਂ ਹੁੰਦੇ ਨੇ? ਪਤਾ ਕੀ ਪ੍ਰੋਬਲਮ ਆਉਂਦੀ ਹੈ ਸਰ, ਉਹ ਜਿਹੜਾ ਲੈਂਡਲੋਰਡ ਜਦ ਕਿਰਾਏ ਤੇ ਚੜਾਉਂਦਾ ਨਾ, ਮੇਰੇ ਤੋਂ ਜ਼ਿਆਦਾ ਸਿਆਣਾ ਕੋਈ ਹੈ ਹੀ ਨਹੀਂ। ਮੈਂ ਐਵੇਂ ਕਿਸੇ ਰੀਅਲਟਰ ਨੂੰ ਵਿੱਚ ਲਿਆਵਾਂ ਜਾਂ ਮੈਂ ਐਵੇਂ ਕਿਸੇ ਲਾਇਰ ਨੂੰ ਪੜਾਵਾਂ, ਮੈਂ ਐਵੇਂ 1000-2000 ਫੀਸ ਦੇ ਦਿਆਂ, ਮੈਂ ਖੁਦ ਸੰਭਾਲ ਲਾਂਗਾ। ਸਰ ਜਿਸ ਵਕਤ ਘਰ 15 ਦਿਨ 20 ਦਿਨ 25 ਦਿਨ ਖਾਲੀ ਰਹਿੰਦਾ ਨਾ, ਤੇ ਜਿਹੜੇ ਤੁਹਾਨੂੰ ਬੰਦੇ ਪਸੰਦ ਨਹੀਂ ਹੈਗੇ ਉਹ ਵੀ ਤੁਹਾਨੂੰ ਚੰਗੇ ਲੱਗਣ ਲੱਗ ਪੈਂਦੇ ਨੇ, ਕਿਉਂਕਿ ਮੇਰਾ ਘਰ ਖਾਲੀ ਲੱਗ ਰਿਹਾ। ਉਹ ਤੁਹਾਡਾ ਟਾਈਮ ਆ ਜਾਂਦਾ ਥੱਲੇ ਗਿਰਨ ਦਾ। ਉਹ ਤੁਹਾਨੂੰ ਐਗਜ਼ਾਮਪਲ ਦੇਣਾ, ਹੁਣ ਇੱਕ ਮੇਰੇ ਕੋਲ ਕੇਸ ਆਇਆ ਜਿਹਦੇ ਅੰਦਰ ਉਹ ਕਹਿੰਦਾ ਜੀ ਓਰੀਜਨਲ ਟੈਨੈਂਟ ਹੈ ਹੀ ਨਹੀਂ ਔਰ 2 ਬੰਦੇ ਹੋਰ ਰਹਿ ਰਹੇ ਨੇ ਇਹਦੇ ਅੰਦਰ, ਤੇ ਉਹ ਨਿਕਲ ਹੀ ਨਹੀਂ ਰਹੇ। ਬੇਵਕੂਫੀ ਲੈਂਡਲੋਰਡ ਨੇ ਕੀਤੀ ਹੋਈ ਸੀਗੀ, ਕਿਉਂਕਿ ਕੀ ਹੋਇਆ, ਜਿਹੜੇ ਟੈਨੈਂਟ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਅਸੀਂ ਵੀ 2 ਆਪਣੇ ਸਾਥੀ ਹੋਰ ਲੈ ਕੇ ਆਣੇ ਨੇ ਤੇ ਸਾਨੂੰ ਰੱਖਣ ਦੀ ਇਜਾਜ਼ਤ ਦੇ ਦਿਓ। ਇਹਨਾਂ ਨੇ ਕਿਰਾਇਆ ਬੋਲਾ ਕਿੰਨਾ ਵਧੇਗਾ, ਉਹਨੇ ਕਿਹਾ $100 ਵਧਾ ਦਿੰਦੇ ਆ। ਇਹਨਾਂ ਨੇ $200 ਕਿਰਾਇਆ ਵਧਾਤਾ ਹੈ, ਬੜੇ ਖੁਸ਼ ਹੋ ਗਏ। ਔਰ ਜਿਹੜੇ 2 ਰੱਖੇ ਸੀ ਉਹਨਾਂ ਨੂੰ ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਇੰਪਲਾਇਮੈਂਟ ਚੈੱਕ ਨਹੀਂ, ਓਰੀਜਨਲ ਟੈਨੈਂਟ ਦੌੜ ਗਿਆ। ਹੁਣ ਤੁਸੀਂ ਇਹਨੂੰ ਕੱਢ ਨਹੀਂ ਸਕਦੇ ਕਿਉਂਕਿ ਤੁਸੀਂ ਲਿਖ ਕੇ ਦੇ ਦਿੱਤਾ ਕਿ ਜੀ ਤੁਹਾਡੇ ਇਹ 2 ਬੰਦੇ ਮੈਂ ਅਲਾਊ ਕਰਦੇ ਨੇ, ਹੁਣ ਇਹ ਤੁਹਾਡੇ ਟੈਨੈਂਟ ਬਣ ਗਏ। ਹੁਣ ਦੱਸੋ ਜੀ, ਉਹਨਾਂ ਕੋਲ ਇਨਕਮ ਨਹੀਂ ਹੈਗੀ, ਉਹਨਾਂ ਦਾ ਕ੍ਰੈਡਿਟ ਨਹੀਂ ਹੈਗਾ। ਫਸਣ ਦੀ ਗੱਲ ਕਿਹਨੇ ਕੀਤੀ ਹੈ? ਲੈਂਡਲੋਰਡ ਨੇ ਕੀਤੀ ਹੈ, ਟੈਨੈਂਟ ਨੇ ਕੀਤੀ ਹੈ। ਸਵਾਲ ਹੈਗਾ ਕਿ ਸਰ why the hell you allow without approving them, without checking everything? ਅਸੀਂ ਲੋਕ ਗਲਤੀਆਂ ਖੁਦ ਲੈਂਡਲੋਰਡ ਕਰ ਜਾਂਦੇ ਆ, ਬਾਅਦ ਵਿੱਚ ਬਲੇਮ ਐਲਟੀਬੀ ਨੂੰ ਦੇ ਦਿੰਦੇ ਆ। ਐਲਟੀਬੀ ਨੇ ਕਿਹਾ ਨਹੀਂ ਤੁਹਾਡਾ ਕੋਈ ਟੈਨੈਂਟ ਹੈਗਾ ਜੀ, ਹੈ ਤੁਸੀਂ ਟੈਨੈਂਟ ਅਪਰੂਵ ਕੀਤਾ ਹੋਇਆ, ਤੁਸੀਂ ਇੱਕ ਕਨਫਰਮੇਸ਼ਨ ਦਿੱਤੀ ਹੋਈ ਹੈ ਰਹਿਣ ਵਾਸਤੇ, ਗੱਲ ਖਤਮ ਹੋ ਗਈ। ਹੁਣ ਦੂਜਾ ਝਗੜਾ ਤੁਸੀਂ ਸ਼ੁਰੂ ਕਰ ਲਓ ਸਾਡੇ ਇੱਥੇ ਆ ਕੇ ਕਿ ਤੁਹਾਨੂੰ ਰੈਂਟ ਨਹੀਂ ਦੇ ਰਹੇ। ਯੈਸ, ਉਹਦੇ ਵਾਸਤੇ ਤੁਹਾਨੂੰ ਅਸੀਂ ਇਹ ਡੇਟ ਦੇ ਰਹੇ ਹਾਂ। ਯੈਸ, ਉਹਦੇ ਅੰਦਰ ਵੀ ਤੁਹਾਨੂੰ ਦੱਸਦੇ ਹਾਂ ਡੇਟ ਦੇ ਅੰਦਰ ਫਰਕ ਹੈਗਾ ਸਰ। ਤੁਹਾਡੀ ਇਨਕਮ ਦੇ ਸਾਹਮਣੇ ਅਗਰ ਤੁਸੀਂ ਮੌਰਗੇਜ ਨਹੀਂ ਦੇ ਪਾ ਰਹੇ ਤੇ ਤੁਹਾਨੂੰ ਡੇਟ ਜਲਦੀ ਮਿਲ ਰਹੀ ਹੈ। ਅਗਰ ਤੁਹਾਡੇ ਖੁਦ ਹਾਲਾਤ ਕਮਜ਼ੋਰ ਨੇ ਤੇ ਤੁਹਾਨੂੰ ਡੇਟ ਜਲਦੀ ਮਿਲ ਰਹੀ ਹੈ, ਔਰ ਅਗਰ ਤੁਹਾਡੀ ਹਾਲਾਤ ਠੀਕ ਨੇ ਤੇ ਤੁਹਾਨੂੰ ਡੇਟ ਲੰਬੀ ਮਿਲ ਰਹੀ ਹੈ। ਉਹ ਸੈਂਸਿਟਿਵ ਮੈਟਰ ਹੈਗਾ ਕੇਸ ਟੂ ਕੇਸ। ਤੇ ਇਸ ਕਰਕੇ ਅਸੀਂ ਹਮੇਸ਼ਾ ਕਹਿੰਦੇ ਹਾਂ, ਮੇਰੇ ਆਪਣੇ ਆਫਿਸ ਦੇ ਅੰਦਰ ਯੁਧਵੀਰ ਜੀ ਜਾਣਦੇ ਨੇ, ਮੋਂਗਾ ਜੀ ਜਾਣਦੇ ਨੇ, ਹਾਈਲੀ ਪ੍ਰੋਫੈਸ਼ਨਲ ਲਾਇਰਸ ਬੈਠੇ ਹੋਏ ਨੇ, ਲੈਂਡਲੋਰਡ ਟੈਨੈਂਟ ਇਸ਼ੂਜ਼ ਵਾਲੇ ਸਾਡੇ ਪੈਰਾਲੀਗਲ ਬੈਠੇ ਨੇ, ਮਾਰਗੇਜ ਬ੍ਰੋਕਰ ਬੈਠੇ ਨੇ। ਮੈਂ ਕਹਾਂਗਾ ਜੀ ਮੈਨੂੰ ਸਾਰੀ ਨੌਲੇਜ ਹੈ, ਮੈਂ ਖੁਦ ਹੀ ਕਰ ਲਾਂਗਾ, ਸਵਾਲ ਹੀ ਨਹੀਂ ਉੱਠਦਾ। ਮੈਂ ਤੇ ਔਰ ਅਗਰ ਲਿਟੀਗੇਸ਼ਨ ਲਾਅ ਦੀ ਗੱਲ ਕਰੋ, ਬੇਸ ਚੀਜ਼ ਉੱਤੇ ਮੇਰਾ ਟਾਪ ਕਲਾਸ ਲਾਇਰ ਬੈਠਾ ਹੈ ਜਿਹੜਾ ਮੈਨੂੰ ਲੱਗਦਾ ਸਭ ਤੋਂ ਹੀ ਮਹਿੰਗਾ ਤੋਂ ਮਹਿੰਗਾ ਰੱਖਦੇ ਆ ਤਾਂ ਉਹਦਾ ਲੈਟਰ ਜਾਂਦਾ ਜਿਸ ਵਕਤ ਤੇ ਅਗਲਾ ਲਾਇਰ ਦੂਜਾ ਲਾਇਰ ਵੈਸੇ ਫੁੱਸ ਜਾਂਦਾ, ਔਰ ਇਹ ਲਾਇਰ ਆ ਗਿਆ ਲੜਨ ਵਾਸਤੇ, ਉਹ ਵੈਸੇ ਅੱਧਾ ਤੇ ਵੈਸੇ ਹੀ ਹਾਰ ਜਾਂਦੇ ਨੇ। ਡੀਲ ਵਿਦ ਅ ਪ੍ਰੋਫੈਸ਼ਨਲ ਤੇ ਆਪਣੇ ਆਪ ਸਾਰੀ ਸਮੱਸਿਆ ਖਤਮ ਹੋ ਜਾਂਦੀ ਹੈ। ਨਹੀਂ ਪ੍ਰੋਫੈਸ਼ਨਲੀ ਯਾਨੀ ਕਿ ਰੀਅਲ estate ਦੇ ਥਰੂ ਹੀ ਇਹ ਰੈਂਟਲ ਕੀਤੇ ਸੀਗੇ ਘਰ ਦੋਵੇਂ। ਬਹੁਤ ਨਲਾਇਕ ਹੋਏਗਾ ਜਿਹਨੇ ਕੀਤਾ ਹੈਗਾ, ਨਲਾਇਕ ਹੋਏਗਾ ਸਰ, ਜਾਂ ਫਿਰ ਉਸ ਬਾਅਦ ਉਹ ਤੇ ਐਗਰੀਮੈਂਟ ਦੇਖਣਾ ਪਏਗਾ। ਸੌਰੀ ਤੁਸੀਂ ਕੰਟੀਨਿਊ ਕਰ ਲਓ ਸਰ। ਹਾਂ ਨਹੀਂ ਮੈਨੂੰ ਪ੍ਰੋਫੈਸ਼ਨਲੀ ਕੀਤੇ ਹੈਗੇ, ਉਹਨਾਂ ਬੰਦਿਆਂ ਦੀਆਂ ਗੌਰਮੈਂਟ ਦੀਆਂ ਜੌਬਾਂ ਸੀ ਜਿਨ੍ਹਾਂ ਦੇ ਕੋਲ ਦਿੱਤੇ ਆ, ਪਰ ਉਹ ਕਹਿੰਦੇ ਸਾਡੇ ਕੋਲ ਜੌਬ ਨਹੀਂ ਰਹੀ ਹੈਗੀ। ਇੱਕ CRA 'ਚ ਕੰਮ ਕਰਦਾ ਸੀ, ਇੱਕ ਕੋਈ ਹੋਰ ਵਧੀਆ ਜੌਬ ਸੀਗਾ, $1,20,000 ਦੀਆਂ ਜੌਬਾਂ ਦੀ, ਪਰ ਰੈਂਟ ਜਾਣ ਕੇ ਦੇਣਾ ਬੰਦ ਕੀਤਾ ਆ। ਰਾਈਟ, ਤਾਂ ਉਹ ਹੁਣ ਮੈਨੂੰ ਦੱਸੋ ਵੀ 8 ਮਹੀਨੇ ਬਾਅਦ ਡੇਟ ਆਈ, ਹਾਲਾਂਕਿ ਉੱਥੇ ਸਟਾਫ ਕੋਰਟ ਦਾ ਇਹ ਪੁੱਛਣ ਡਿਆ ਆ, ਜਿਹੜੇ ਰੈਂਟਰਾਂ ਨੂੰ ਪੁੱਛਣ ਡਿਆ ਤੁਹਾਡੀ ਹੀਟ ਤਾਂ ਨਹੀਂ ਬੰਦ ਕੀਤੀ, ਤੁਹਾਡਾ ਪਾਣੀ ਤਾਂ ਨਹੀਂ ਬੰਦ ਕੀਤਾ। ਯਾਰ ਸਾਰੀ ਪ੍ਰਾਪਰਟੀ ਉਹਨਾਂ ਨੇ ਲਈ ਆ, ਕੋਈ ਕਿੱਦਾਂ ਹੀਟ ਬੰਦ ਕਰ ਸਕਦਾ, ਕਿੱਦਾਂ ਪਾਣੀ ਬੰਦ ਕਰ ਸਕਦਾ? ਬਿੱਲ ਇੱਕ 10 ਮਹੀਨੇ ਤੋਂ ਕੋਈ ਵੀ ਨਹੀਂ ਦੇ ਰਿਹਾ, ਉਹ ਬਿੱਲ ਵੀ ਲੈਂਡਲੋਰਡ ਦੇ ਉੱਤੇ ਪੈ ਗਏ ਹੈਗੇ। ਕਿਉਂਕਿ ਜਿਹੜਾ ਲਾਇਰ ਹੈ ਉਹਨਾਂ ਨੂੰ ਮਿਲਦਾ ਹੈ ਲੀਗਲ ਐਡਵਾਈਸ, ਉਹਨਾਂ ਨੂੰ ਫ੍ਰੀ ਮਿਲਦੀ ਹੈ ਨਾ ਜੀ, ਇਸ ਕਰਕੇ ਉਹ ਇਹਨਾਂ ਦੇ ਹੱਕ 'ਚ ਬੋਲ ਰਿਹਾ ਤੁਹਾਨੂੰ ਪਾਣੀ ਤਾਂ ਨਹੀਂ ਬੰਦ ਕਰਤਾ, ਹੀਟਿੰਗ ਨਹੀਂ ਬੰਦ ਕਰਤਾ, ਲੇਕਿਨ ਲੈਂਡਲੋਰਡ ਨੂੰ ਆਪਣਾ ਜਾਂਦਾ ਉੱਥੇ ਆਪਣਾ ਖਰਚ ਕਰਨਾ ਪੈਂਦਾ ਕਿਉਂਕਿ ਲੈਂਡਲੋਰਡ ਰਈਸ ਮੰਨਿਆ ਜਾਂਦਾ ਹੈਗਾ। ਤੇ ਉਹਦੇ ਵੀ ਤਰੀਕੇ ਨੇ ਸਰ। ਸਾਡੇ ਕੋਲ ਕੁਝ ਕਲਾਇੰਟ ਨੇ ਜਿਨ੍ਹਾਂ ਨੇ ਤੰਗ ਕੀਤਾ, ਅਸੀਂ ਉਹਨਾਂ ਨੂੰ ਲਾਇਰ ਤੋਂ ਨੋਟਿਸ ਭੇਜਿਆ, ਤੇਰੇ ਕ੍ਰੈਡਿਟ ਦਾ ਸੱਤਿਆਨਾਸ਼ ਕਰ ਦਿਆਂਗੇ ਕਿਉਂਕਿ 90 ਡੇਜ਼ ਤੋਂ ਜ਼ਿਆਦਾ ਅਗਰ ਲੇਟ ਹੋ ਗਿਆ ਤੇ 3 ਮਹੀਨੇ ਜ਼ਿਆਦਾ ਤੇ ਹੁਣ ਤੇਰਾ ਕ੍ਰੈਡਿਟ ਬਿਊਰੋ ਤੇ ਪਾ ਦਿਆਂਗੇ। ਪਾ ਕੇ ਜਿਹਨੂੰ ਕਹਿੰਦੇ ਨੇ ਜਿਹਦੀ ਇਨਕਮ 1,20,000 ਸੀ ਉਹਨੂੰ ਡਰ ਲੱਗ ਜਾਂਦਾ ਕਿ ਵੀ ਮੇਰਾ ਕ੍ਰੈਡਿਟ ਖਰਾਬ ਹੋ ਗਿਆ ਤੇ ਮੈਂ ਤੇ ਕਦੀ ਲੈ ਨਹੀਂ ਪਾਊਂਗਾ। ਬੜੇ ਤਰੀਕੇ ਨੇ ਸਰ ਕਨਵਿੰਸ ਕਰਨ ਦੇ, ਪਰ ਸਵਾਲ ਹੈਗਾ ਕਿ ਉਹ ਵਾਲੀ ਕਹਾਣੀ ਹੈਗੀ ਕਿ ਅਗਰ ਤੁਸੀਂ ਡਰ ਗਏ ਤੇ ਅਗਲਾ ਤੁਹਾਨੂੰ ਦਬਾ ਦੇਗਾ।
ਔਰ ਅਗਰ ਤੁਸੀਂ ਕਾਊਂਟਰ ਅਟੈਕ ਕੀਤਾ ਤਾਂ ਅਗਲਾ ਦੌੜ ਜਾਏਗਾ। ਹੋਰ ਦੀ ਕੁਐਸਚਨ ਵੀ ਜਿਸ ਵੇਲੇ ਜਿੱਦਾਂ ਉਹ ਕਪਲ ਦੀ ਇੱਕ ਪ੍ਰਾਪਰਟੀ ਦੇ ਵਿੱਚ ਕਪਲ ਦੀ ਏਜ ਆਲਮੋਸਟ 65 ਹੋ ਗਈ ਹੈ, ਉਹ ਉਹਨਾਂ ਨੂੰ ਆ ਵੀ ਕਿਹਾ ਹੈਗਾ ਵੀ ਤੁਹਾਡੇ ਉੱਤੇ, ਤਾਂ ਆਪਾਂ ਫਿਰ ਉਹਨਾਂ ਦੀ ਪੈਨਸ਼ਨ ਨੂੰ ਜਾਂ ਟੱਚ ਕਰ ਸਕਦੇ ਹਾਂ ਉਹਨਾਂ ਦੇ ਬਾਅਦ ਦੇ ਵਿੱਚ? ਬਈ ਤੁਸੀਂ ਅਗਰ ਉਹਨਾਂ ਨੂੰ ਕੋਰਟ 'ਚ ਜਾਓਗੇ ਲੜਨ ਵਾਸਤੇ ਤੇ ਤੁਸੀਂ ਉਹਨਾਂ ਨੂੰ ਬਿਲਕੁਲ ਕਰ ਸਕਦੇ ਹੋ, ਉਹਦੇ ਉੱਤੇ ਲੀਨ ਪਾ ਸਕਦੇ ਹੋ, ਤੁਹਾਡੀ ਮਿਨੀਮਮ ਸਮਾਲ ਪੇਮੈਂਟ ਬਣ ਜਾਣਗੇ ਐਜ਼ ਫਾਰ ਐਜ਼ ਦੇ ਆਰ ਅਰਨਿੰਗ। ਪੈਨਸ਼ਨ ਇਜ਼ ਆਲਸੋ देयर ਇਨਕਮ। आई वुड सजेस्ट स्ट्रांगली कि टॉक टू ए लॉयर। मैंने कहोगे मैं तो नंबर दे देंगे, सलाह ले लो सारी और प्रोफेशनल के थ्रू जाओ। हाँ जी, नहीं वो लॉयर के थ्रू ही जा रहे हैं, सारा कुछ लॉयर ही कर रहे हैं, पर मेरा मेन पॉइंट तो ये सीगा भी देखो जे किसी ने इन्वेस्टमेंट कीती हैगी आ ਉਹਦੇ ਵਿੱਚ ਹੁਣ ਹੈ ਨਾ ਇਹ ਲਾਸ ਕਿੱਦਾਂ ਕੋਈ ਕਵਰ ਕਰ ਸਕਦਾ ਹੈਗਾ ਜਾਂ ਕੋਈ। ਹਾਂਜੀ, ਇਸ ਗੱਲ ਬਾਰੇ ਸੀਗਾ ਵੀ ਗਵਰਨਮੈਂਟ ਨੂੰ ਮੈਂ ਤੇ ਸਰ ਮੈਂ ਤੇ ਮੇਰਾ ਇੱਕ ਵਾਰ ਕੇਸ ਦੋ ਹੋਇਆ, ਪੁਰਾਣੀ ਗੱਲ ਕਰ ਰਹੇ ਹਾਂ, ਜਿਹਦੇ ਅੰਦਰ ਸਭ ਕੁਝ ਪੱਕਾ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਡਿਵੋਰਸ ਹੋ ਗਿਆ ਮੀਆਂ ਬੀਵੀ ਦਾ। ਤੇ ਉਹ ਜਿੱਦਾਂ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ, ਉਹ ਇੱਕ ਰਹਿ ਗਈ, ਇੱਕ ਚਲਾ ਗਿਆ। ਤੇ ਅਲਟੀਮੇਟਲੀ ਅਸੀਂ ਸਾਰਾ ਕਰ ਲਿਆ, ਸਾਰਾ ਪ੍ਰੈਸ਼ਰ ਪਾ ਕੇ ਸਾਰਾ ਕੁਝ ਕਰਤਾ ਕਿ ਵੀ ਸਾਰਾ ਹੁਣ तेरा सब कुछ अगला फ्यूचर खराब होने वाला है। देख ले, वी आर विद यू इफ यू आर विद अस। ਅਸੀਂ ਸਹਿਮਤ ਹਾਂ, ਅਸੀਂ ਤੁਹਾਨੂੰ ਕੋਆਪਰੇਟ ਪੂਰਾ ਕਰਨ ਨੂੰ ਤਿਆਰ ਹਾਂ ਇਫ ਯੂ ਆਰ ਕੋਆਪਰੇਟਿੰਗ ਵਿਦ ਅਸ। ਤੇ ਉਹ ਹੁੰਦੀਆਂ ਨੇ ਗੱਲਾਂ, ਹਰ ਚੀਜ਼ ਦੇ ਅਲੱਗ-ਅਲੱਗ ਹਾਲਾਤ ਹੁੰਦੇ, ਉਸ ਹਿਸਾਬ ਨਾਲ ਅਸੀਂ ਹਰ ਚੀਜ਼ ਅਲੱਗ-ਅਲੱਗ ਟੈਕਲ ਕਰ ਲੈਂਦੇ ਹਾਂ। ਠੀਕ ਹੈ ਜੀ, ਥੈਂਕਸ, ਧੰਨਵਾਦ। ਹਾਂਜੀ ਲਾਸਟ 2 ਕਾਲਸ ਲਵਾਂਗੇ ਔਰ ਫਿਰ ਰੈਪ ਅਪ ਕਰਨ ਦੇ ਹੁਕਮ ਆ ਗਏ ਨੇ। ਲਾਸਟ 2 ਕਾਲਸ ਓਨਲੀ। ਹਾਂਜੀ ਬਲਜੀਤ ਜੀ ਤੁਸੀਂ ਆਉਂਦੇ ਰਹੋ। ਬਲਜੀਤ ਜੀ ਜੀ ਸਤਿ ਸ਼੍ਰੀ ਅਕਾਲ ਜੀ। ਸਾਨੂੰ ਸਤਿ ਸ਼੍ਰੀ ਅਕਾਲ ਸਰ। ਪੀਕੇ ਸਭਰਵਾਲ ਜੀ ਐਂਡ ਪੰਕਜ ਮੁਗਾ ਜੀ ਕਿ ਸਾਨੂੰ ਹੁਣ ਵੈਡਨਸਡੇ ਦੇ ਸ਼ੋਅ ਦੀ ਵੇਟ ਕਰਨ ਦੀ ਲੋੜ ਨਹੀਂ ਆਈ ਥਿੰਕ, ਕਿਉਂਕਿ ਮੈਨੂੰ ਯਾਦ ਹੈ ਜਦੋਂ ਇਹਨਾਂ ਨੇ ਕਿਹਾ ਸੀ ਕਿ ਜੀ 2% ਤੱਕ ਵੀ ਅਗਲੇ ਸਾਲ ਘੱਟ ਸਕਦਾ, ਉਦੋਂ ਤੁਸੀਂ ਦੋਵੇਂ ਐਗਰੀ ਨਹੀਂ ਸੀ, ਬਟ ਹੌਲੀ ਹੁਣ ਜੋ ਡੇਟ ਲੱਗ ਕੇ ਆ ਰਹੀ ਹੈ ਤੁਸੀਂ ਐਗਰੀ ਹੋ ਰਹੇ ਹੋ। ਇਨ ਦ ਲਾਈਟਰ ਮੋਡ ਆਈ ਐਮ ਜਸਟ ਟੈਲਿੰਗ ਸੋ ਯਾ ਬਿਲਕੁਲ ਹਾਲਾਤ ਸਟੈਟ ਦੇ ਹਿਸਾਬ ਨਾਲ ਹਮੇਸ਼ਾ ਢਾਲ ਬਦਲਦੇ ਰਹਿੰਦੇ ਨੇ। ਇਹ ਜਿਹੜੇ ਇਕਨੋਮਿਸਟ ਕਹਿ ਰਹੇ, ਰੋਜ਼ਨਬਰਗ ਨੇ ਕਿਹਾ 8 ਵਾਰ ਘਟੇਗਾ, ਇਹੋ ਬੰਦਾ ਸੀਗਾ ਜਿਹੜਾ ਕਹਿ ਰਿਹਾ ਸੀਗਾ ਕਿ 2 ਵਾਰ ਘਟ ਜਾਏ ਤੇ ਆਈ ਵਿਲ ਬੀ ਸਰਪ੍ਰਾਈਜ਼ਡ। ਹਮੇਸ਼ਾ ਹਾਲਾਤ ਬਦਲਣਗੇ, ਹਾਲਾਤ ਦੇ ਸਾਹਮਣੇ ਹੁੰਦਾ ਜੀ, ਸਿੰਪਲ ਜੀ ਗੱਲ ਹੈ। ਬੰਦਾ ਕਹਿੰਦਾ ਜੀ ਇੱਕ ਖਾਣਾ ਬਣਾਇਆ, ਘਰੇ ਲੜਾਈ ਸ਼ੁਰੂ ਹੋ ਜਾਂਦੀ ਹੈ ਅਗਰ ਜੇਬ ਵਿੱਚ ਪੈਸਾ ਹੈਗਾ, ਅਗਰ ਜੇਬ ਵਿੱਚ ਪੈਸਾ ਨਹੀਂ ਹੈਗਾ ਤਾਂ ਕਿਆ ਵਧੀਆ ਖਿਚੜੀ ਬਣਾਈ ਹੈ, ਸਵਾਦ ਆ ਗਿਆ, ਉਹੀ ਡਾਇਲੌਗ ਬਦਲ ਜਾਂਦਾ ਹੈ। ਇੱਕ ਚੀਜ਼ ਮੈਂ ਸਰ ਥੋੜੀ ਤੁਹਾਡੀ ਗੱਲ ਨਾਲ 2% ਤੁਸੀਂ ਕਹਿ ਰਹੇ ਹੋ ਕਿ ਅਗਲੇ ਸਾਲ ਘਟ ਜਾਏਗਾ, ਤੁਸੀਂ ਇਹ ਕਹਿ ਰਹੇ ਹੋ? ਮੈਂ ਇਹ ਕਹਿ ਰਿਹਾ ਜੀ ਕਿ ਜਦਵੀਰ ਜੀ ਨੇ ਇਹ ਗੱਲ ਕਹੀ ਸੀ ਉਸ ਦਿਨ ਤੁਸੀਂ ਐਗਰੀ ਨਹੀਂ ਸੀ, ਜਦੋਂ ਜਦਵੀਰ ਜੀ ਨੇ 1% ਦੀ ਗੱਲ ਕਹੀ ਸੀ, ਮੈਂ ਐਗਰੀ ਨਹੀਂ ਕਰ ਰਿਹਾ ਸੀ ਉਸ ਦਿਨ। ਬਿਲਕੁਲ ਸਹੀ ਕਰ। ਹਾਂਜੀ, ਮੈਂ ਲਾਈਟਰ ਮੋਡ ਚ ਕਹਿ ਰਿਹਾ ਕਿ ਜੀ ਮਤਲਬ ਹੁਣ ਉਹਨਾਂ ਦਾ ਵਿਜ਼ਨ ਜਿਹਦਾ ਮਤਲਬ ਤੁਹਾਡੇ ਨਾਲੋਂ ਜ਼ਿਆਦਾ ਵਾ। ਮੈਂ ਇਹ ਗੱਲ ਬਿਲਕੁਲ ਹੈ ਜ਼ਿਆਦਾ ਜੀ। ਸਰ ਉਹ ਸੋਚਣ ਵਾਲੀ ਗੱਲ ਹੀ ਨਹੀਂ ਹੈਗੀ, ਸੋਚਣ ਵਾਲੀ ਗੱਲ ਹੀ ਕੋਈ ਨਹੀਂ, ਉਹਦੇ ਅੰਦਰ ਗੱਲ ਹੀ ਕੋਈ ਨਹੀਂ ਹੈ। ਸਾਨੂੰ ਵੈਡਨਸਡੇ ਦੀ ਵੇਟ ਕਰਨ ਦੀ ਲੋੜ ਨਹੀਂ ਹੈ। ਨਾ ਯੁੱਧਵੀਰ ਵੈਰੀ ਗੁੱਡ। ਯੁੱਧਵੀਰ ਜੀ ਤਿਆਰ ਹੋ ਜਾਓ। ਯੁੱਧਵੀਰ ਜੀ ਬੁੱਧਵਾਰ ਦੀ ਲੋੜ ਨਹੀਂ ਹੈਗੀ ਤੁਹਾਨੂੰ, ਬਾਕੀ ਦੇ 6 ਦਿਨ ਤੁਹਾਨੂੰ ਫੋਨ ਕਰਕੇ ਖਾ ਜਾਣਗੇ। ਹੁਣ ਤੋਂ ਆਪਣਾ ਫੋਨ ਬੰਦ ਕਰ ਦਿਓ। ਸਰ ਪਤਾ ਕੀ ਹੈ, ਹਾਂਜੀ ਸੁਣੋ ਬਲਜੀਤ ਸਾਹਿਬ ਬਹੁਤ ਤੁਹਾਡਾ ਸ਼ੁਕਰੀਆ ਫॉर द काइंड वर्ड्स। पर मैं ਉਹ ਕਹਿੰਦੇ ਨਾ ਜਿਸ का काम उसी को साजे। वसीम अकरम ਜੇ ਕਿਸੇ ਬਾਲ ਤੇ ਛੱਕਾ ਲਗਾ ਦੇਵੇ ਤਾਂ ਇਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਉਹ ਜਵੇਦ ਮਿਆਂਦਾਦ ਜਾਂ ਫਿਰ ਬੜੇ ਬੈਟਸਮੈਨ ਤੋਂ ਵੱਡਾ ਬੈਟਸਮੈਨ ਹੋ ਗਿਆ, ਉਹ ਆਪਣੇ ਆਪ ਨੂੰ ਸਮਝਣ ਲੱਗ ਕੇ ਮੈਂ ਵਿਵਿਅਨ ਰਿਚਰਡਸ ਬਣ ਗਿਆ। ਉਹ ਬॉलर ਹੈ, ਬॉलर ਹੀ ਰਹੇਗਾ। ਉਸ ਜੇ ਉਹ ਆਪਣੇ ਬॉलर ਕਰੇਗਾ ਤਾਂ ਉਹਨੂੰ ਲੋਕ ਸਵਿੰਗ ਸੁਲਤਾਨ ਦਾ ਸਵਿੰਗ ਕਹਿਣਗੇ। ਤਾਂ ਮੇਰਾ ਇੱਕੋ ਕੰਮ ਹੈ ਦੈਟ ਇਜ਼ ਮੀਡੀਆ। ਰੀਅਲ ਸਟੇਟ ਦੇ ਗੁਰੂ ਮਾਸਟਰ ਸਭ ਇੱਥੇ ਬੈਠੇ ਨੇ, ਪੀਕੇ ਸਭਰਵਾਲ ਸਾਹਿਬ, ਇਕੋਨਮੀ, ਫਾਈਨੈਂਸ, ਆ ਤੁਹਾਡੇ ਸਾਹਮਣੇ ਬੈਠੇ ਨੇ ਪੰਕਜ ਜੀ, ਇਹਨਾਂ ਤੋਂ ਹੀ ਸਲਾਹ ਲੈਣਾ। ਸੋ ਹਾਂ, ਮੈਂ ਆਪਣਾ ਵਿਊ ਪੁਆਇੰਟ ਹੰਬਲ ਜਾਂ ਓਪੀਨੀਅਨ ਵਿੱਚ ਜ਼ਰੂਰ ਦੇ ਦਾਂਗਾ, ਲੇਕਿਨ ਇਹ ਪੀਕੇ ਜੀ ਔਰ ਪੰਕਜ ਜੀ ਇਹ ਆਪਣੇ ਫੀਲਡ ਦੇ ਮਾਹਿਰ ਨੇ, ਤੁਰਿੰਦਰ ਨੇ ਪਿਛਲੇ 18 ਸਾਲਾਂ ਤੋਂ। ਔਰ ਮੈਂ ਫਿਰ ਇਹੀ ਗੱਲ ਕਹਾਂਗਾ ਕਿ ਮਤਲਬ ਇਹ ਤਾਂ ਨਹੀਂ ਮੈਂ ਕਹਾਂਗਾ ਜੀ ਕਿ ਬਹੁਤ ਲੋਕਾਂ ਨੇ ਪੈਸਾ ਬਣਾ ਲਿਆ, ਲੇਕਿਨ ਨੋਟ ਈਵਨ ਅ ਸਿੰਗਲ ਕਾਲ। ਹਰ ਬੰਦੇ ਨੇ ਇਹੀ ਗੱਲ ਕਹੀ ਹੈ ਵੀ ਪੀਕੇ ਜੀ ਦੇ ਲੜ ਲੱਗ ਗਏ ਆ, ਫਾਇਦਾ ਹੀ ਫਾਇਦਾ। ਪੰਕਜ ਜੀ ਦੇ ਬਾਰੇ ਇੱਕ ਗੱਲ ਹਰ ਬੰਦੇ ਨੇ ਕਹੀ ਹੈ, ਆਪਣਾ ਲਾਲਚ ਪਿੱਛੇ ਛੱਡ ਕੇ ਉਹ ਐਡਵਾਈਸ ਦੇਣਗੇ ਪੰਕਜ ਜੀ ਨੂੰ ਫਾਇਦਾ ਹੋਏ ਜਾਂ ਨਾ ਹੋਏ, ਇਹ ਤੁਹਾਡੇ ਫਾਇਦੇ ਵਾਸਤੇ ਜਿਹੜੀ ਜੀ ਉਹ ਗੱਲ ਕਰਨਗੇ। ਜੀ ਬਲਜੀਤ ਸਾਹਿਬ ਜੀ ਥੈਂਕ ਯੂ। ਮੈਂ ਇਸ ਗੱਲ ਨੂੰ ਐਕਨੋਲੇਜ ਕਰਦਾ। ਔਰ ਸੌਰੀ ਮੈਂ 1 ਸੈਕਿੰਡ ਹੋਰ ਇੰਟਰਪਟ ਕਰ ਰਿਹਾ, 1 ਸੈਕਿੰਡ ਸਰ। ਮੈਂ ਰੀਅਲ ਸਟੇਟ ਦੀ ਮਤਲਬ ਕਿ ਕੋਈ ਬੜੀ ਡੀਲ ਵੀ ਕਰਨੀ ਹੋਵੇ, ਮਤਲਬ ਤੁਸੀਂ ਇਹ ਦੇਖ ਲਓ ਵੀ ਜੇ ਪੀਕੇ ਜੀ ਨੇ ਯੈਸ ਕਹਿਤੀ ਹੈ ਤੇ ਮੈਂ ਸਮਝ ਲਾਂਗਾ ਵੀ ਉਹ ਠੀਕ ਹੈ। ਮੈਂ ਆਪਣਾ ਜੌਨ ਦੀ ਗੱਲ ਕਰਨ ਲੱਗਾ, ਹਾਲਾਂਕਿ ਸਾਡੇ ਨਾਲ ਕਿੰਨੇ ਰੀਅਲ ਸਟੇਟ ਏਜੰਟ ਐਡਵਰਟਾਈਜ਼ ਕਰਦੇ ਨੇ, ਮੇਰੇ ਫਰੈਂਡਸ ਨੇ, ਸਭ ਨੇ, ਬਟ ਅੱਜ ਮੈਂ ਇਹ ਗੱਲ ਔਨ ਦੀ ਕਹਿਣ ਲੱਗਾ ਹੈ, ਇਫ ਆਈ ਹੈਵ ਟੂ ਡੂ ਸਮਥਿੰਗ ਬਿਗ, ਮੈਂ ਪੀਕੇ ਜੀ ਦੀ ਸਲਾਹ ਜ਼ਰੂਰ ਲਵਾਂਗਾ। ਇਹਨਾਂ ਨੇ ਹੁਕਮ ਕਰ ਦਿੱਤਾ ਵੀ ਯੁੱਧਵੀਰਾ ਤੂੰ ਕਰਦੇ ਤੇ ਉਹ ਮੈਂ ਕਰ ਲਾਂਗਾ। ਮੈਂ ਆਪਣਾ ਦਿਮਾਗ ਨਹੀਂ ਲਗਾਵਾਂਗਾ। ਇਸ ਤੋਂ ਵੱਡੀ ਗੱਲ ਨਹੀਂ ਮੈਂ ਕਹਿ ਸਕਦਾ, ਮੈਂ ਆਪਣਾ ਦਿਮਾਗ। ਥੈਂਕ ਯੂ ਸਰ।
ਜੇ ਪੀਕੇ ਜੀ ਨੇ ਕਹਿਤਾ ਵੀ ਇਹ ਤੂੰ ਕਰ ਲਾ, ਕਿਉਂਕਿ ਮੈਨੂੰ ਪਤਾ ਵੀ ਪੀਕੇ ਜੀ ਉਹ ਮਤਲਬ ਤੱਤ ਕੱਢੇ ਹੋਏ ਨੇ ਇਹਨਾਂ ਦੀ ਲਾਈਫ ਦੇ। ਮੈਂ ਫਿਰ ਮੈਂ ਅੱਖ ਬੰਦ ਕਰਕੇ ਫਿਰ ਮੈਂ ਇਹਨਾਂ ਨੂੰ ਨਹੀਂ ਕੁਐਸਚਨ ਕਰ ਸਕਦਾ ਕਿ ਪੀਕੇ ਜੀ ਆ ਫਿਰ ਮੈਂ ਇੱਦਾਂ ਕਰਾਂ ਉੱਦਾਂ ਕਰਾਂ। ਨਹੀਂ, ਪੀਕੇ ਜੀ ਨੇ ਕਹਿਤਾ ਯੁੱਧਵੀਰਾ ਕਰਨਾ ਹੈ ਕਰਨਾ। ਅੱਛਾ, ਜੇ ਪੀਕੇ ਜੀ ਨੇ ਮਨਾ ਕਰ ਦਿੱਤਾ, ਇਹ ਵੀ ਗੱਲ ਨਾਲ ਪੀਕੇ ਜੀ ਕਈ ਵਾਰ ਇਹ ਤੇ ਕਹਿੰਦੇ ਵੀ ਮੈਂ ਮਨਾ ਕਰ ਦਿੰਦਾ, ਜਾ ਕੇ ਇੱਧਰੋਂ ਉੱਧਰੋਂ ਲੈ ਲੈਂਦੇ। ਨਹੀਂ, ਜੇ ਪੀਕੇ ਜੀ ਨੇ ਕਹਿਤਾ ਵੀ ਨੋ ਮਤਲਬ ਫਿਰ ਮੈਂ ਪਿੱਛੇ ਹਟ ਜਾਣਾ। ਜਿੱਥੇ ਰੀਅਲ ਸਟੇਟ ਦੀ, ਜਿੱਥੇ ਫਾਈਨੈਂਸ ਦੀ ਗੱਲ ਆ ਗਈ, ਪੰਕਜ ਜੀ ਨੂੰ ਗੱਲ ਕਰ ਲੈਣੀ ਹੈ। ਜੇ ਪੰਕਜ ਜੀ ਨੇ ਕਹਿਤਾ ਇਹ ਇੱਦਾਂ ਯੈਸ ਆ, ਪੰਕਜ ਜੀ ਦੀ ਯੈਸ ਮਤਲਬ ਯੈਸ, ਪੰਕਜ ਜੀ ਦੀ ਨੋ ਮਤਲਬ ਨੋ। ਤਾਂ ਮੈਂ ਤੇ ਇਹਨਾਂ ਤੋਂ ਇਸ਼ਾਰੇ ਤੋਂ ਬਾਹਰ, ਮੈਂ ਇਹਨਾਂ ਦੇ ਇਸ਼ਾਰੇ ਤੋਂ ਬਾਹਰ ਨਹੀਂ ਜਾਂਦਾ। ਥੈਂਕ ਯੂ ਵੈਰੀ ਮਚ। ਤੁਹਾਡਾ ਬੜਾਪਨ ਹੈ ਸਰ। ਨਹੀਂ, ਗੱਲ ਸੱਚੀ ਆ। ਅੱਛਾ ਪੰਕਜ ਜੀ, ਤੁਹਾਨੂੰ ਵੀ ਪਤਾ ਹੈ, ਹੁਣ ਆਪਾਂ ਗੱਲਾਂ ਜ਼ਿਆਦਾ ਔਨ ਦੀ ਏਅਰ ਨਹੀਂ ਡਿਸਕਲੋਜ਼ ਕਰਾਂਗੇ। ਤੁਹਾਨੂੰ ਵੀ ਪਤਾ ਵੀ ਜਿਹੜੀ ਗੱਲ ਨੂੰ ਤੁਸੀਂ ਨਾ ਕੀਤਾ ਕਦੇ, ਮੈਂ ਉਹ ਗੱਲ ਦੁਬਾਰਾ ਮਤਲਬ ਆਪਾਂ ਦੁਬਾਰਾ ਉਹ ਗੱਲ ਹੀ ਨਹੀਂ ਕੀਤੀ ਤੁਹਾਡੇ ਨਾਲ ਦੁਬਾਰਾ। ਤੁਸੀਂ ਕਹਿਤਾ ਏਦਾਂ ਨਹੀਂ ਕਰਨਾ। ਪੀਕੇ ਜੀ ਗਵਾਹ ਨੇ ਇਸ ਗੱਲ ਦੇ ਵੀ ਪੀਕੇ ਕਈ ਵਾਰ ਮੈਂ ਤੁਹਾਨੂੰ ਮਨਾ ਕੀਤਾ, ਤੁਸੀਂ ਬਿਲਕੁਲ ਪਿੱਛੇ ਹਟ ਗਏ। ਵੈਰੀ ਨਾਈਸ। ਮੈਂ ਪਿੱਛੇ ਹਟ ਗਿਆ। ਔਰ ਸਾਡਾ ਅੱਛਾ ਮੈਂ ਨਹੀਂ ਜੀ, ਸਾਡਾ ਪਰਿਵਾਰ ਵੀ ਵਿੱਚੇ ਵਾਈ ਸਾਰੇ ਜਦੋਂ ਉਹ ਕਹਿੰਦੇ ਵੀ ਪੀਕੇ ਜੀ ਨੇ ਯੈਸ ਕਰ ਦਿੱਤੀ ਹੈ, ਸਾਡੇ ਪਰਿਵਾਰ ਦੀ ਗੱਲ ਹੈ, ਮੇਰੀ ਗੱਲੇ ਦੀ ਨਹੀਂ। ਜੇ ਪੀਕੇ ਜੀ ਨੇ ਯੈਸ ਕਰਤੀ ਹੈ ਯੈਸ ਹੈ, ਜੇ ਪੀਕੇ ਜੀ ਨੇ ਕਹਿ ਦਿੱਤਾ ਵੀ ਨੋ ਹੈ, ਮੈਂ ਦੁਬਾਰਾ ਨਹੀਂ ਇਹਨਾਂ ਨੂੰ ਪੁੱਛਿਆ ਵੀ ਚਾਹੇ ਮੈਨੂੰ ਇਹ ਲੱਗਦਾ ਹੋਵੇ ਇਹ 'ਚ ਫਾਇਦਾ ਨੁਕਸਾਨ ਕੀ ਹੈ, ਮੈਂ ਕਰਨਾ। ਪੀਕੇ ਜੀ ਨੇ ਨੋ ਕਰਤੀ ਹੈ, ਚੁੱਪ, ਬਸ ਸ਼ਾਂਤੀ ਨਾਲ ਗੱਲ ਖਤਮ ਹੋ ਗਈ। ਸਿੰਪਲ। ਥੈਂਕ ਯੂ। ਜੀ ਬਲਜੀਤ ਜੀ, ਮੇਰਾ ਟਾਈਮ ਯੂਜ਼ ਕਰ ਰਹੇ ਹੋ। ਹਾਂਜੀ ਓਕੇ, ਮੈਂ ਇਸ ਗੱਲ ਨੂੰ ਐਕਨੋਲੇਜ ਕਰ ਦਿੰਦਾ ਕਿ ਇਹਨਾਂ ਨੂੰ ਮੈਂ ਕਾਲ ਕੀਤੀ ਸੀ ਸਿਰਫ ਇੱਕ ਵਾਰ ਪੰਕਜ ਮੋਗਾ ਜੀ ਨੂੰ। ਇਹਨਾਂ ਨੇ ਮੈਨੂੰ ਐਡਵਾਈਸ ਜਿਹੜੀ ਦਿੱਤੀ ਦੈਟ ਇਜ਼ ਬ੍ਰਿਲੀਅੰਟ, ਕੋਈ ਸ਼ੱਕ ਨਹੀਂ ਉਹ 'ਚ। ਐਂਡ ਆਈ ਡਿਡ ਨਾਟ ਰਿਸੀਵ ਐਨ ਕਾਲ ਫਰੋਮ ਹਿਮ। ਅਦਰਵਾਈਜ਼ ਮੈਂ ਕਿਸੇ ਨੂੰ ਵੀ ਫੋਨ ਕਰਾਂਗਾ ਕਿਸੇ ਹੋਰ ਵੀ ਇੱਥੇ ਕੈਨੇਡਾ 'ਚ, ਤਾਂ ਉਹਨਾਂ ਦੀਆਂ ਕਾਲਾਂ ਇੰਨੀਆਂ ਕੁ ਜ਼ਿਆਦਾ ਹੁੰਦੀਆਂ ਨੇ ਕਿ ਤੂੰ ਮਤਲਬ ਬੰਦਾ ਇਹ ਪਛਤਾਉਂਦਾ ਕਿ ਮੈਂ ਫੋਨ ਕਿਉਂ ਕੀਤਾ। ਬਟ ਮੈਂ ਔਨ ਏਅਰ ਇਹ ਗੱਲ ਕਹਿਣਾ ਕਿ ਇਹਨਾਂ ਨੇ ਮੈਨੂੰ ਬਾਅਦ 'ਚ ਕਦੀ ਕਾਲ ਨਹੀਂ ਕੀਤੀ, ਕਦੀ ਨਹੀਂ ਕਿਹਾ ਕਿ ਜੀ ਤੁਸੀਂ ਆਏ ਨਹੀਂ ਜਾਂ ਕੀ ਨਹੀਂ, ਮਤਲਬ ਕਾਲ ਹੀ ਨਹੀਂ ਆਈ। ਥੈਂਕ ਯੂ ਸਰ, ਵੈਰੀ ਨਾਈਸ। ਨਹੀਂ ਇਹ ਸਰ ਮੈਂ ਪੀਕੇ ਜੀ ਨੂੰ ਫੋਲੋ ਕਰਦਾ ਜੀ, ਕਿਉਂਕਿ ਪੀਕੇ ਇਹ ਜੀ ਚੀਜ਼ਾਂ ਨੇ ਸਰ। ਦੇਖੋ ਮੈਂ ਔਰ ਪੀਕੇ ਜੀ ਜਿਵੇਂ ਕਹਿੰਦੇ ਹੁੰਦੇ ਨੇ ਇਹ ਚੀਜ਼, ਦੇਖੋ ਅਗਰ ਤੁਸੀਂ ਕਾਲ ਕਰਕੇ ਕਿਸੇ ਨੂੰ ਤੰਗ ਹੀ ਕਰਦੇ ਰਹੋਗੇ ਤਾਂ ਉਹਨੇ ਤਾਂ ਵੈਸੇ ਵੀ ਨਹੀਂ ਆਉਣਾ ਤੁਹਾਡੇ ਕੋਲ, ਕਿਉਂਕਿ ਤੁਸੀਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਅਗਰ ਤੁਸੀਂ ਸਹੀ ਸਲਾਹ ਦਿੱਤੀ ਹੈ ਤਾਂ ਉਸ ਤੋਂ ਬਾਅਦ ਹੁਣ ਤੁਹਾਡੀ ਡਿਸੀਜਨ ਹੈ ਸਰ। ਤੁਸੀਂ ਮੈਨੂੰ ਪਸੰਦ ਕਰ ਰਹੇ ਹੋ, ਮੇਰੇ ਨਾਲ ਕੁਝ ਬਿਜ਼ਨਸ ਕਰਨਾ ਚਾਹ ਰਹੇ ਹੋ ਤਾਂ ਤੁਸੀਂ ਆ ਜਾਓਗੇ, ਜਾਂ ਤੁਸੀਂ ਨਹੀਂ ਵੀ ਕਰਨਾ ਚਾਹ ਰਹੇ ਹੋ, ਕੋਈ ਬਿਜ਼ਨਸ ਹੈ ਵੀ ਨਹੀਂ ਤਾਂ ਤੁਸੀਂ ਮੈਂ ਤੁਹਾਨੂੰ ਤੰਗ ਕਰਕੇ ਕਰਾਂਗਾ ਕੀ ਹਰ ਰੋਜ਼ ਫੋਨ ਕਰਕੇ। ਸੋ ਬੇਸਿਕਲੀ ਇਹ ਤਾਂ ਚੀਜ਼ਾਂ ਇਹ ਜੀਆਂ ਨੇ ਸਰ ਐਸ ਇੰਡਸਟਰੀ, ਚਾਹੇ ਰੀਅਲ ਏਸਟੇਟ ਨੂੰ ਲੈ ਲਓ, ਚਾਹੇ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਲਓ, ਇਹ ਨਾ ਬੜੀ ਅਨਪ੍ਰੋਫੈਸ਼ਨਲ ਇੰਡਸਟਰੀ ਬਣਦੀ ਜਾ ਰਹੀ ਹੈ। ਸੋ ਬੇਸਿਕਲੀ ਅਸੀਂ ਇਹ ਚਾਹੁੰਦੇ ਹਾਂ ਪੀਕੇ ਜੀ ਕਿ ਇਹਨੂੰ ਪ੍ਰੋਫੈਸ਼ਨਲ ਹੀ ਰੱਖੋ ਚੀਜ਼ਾਂ ਨੂੰ, ਕਿਉਂਕਿ ਪ੍ਰੋਫੈਸ਼ਨਲ ਦਾ ਮਤਲਬ ਸਲਾਹ ਦੇਣੀ, ਤੁਸੀਂ ਆਪਦੇ ਜੋ ਤੁਸੀਂ ਜਾਣਦੇ ਹੋ ਉਸ ਹਿਸਾਬ ਨਾਲ ਤੁਸੀਂ ਉਹਨੂੰ ਪਰਸਨ ਨੂੰ ਜੋ ਵੀ ਪੁੱਛਣਾ ਚਾਹ ਰਿਹਾ ਉਹਨੂੰ ਐਡਵਾਈਸ ਦੇ ਦਿਓ ਜਾਂ ਸੁਜੈਸ਼ਨ ਦੇ ਦਿਓ। ਉਸ ਤੋਂ ਬਾਅਦ ਹੁਣ ਉਹਨਾਂ ਦੀ ਮਰਜ਼ੀ ਹੈ। ਇਹ ਇੱਕ ਪ੍ਰੋਫੈਸ਼ਨਲਿਜ਼ਮ ਹੈ। ਪਿੱਛੇ 10 ਫੋਨ ਮੈਂ ਸਵੇਰੇ ਕਰਦਾ, 10 ਸ਼ਾਮੀ ਕਰਦਾ, ਤੁਹਾਡੇ ਘਰ ਦੇ ਅੱਗੇ ਆ ਕੇ ਖੜਾ ਹੋ ਜਾ ਜੀ, ਹੁਣ ਤਾਂ ਅੱਜ ਤਾਂ ਤੁਹਾਡੇ ਨਾਲ ਹੀ ਮਿਲਣਾ ਹੈ ਜੀ। ਉਹਦੇ ਨਾਲ ਮੈਂ ਕੀ ਕਰ ਲਾਂਗਾ? इसका मतलब मैं ਤੁਹਾਡੇ ਤੋਂ ਪੈਸਾ ਕਮਾਣਾ ਚਾਹ ਰਿਹਾ, ਮਨੀ ਕਮਾਣਾ ਚਾਹ ਰਿਹਾ, ਕਿਸੇ ਤਰ੍ਹਾਂ ਚਾਹੇ ਮੈਂ ਗਲਤ ਵੇਚਾਂ ਚਾਹੇ ਸਹੀ ਵੇਚਾਂ, ਮੈਂ ਹੁਣ ਤੁਹਾਡੇ ਤੋਂ ਮਨੀ ਕਮਾਣਾ ਚਾਹ ਰਿਹਾ। ਸੋ ਮੈਨੂੰ ਅਗਰ ਸਹੀ ਕਰਨਾ ਹੈ ਕੰਮ ਤਾਂ ਮੈਂ ਉਸ ਤਰ੍ਹਾਂ ਕਰਨਾ ਚਾਹਾਂਗਾ ਜਿਵੇਂ ਪ੍ਰੋਫੈਸ਼ਨਲ ਕਰਦੇ ਨੇ, ਔਰ ਇਹੀ ਮੇਰੇ ਖਿਆਲ ਪੀਕੇ ਜੀ ਨੇ ਮੈਨੂੰ ਸਿਖਾਇਆ ਹੈ ਔਰ ਮੈਂ ਇਸੇ ਤਰ੍ਹਾਂ ਚੱਲ ਰਿਹਾ ਜੀ। ਨਹੀਂ ਥੈਂਕ ਯੂ। ਮੈਂ ਬਹੁਤ ਫਰਸਟ੍ਰੇਟ ਹੁੰਦਾ ਇਸ ਚੀਜ਼ ਤੋਂ ਜੇ ਕੋਈ ਇਦਾਂ ਕਰੇ। ਮੈਂ ਤੁਹਾਡੀ ਵੇਟ ਹੀ ਕਰ ਰਿਹਾ ਹਾਂ ਕਿ ਤੁਹਾਡੀ ਕਾਲ ਨਹੀਂ ਆਈ। ਮੈਨੂੰ ਸੀ ਕਿ ਮੈਂ ਔਨ ਏਅਰ ਇਹ ਗੱਲ ਉਦੋਂ ਕਹਿਣੀ ਹੈ, ਮੈਂ ਤੁਹਾਡੇ ਕੋਲ ਜਾ ਕੇ ਆਈ ਵਿਲ ਕਮ ਫॉर श्योर। ਪਰ ਮੈਂ ਸਿਰਫ ਕੁਛ ਬਟ ਮੈਨੂੰ ਅੱਜ ਸਿਚੁਏਸ਼ਨ ਇਦਾਂ ਦੀ ਬਣ ਗਈ ਹੈ, ਮੈਨੂੰ ਤਾਂ ਕਹਿਣਾ ਪਿਆ। ਓਕੇ ਥੈਂਕ ਯੂ। ਹਾਂਜੀ, ਮੈਂ ਨੈਕਸਟ ਮੇਨ ਪੁਆਇੰਟ ਤੇ ਆਉਣ ਲੱਗਾ। ਬੇਸਿਕਲੀ ਜਦੋਂ ਅਸੀਂ ਕਾਲ ਕਰਦੇ ਹਾਂ ਸਾਰੇ, ਇਸ ਫਾਰਮੈਟ ਇਸ ਸ਼ੋਅ ਦਾ ਇਹ ਹੈ ਕਿ ਜੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਥੋੜੇ ਵਰਡਸ ਵਿੱਚ ਗੱਲ ਕਰੀਏ, ਤੁਹਾਨੂੰ ਜ਼ਿਆਦਾ ਸੁਣੀਏ, ਠੀਕ ਹੈ। ਬਟ ਜਦੋਂ ਅਸੀਂ ਕਾਲ ਜਦੋਂ ਮੇਰੀ ਕਾਲ ਲੱਗੀ ਹੈ ਤਾਂ ਮੈਨੂੰ ਪਤਾ ਜੀ ਮੈਂ ਕਰ ਲਵਾਂ, ਠੀਕ ਹੈ, ਦੈਟਸ ਨਾਟ ਗੁੱਡ। ਮੈਂ ਜੋ ਦੂਜਾ ਗੱਲ ਕਰ ਰਿਹਾ ਫਿਰ ਸਾਨੂੰ ਫਰਸਟ੍ਰੇਸ਼ਨ ਹੁੰਦੀ ਹੈ। ਸੋ ਇਹ ਨਹੀਂ ਹੋਣਾ ਚਾਹੀਦਾ, ਸਭ ਨੂੰ ਦੇਖਣਾ ਚਾਹੀਦਾ ਕਿ ਜੇ ਸਾਡੀ ਕਾਲ ਲੱਗ ਗਈ ਹੈ ਤਾਂ ਹੁਣ ਉਹਨੂੰ ਛੇਤੀ ਖਤਮ ਕਰੀਏ। ਮੈਂ ਵੀ ਟਰਾਈ ਕਰੂੰਗਾ ਜਲਦੀ ਖਤਮ ਕਰਦਾ। ਮੇਰੇ 2 ਕੁਐਸਚਨ ਨੇ, ਮੈਂ ਫੋਨ ਬੰਦ ਕਰ ਦੂੰਗਾ, ਆਨਸਰ ਤੁਸੀਂ ਦੋਨੇ ਬਾਅਦ 'ਚ ਕਰ ਦਿਓ। ਪੰਕਜ ਮੋਗਾ ਜੀ, ਤੁਹਾਡੇ ਲਈ ਇਹ ਸਵਾਲ ਸੀ ਕਿ ਸੌਫਟ ਲੈਂਡਿੰਗ ਜਿਹੜੀ ਆ ਉਹਨੂੰ ਐਕਸਪਲੇਨ ਕਰ ਦਿਓ ਇੱਕ ਲੇਮੈਨ ਦੀ ਲੈਂਗੁਏਜ ਕਿ ਉਹ ਹੁੰਦੀ ਕੀ ਹੈ। ਤੇ ਠੀਕ ਹੈ, ਆਪਣਾ ਸਬਰਵਾਲ ਸਾਹਿਬ ਤੁਹਾਡੇ ਲਈ ਇਹ ਸੀ ਕਿ ਜਿੱਦਾਂ ਹੁਣ ਮਾਰਕੀਟ ਜਿਹੜੀ ਸੇਲ ਜਾਂ ਕਾਫੀ ਘਟੀ ਹੋਈ ਹੈ, ਰਾਈਟ, ਤੇ ਉਹਦਾ ਇੰਪੈਕਟ ਜਦੋਂ ਰੇਟ ਆਫ ਇੰਟਰਸਟ ਥੋੜਾ ਗਿਰੇਗਾ, ਕਿਉਂਕਿ ਹੁਣ ਜੇ ਸੇਲ ਘਟਿਆ ਤਾਂ ਉਦੋਂ ਉਹ ਬਾਉਂਸ ਬੈਕ ਕਰੇਗੀ, ਤਾਂ ਉਹ ਇੰਪੈਕਟ ਪ੍ਰਾਈਸ ਤੇ ਵੀ ਪਾਏਗੀ। ਪ੍ਰਾਈਸ ਨਹੀਂ ਘਟਿਆ ਬਟ ਉਦੋਂ ਪ੍ਰਾਈਸ ਵਧਣ ਦੇ ਚਾਂਸਸ ਕੀ ਹੋ ਸਕਦੇ ਨੇ ਇਸ ਗੱਲ ਨਾਲ ਕਿ ਨਹੀਂ? ਦੈਟਸ ਇਟ, ਥੈਂਕ ਯੂ ਸੋ ਮਚ ਜੀ। ਮੋਗਾ ਸਰ ਜੀ, ਪਹਿਲੀ ਚੀਜ਼ ਮੈਂ ਸੌਫਟ ਲੈਂਡਿੰਗ ਦੀ ਜਿਹੜੀ ਗੱਲ ਕਰ ਰਿਹਾ, ਲਿਟਰਲੀ ਇਸ ਵਰਡ ਨੂੰ ਅਗਰ ਲਿੱਤਾ ਜਾਵੇ ਤਾਂ
ਸੌਫਟ ਲੈਂਡਿੰਗ ਦਾ ਮਤਲਬ ਇਹ ਹੈ ਜਦ ਮੈਂ ਇਕੋਨਮੀ ਤੇ ਆਣਾ, ਇਕੋਨਮੀ ਵਾਸਤੇ ਕਿਹਾ ਜਾਂਦਾ ਹੈ ਜਦੋਂ ਪਲੇਨ ਲੈਂਡ ਕਰਦਾ ਹੈ ਨਾ ਸਰ, ਜਦੋਂ ਬਿਲਕੁਲ ਸੌਫਟ ਜਿਹਾ ਲੈਂਡ ਕਰਦਾ ਹੈ ਔਰ ਉਹ ਪਾਇਲਟ ਜਦੋਂ ਉਹਨੂੰ ਲੈਂਡ ਕਰਵਾਉਂਦਾ, ਇੱਕ ਤਾਂ ਝਟਕਾ ਵੱਜਦਾ, ਇੱਕ ਲੈਂਡ ਪ੍ਰੋਪਰਲੀ ਤੁਹਾਨੂੰ ਅੰਦਰ ਮਹਿਸੂਸ ਵੀ ਨਹੀਂ ਹੁੰਦਾ ਥੋੜਾ ਬਹੁਤ, ਲੇਕਿਨ ਥੋੜਾ ਬਹੁਤ ਮਹਿਸੂਸ ਹੁੰਦਾ ਹੈ, ਬੜਾ ਸੌਫਟਲੀ ਤੁਸੀਂ ਲੈਂਡ ਕਰਕੇ ਅਗਾਂਹ ਚੱਲਦੇ ਚਲੇ ਜਾਂਦੇ ਹੋ ਔਰ ਆਪਦੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਹੋ। ਹੁਣ ਅਸੀਂ ਇਹਨੂੰ ਇੱਧਰ ਲੈ ਆਨੇ ਆ ਇਕੋਨਮੀ ਸਾਈਡ। ਸੌਫਟ ਲੈਂਡਿੰਗ ਦਾ ਮਤਲਬ ਹੈ ਕਿ ਝਟਕੇ ਨਾਲ ਥੱਲੇ ਨਾ ਡਿੱਗੇ ਜਿਸ 'ਚ ਅਸੀਂ ਰਿਸੈਸ਼ਨ 'ਚ ਚਲੇ ਜਾਈਏ। ਸੋ ਬੇਸਿਕਲੀ ਸਾਡੀ ਇਕੋਨਮੀ ਨੂੰ ਅਸੀਂ ਕੰਟਰੋਲ ਵੀ ਕਰਨਾ ਹੈ, ਕੰਟਰੋਲ ਲਈ ਉਹਨੂੰ ਧੀਰੇ ਧੀਰੇ ਧਰਤੀ ਤੇ ਲਿਆਉਣਾ ਹੈ। ਇਨਫਲੇਸ਼ਨ ਵਧੀ ਪਈ ਹੈ, ਉਹਨੂੰ 2% ਤੇ ਲਿਆਉਣਾ ਹੈ, 2.5% ਤੇ ਲਿਆਉਣਾ ਹੈ, ਧੀਰੇ ਧੀਰੇ ਉਹਨੂੰ ਲੈ ਕੇ ਆਉਣਾ ਹੈ ਔਰ ਇੰਨਾ ਵੱਡਾ ਝਟਕਾ ਵੀ ਨਹੀਂ ਦੇਣਾ ਕਿ ਸਾਡੀ ਕ੍ਰੈਸ਼ ਹੋ ਜਾਵੇ ਜਾਂ ਕੁਝ ਸਿਚੁਏਸ਼ਨ ਐਜੀ ਹੋ ਜਾਵੇ। ਝਟਕਾ ਛੋਟਾ ਜਿਹਾ ਝਟਕਾ ਲੱਗੇ, ਛੋਟਾ ਜਿਹਾ ਜਾਂ ਥੋੜਾ ਜਿਹਾ ਜ਼ਿਆਦਾ ਝਟਕਾ ਲੱਗੇ, ਲੇਕਿਨ ਉਸ ਤੋਂ ਬਾਅਦ ਅਸੀਂ ਸਮੂਥ ਸੇਲ ਕਰਨੇ ਸ਼ੁਰੂ ਹੋ ਜਾਈਏ ਇਕੋਨਮੀ 'ਚ। ਸੋ ਸਾਡੀ ਇਕੋਨਮੀ ਸਮੂਥਲੀ ਚੱਲਦੀ ਰਹੇ, ਅਸੀਂ ਰਿਸੈਸ਼ਨ 'ਚੋਂ ਬਾਹਰ ਹੀ ਰਹੀਏ, ਚਾਹੇ ਵਰਜ ਤੇ ਰਹੀਏ ਰਿਸੈਸ਼ਨ ਦੇ, ਲੇਕਿਨ ਉਸ ਤੋਂ ਬਾਹਰ ਰਹੀਏ ਔਰ ਇਕੋਨਮੀ ਉਸ ਤੋਂ ਬਾਅਦ ਫਿਰ ਤੋਂ ਪਿਕ ਕਰਨੀ ਸ਼ੁਰੂ ਕਰ ਦੇਵੇ। ਇਹ ਸੌਫਟ ਲੈਂਡਿੰਗ ਹੈ। ਹਾਰਡ ਲੈਂਡਿੰਗ ਦਾ ਮਤਲਬ ਹੈ ਤੁਸੀਂ ਕ੍ਰੈਸ਼ ਕਰ ਦਿੱਤਾ ਔਰ ਇਕੋਨਮੀ ਕੋਲੈਪਸ ਹੋ ਗਈ ਜਾਂ ਰਿਸੈਸ਼ਨ 'ਚ ਚਲੀ ਗਈ, ਕੋਲੈਪਸ ਨਹੀਂ ਕਹਾਂਗਾ, ਰਿਸੈਸ਼ਨ ਚਲੀ। ਜੀ ਠੀਕ ਹੈ जी। मेरे से क्वेश्चन कह रहे थे कि इंटरेस्ट रेट घटने के बाद रियल एस्टेट की असर पड़ेगा। जो मैं उम्मीद कर रहे हैं असर तो आज तो ही शुरू हो गया, जिसका हर आदमी कर रहा है कि टीवी देख रहा है, न्यूज सुन रहा है, न्यूज पढ़ भी रहा है कि भाई हुण उम्मीद गिरन दी हैगी ते असर तो समझ लो आज तो ही पैना शुरू हो गया। जिहड़ा है बायर्स के हत्थ मार्केट चली गई सी, धीरे धीरे उत्तों निकलेगी। मैं फिर भी उम्मीद करांगा कि अगले 4 महीने मार्केट फ्लैट रहेगी, लेकिन गिरनी बंद हो जाएगी और एक्टिविटी मार्केट में बढ़ जाएगी। सीजन हॉलीडे सीजन करके हर साल दिसंबर तक होता है, इस करके मैं इस दिसंबर में मैं काउंट ही नहीं करता। जनवरी के बाद 3 महीने लगभग फ्लैट रहेगी और पहला झटका जिसका थले आएगा 10 अप्रैल के आसपास 1/4% का। रब करे पहले वाले लिसनर की गल ठीक निकले या तुसी कह शायद कि 50% आएगा और 50 बेसिस पॉइंट बहुत वधिया काम हो जाएगा। लेकिन अगर 25 बेसिस पॉइंट भी अगर मनो आएगा तो उसके बाद मार्केट उत्ते वाल जानी शुरू होएगी। पर वो जो असीं पहले शोज किया सीगा वो टाइम नहीं आना जो पहले आ चुके हैं। बट यस आई एम एक्सपेक्टिंग अनदर मैक्सिमम 4% जंप सेकेंड हाफ ऑफ 2024। जी ਲਾਸਟ ਜੀ ਤੁਹਾਡੀ ਲਾਸਟ ਕਾਲ ਹੈ ਜੀ, ਲੇਕਿਨ ਉਸ ਤੋਂ ਪਹਿਲਾਂ ਇੱਕ ਟੈਕਸਟ ਬੜੀ ਦੇਰ ਦਾ ਆਇਆ ਹੋਇਆ, ਮੈਂ ਉਹਦਾ ਸਵਾਲ ਬੜਾ ਜ਼ਰੂਰੀ ਹੈ, ਜ਼ਰੂਰ ਤੁਹਾਡੇ ਤੋਂ ਮੈਂ ਪੁੱਛ ਲਾਂ। 1 ਸੈਕਿੰਡ ਦਿਓ ਜੀ ਮੈਨੂੰ। ਤਨਵੀਰ ਸਾਹਿਬ ਦਾ ਮੈਸੇਜ, ਤਨਵੀਰ ਸਾਹਿਬ ਦਾ ਸਵਾਲ ਹੈ ਪੀਕੇ ਜੀ ਤੁਹਾਡੇ ਲਈ। ਤਨਵੀਰ ਸਾਹਿਬ ਦਾ ਸਵਾਲ ਹੈ, ਪਲੀਜ਼ ਆਸਕ ਪੀਕੇ ਜੀ ਨੋਟਿੰਗ ਹਿਲ ਕੋਈ ਹੈ, ਆਪਾਂ ਪ੍ਰੋਜੈਕਟ ਕੀਤਾ ਸੀ ਸਾਰਿਆਂ ਨੂੰ ਯਾਦ ਆ, ਫੇਜ਼ 4 ਪ੍ਰਾਈਸ will be approximately $2,000 per square feet in 2028 and or 2029 early। जी पहली गल मैं दस टावर ही 2 है, टावर नंबर 1 टावर नंबर 2। दिस इज एट द इंटरसेक्शन ऑफ एग्लिंटन एंड रॉयल यॉर्क। बिल्डर लेंटेरा हैगा। एक फेज के अंदर 2 टावर ने, 2 फेज ने और एक फेज के अंदर 2 टावर ने। मैं अपनी गल करेक्ट करना, 2 फेज है, फेज नंबर 1 जिसके अंदर टावर नंबर 1 टावर नंबर 2 और फेज नंबर 2 जिसके अंदर टावर नंबर 1 टावर नंबर 2। हुण मेरे लगता है टावर 4 की गल कर रहे होंगे, यानी कि फेज 2 की गल कर रहे हैं। तो यह की कह रहे हैं कि इन्होंने क्वेश्चन किसी पढ़ के $2,000 स्क्वायर फीट खत्म हो जाएगा कह रहे हैं। ਉਹ ਕਹਿੰਦੇ $2,000 पर स्क्वायर फीट 2028 लेट या 2029 अर्ली। हाँ $2,000 पर स्क्वायर फीट, क्योंकि अज जिहड़ा हैगा इन्हां दा प्राइस चल रहा है लगभग $1,250 तो लैके $1,300 पर स्क्वायर बच रहा है। लेकिन असीं बिल्डर को बड़े वड्डे ह्यूज डिस्काउंट दिलवा रहे हैं ते अज होगी 23/5। आई डोंट थिंक कि यह 2000 हो जाएगा, लेकिन 2027 के अंदर उत्थे LRT शुरू हो रही है। असीं इन्हां दी ऑक्यूपेंसी लेट करवाती ने। इन्हां दी ऑक्यूपेंसी 2025 के अंदर आ रही सीगी, क्योंकि उत्थे LRT लेट हो गई है। डेविस जिहड़ा स्टेशन हैगा ते बिल्डर को असीं रिटर्न लिखवा लिया हैगा। मैं अपने क्लाइंट नूं भी दस दिया, इन्हां नूं जिहड़े लैटर आए ने बिल्डर को लास्ट ਉਹਦੀ ऑक्यूपेंसी दिसंबर 2026 ਦੀ ਆਈ है, लेकिन वो एक्सटेंड होकर 27 कर रहे हैं। बिल्डर ने यह कहता हैगा कि ਅਸੀਂ ਇਹਨੂੰ 28 तक भी खिंचना चाहेंगे, खिंच लांगे, क्योंकि ਅਸੀਂ LRT ਤੇ बाद ही मैं ऑक्यूपेंसी दिलवाऊंगा। बड़ी वड्डी न्यूज़ है, बड़ी वड्डी दिलेरी है बिल्डर की, क्योंकि LRT आंदे प्राइस अग लग जाएगी। लेकिन स्टिल मैं कहूँगा यू आर वेरी क्लोज। 2000 नहीं भी होगा तो $1,800 पर स्क्वायर फीट किधर नहीं गया। जी जी लास्ट कॉल जी तेजिंदर जी, लास्ट कॉल। हाँ जी सर, सत श्री अकाल साਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇਜਿੰਦਰ ਜੀ ਵੈਸੇ ਤੁਹਾਡੀ ਹਮੇਸ਼ਾ ਲਾਸਟ ਕਾਲ ਕਿਉਂ ਹੁੰਦੀ ਹੈ? I don't know sir, ਜੁਦੀ ਨੂੰ ਪੁੱਛੋ, ਕਲੋਜ਼ਿੰਗ ਕਾਲ ਮੈਨੂੰ ਦੇ ਦਿੰਦੇ ਆ क्लोजली। जी नहीं तो ਤੁਹਾਨੂੰ है बिल्कुल अपना समझ के ਤੁਹਾਨੂੰ पता ਤੁਸੀਂ लड़ोगे नहीं इस करके। नहीं
ਸਰ ਉਹ ਪਿਆਰ ਹੀ ਇੰਨਾ ਨਾ ਤੁਹਾਡੇ ਸਾਰੇ ਨਾਲ ਲੜਨ ਵਾਲਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸਰ। ਤੇ ਨਹੀਂ ਮੇਰਾ ਕੁਐਸਚਨ ਆਹੀ ਹੈ ਜੀ, ਆਪਾਂ ਜਿਵੇਂ ਹੁਣੇ ਗੱਲ ਕਰ ਰਹੇ ਸੀ ਪਿੱਛੇ ਇੰਟਰਸਟ ਰੇਟ ਦੀ ਵੀ, ਜਿਵੇਂ 2019 ਦੇ ਵਿੱਚ ਨਾਰਮਲ ਰੇਟ 3.5 ਦੇ ਨੇੜੇ ਤੇੜ ਸੀਗਾ 3.85 ਸਰ। ਤੇ ਮੇਰਾ ਕੁਐਸਚਨ ਆਇਆ ਜੀ, ਜੇ ਉਦੋਂ ਰੇਟ ਸੀਗੇ ਤੇ ਜਿਹੜੀਆਂ ਪ੍ਰਾਈਜ਼ਾਂ ਸੀਗੀਆਂ ਘਰਾਂ ਦੀਆਂ ਉਦੋਂ ਫਿਰ ਉਹ ਅਫੋਰਡੇਬਿਲਟੀ ਦੀ ਰੇਂਜ ਦੇ ਵਿੱਚ ਸੀਗੀਆਂ ਹਨਾ, ਤੇ ਜਿਵੇਂ ਹੁਣ ਰੇਟ ਹੈ ਜੋ ਉਸ ਲੈਵਲ ਤੇ ਪਹੁੰਚੇ ਨਹੀਂ, ਪਰ ਪ੍ਰਾਈਸਿਸ ਹੁਣ ਉਰੇ ਮੋਸਟਲੀ ਲਾਈਕ ਦੇ ਆਰ ਵੈਰੀ resilient to drop more than this, ਤੇ ਉਹ ਤੁਹਾਨੂੰ ਨਹੀਂ ਲੱਗਦਾ ਵੀ ਫਿਰ ਹੁਣ ਹਜੇ ਵੀ ਜੇ ਹੁਣ ਰੇਟ ਆਲਰੇਡੀ ਗਿਰਨ ਲੱਗ ਜਾਣਗੇ ਤੇ ਪ੍ਰਾਈਸਿਸ ਨੂੰ ਫਿਰ ਕੀ ਅਨਅਫੋਰਡੇਬਿਲਟੀ ਹੋ ਰਹੇਗੀ ਜਾਂ ਕੀ ਬਣੇਗਾ, ਕਿਉਂਕਿ ਪ੍ਰਾਈਸਿਸ ਉਹ ਲੈਵਲ ਤੇ ਤਾਂ ਆਈਆਂ ਨਹੀਂ ਜਿੱਥੇ ਆਪਾਂ ਨੂੰ ਉਮੀਦ ਸੀ ਆਉਣ ਦੀ। ਜੀ 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 लेकिन सर वो ऐसा है ना कि जो प्राइस जो ओरिजिनल प्राइस थी तो मान लो सपोज करो 2 मिलियन वाला 1.8 मिलियन रह गया या 1 मिलियन वाला मान लो 8.5 लाख रह गया, तो ਉਹੀ ਜਿਹੜੀ 4% ਦੀ ਗੱਲ ਕਰ ਰਹੇ ਹਾਂ ਫਿਰ ਉਹ ਅਗਲੇ ਸਾਲ ਦੀ ਗੱਲ ਕਰੋ, ਮੈਨੂੰ ਲੱਗਦਾ ਹੈ ਕਿ 2025 ਦੇ ਐਂਡ ਤੱਕ ਜਾ ਕੇ ਉसी ਲੈਵਲ ਤੇ ਪਹੁੰਚ ਜਾਏਗਾ। ਬੜੀ ਵੱਡੀ ਨਿਊਜ਼ ਵੀ ਸੀ ਉੱਤੇ, ਬੜੀ ਵੱਡੀ ਨਿਊਜ਼ ਵੀ ਆਈ ਹੋਈ ਹੈ ਔਰ ਕਿ ਬਈ ਵੀ ਆਰ ਐਕਸਪੈਕਟਿੰਗ ਕਿ ਅਸੀਂ ਉਹ ਜਿਹੜਾ ਰੇਟ ਹੈਗਾ 2022 ਮਾਰਚ ਤੋਂ ਪਹਿਲੇ ਵਾਲੇ ਰੇਟ ਦੇ ਅੰਦਰ ਅਸੀਂ ਅਗਲੇ 2 ਸਾਲਾਂ 'ਚ ਪਹੁੰਚ ਜਾਵਾਂਗੇ, ਯਾਨੀ ਪਹਿਲੇ ਤਾਂ ਉਹ ਰਿਕਵਰ ਹੋਣਾ ਹੈ ਸਰ, ਉਹਦੇ ਬਾਅਦ ਵਧਣ ਦੀ ਗੱਲ ਕਰਨੀ ਹੈ ਅਸੀਂ। ਵੈਸੇ ਇੱਕ ਚੀਜ਼ ਨਹੀਂ ਹੈ ਪੀਕੇ ਜੀ ਇੱਥੇ, ਇੱਕ ਜਿਵੇਂ ਤੇਜਿੰਦਰ ਜੀ ਤੁਸੀਂ ਕਹਿ ਰਹੇ ਹੋ, ਪਹਿਲਾਂ ਕੀ ਹੋ ਰਿਹਾ ਸੀਗਾ ਅਗਰ ਅਸੀਂ ਨੋਟਿਸ ਕਰੀਏ 2020 ਤੋਂ ਜਦੋਂ ਇਹ 2021 'ਚ ਅੱਗ ਲੱਗਣੀ ਸ਼ੁਰੂ ਹੋਈ ਹੈ, ਲੋਕ ਇਹ ਸੋਚ ਕੇ ਖਰੀਦ ਰਹੇ ਸੀ ਕਿ ਅਗਲੇ ਸਾਲ 1.5 ਸਾਲ 'ਚ ਵੇਚਣਾ ਅਸੀਂ ਪੈਸਾ ਕੱਢ ਲਾਂਗੇ ਉਹਦੇ 'ਚੋਂ, ਬੇਸਿਕਲੀ ਇਹ ਥਿੰਕਿੰਗ। ਲੇਕਿਨ ਪੀਕੇ ਜੀ ਤੁਸੀਂ ਇਹ ਜ਼ਿਆਦਾ ਐਕਸਪਲੇਨ ਕਰ ਪਾਓਗੇ, ਮੇਰੇ ਖਿਆਲ ਉਹ ਥਿੰਕਿੰਗ ਹੁਣ ਖਤਮ ਹੋ ਗਈ ਹੈ। ਜਿਵੇਂ ਹੁਣ ਅਗਰ ਤੁਸੀਂ 3-4% ਦੀ ਗੱਲ ਕਰ ਰਹੇ ਹੋ ਗਰੋਥ ਦੀ, ਵਿਚ ਇਜ਼ ਨੋਰਮਲ, ਅਗਰ ਇਨਫਲੇਸ਼ਨ ਦੇ ਨਾਲ ਥੋੜੀ ਜਿਹੀ ਉੱਪਰ ਜਾ ਰਹੀ ਹੈ, ਸੋ ਉਹ ਸਿਚੁਏਸ਼ਨ ਉਹ ਵਾਲੇ ਲੋਕ ਹੁਣ ਬਾਹਰ ਹੋ ਜਾਣਗੇ ਜਿਹੜੇ ਇਸ ਸੋਚਦੇ ਸੀ ਵੀ ਅਗਲੇ ਸਾਲ ਤਾਂ ਅਸੀਂ 1 ਲੱਖ 2 ਲੱਖ ਬਣਾ ਕੇ ਨਿਕਲ ਹੀ ਜਾਣਗੇ, ਸੋ ਉਹ ਵਾਲੇ ਲੋਕ ਤੋਂ ਫਿਰ ਬਾਕੀ ਜਿਹੜੀ ਹੈ ਸਮੂਥਲੀ ਚੱਲਣੀ ਸ਼ੁਰੂ ਹੋ ਜਾਏਗੀ। ਪੀਕੇ ਜੀ ਹਾਂ, ਇਨਵੈਂਟਰੀ ਮਾਰਕੀਟ ਹੀ ਘੱਟ ਹੋ ਜਾਏਗੀ, ਯੂ ਆਰ ਰਾਈਟ, ਕਿਉਂਕਿ ਉਹ ਵੇਚਣ ਮੈਨੂੰ ਕਈ ਆਉਂਦੇ ਨੇ ਫੋਨ ਕਿ ਵੇਚ ਦੀਏ, ਫਿਰ ਉਹਦੀ ਫਾਈਨੈਂਸ਼ੀਅਲ ਸਿਚੁਏਸ਼ਨ ਦੇਖਣਾ ਕਿ ਮੈਂ ਕਹਿੰਦਾ ਕਿ ਤੈਨੂੰ ਵੇਚਣ ਦੀ ਲੋੜ ਹੀ ਨਹੀਂ, ਤੂੰ ਵੇਚ ਕਰਿਆ ਉਹ ਤਾਂ ਕਹਿੰਦਾ ਜੀ ਉਹ ਵੈਸੇ ਕਿਆ ਵੈਸੇ ਮਜ਼ੇ ਯਾਰ, ਇਫ ਯੂ ਕੈਨ ਅਫੋਰਡ ਟੂ ਹੋਲਡ ਵਾਈ ਦ ਹੈਲ ਯੂ ਆਰ ਸੈਲਿੰਗ, ਬਈ ਉਹਨੂੰ ਮਜਬੂਰੀ ਵੇਚਣਾ ਹੈ ਤਾਂ ਉਹ ਗੱਲ ਅਲੱਗ ਹੋ ਗਈ ਨਾ, ਸਭ ਕੁਝ ਗੱਲ ਅਲੱਗ ਹੈ। ਤੇ मैं कईयों को रोक रहा कि मेरा असिस्टेंट कई बार मैंने कहता है सर आप अपने जो सॉलिड क्लाइंट्स हैं उनको बोल देते हो रोकने के लिए, तो तुम कमाओगे कहाँ से? मैं कहा इन्होंने तो कमा के दिया मेरे को, कमाओगे कहाँ से? कमा के भी तो इन्होंने दिया मेरे को, तो सीधी सलाह दूंगा तो ये दिस इज कॉल्ड लाइफ लॉन्ग क्लाइंट, तो सीधी सलाह देनी, डांट भी कहीं पै जाती है जो छोटे उम्र ने चुप करके रह जा, नहीं बेचना तो कुछ भी। सर मेरे पल्ले 1000 जाएगा, कितना चला जाएगा साल के अंदर? 12,000 चला जाएगा, लेकिन लॉस तो फिर भी नहीं आएगा क्योंकि तेरी 2200 मॉर्गेज हैगी, वो तेरी मॉर्गेज भी तो उतार रहा है, लॉस कितने? कैश फ्लो है ना तेरा, 2 लाख प्रॉफिट सी समझ ला, 2 लाख जो 12,000 कट गया, 1,88,000 तेरा प्रॉफिट रह गया, वो कहते ऐसे सोचा ही नहीं सीगा। इफ यू कैन होल्ड इट, सारा ग्रुप मैं कई बार कह चुका 2-3 ग्रुप ने साढ़े कोल इन्वेस्टर्स ग्रुप ਜਿਹੜੇ ਕਿ ਤਿਆਰ ਬੈਠੇ ਹੁੰਦੇ ਨੇ ਕਿ ਵੀ ਉਹ ਆਪਣੇ ਕਲਾਇੰਟ ਨਾਲ ਨਹੀਂ, ਜਿਹੜਾ ਫਸਿਆ ਪਿਆ ਕਿਉਂ ਮੇਰਾ ਕਲਾਇੰਟ ਜ਼ਿਆਦਾ ਤਾਂ ਫਸਿਆ ਵੀ ਨਹੀਂ ਹੋਇਆ ਪਹਿਲੀ ਗੱਲ ਤੇ, ਲੇਕਿਨ ਜਿਹੜਾ ਕਹਿੰਦਾ ਜੀ 2 ਲੱਖ ਮੈਂ ਡਿਪੋਜ਼ਿਟ ਛੱਡ ਰਿਹਾ ਲੈ ਲਓ, ਉਹ ਜਿਹਨੂੰ ਕਹਿੰਦੇ ਜੀ ਲੱਖ ਹੋਰ ਦੇਗਾ ਲੈ ਲਓ, ਲੋਕੀ ਵੇਚ ਰਹੇ ਨੇ, ਉਹ ਬੇਕੂਫੀ ਕਰ ਰਹੇ ਨੇ ਜਾਂ ਉਹ ਸਪੈਕੂਲੇਟਰ ਸੀਗੇ ਉਹ ਅਫੋਰਡ ਨਹੀਂ ਕਰ ਪਾ ਰਹੇ, ਉਹਨਾਂ ਨੂੰ ਮਜਬੂਰਨ ਵੇਚਣਾ ਪੈ ਰਿਹਾ। ਤੇ अगर थोड़ी सिचुएशन नहीं है तो सवाल तो इट विल बाउंस बैक, वापस आएगा ही आएगा, कमा के देगा। सिंपल सा कैलकुलेशन करना, अगर 2 लाख प्रॉफिट सीगा तुझे मन के चलो 20,000 कट गया, 1,80,000 रह गया, गल खत्म। सेटिस्फैक्शन है मेंटल सेटिस्फैक्शन जी। ठीक है जी, एक अपनी लोकेशन आ लॉयलिस्ट बाथ ओंटारियो, ਉਹਦੇ ਬਾਰੇ ਤੁਸੀਂ ਸੁਣਿਆ ਬਾ ਉਹਦੇ ਬਾਰੇ ਕੀ ਤੁਹਾਡੇ ਵਿਊਜ਼ ਨੇ ਵੀ ਉੱਥੇ ਗਰੋਥ ਵਗੈਰਾ ਹੋਣ ਦੇ ਚਾਂਸਸ ਹੈਗੇ? ਬਾਥ ओंटारियो ਜੀ ਨੋ ਜੀ, ਮੈਂ 20 ਮਿੰਟ ਪਹਿਲਾਂ ਹੁੰਦੀ ਹੈ ਕਿਤੋਂ 20 ਮਿੰਟ ਪਹਿਲੇ ਕਿੰਗਸਟਨ ਤੋਂ 20-25 ਮਿੰਟ ਪਹਿਲਾਂ। ਹਾਂ ਨਹੀਂ, ਉਹ ਜਿਹੜੀ ਸਾਰੀ ਅੱਗੇ ਬੈਲਟ ਹੈ ਨਾ ਸਾਰੀ, ਤੁਸੀਂ 401 ਦੀ ਜਿਹੜੀ ਗੱਲ ਕਰ ਰਹੇ ਹੋ ਜਿਹੜਾ ਈਸਟ ਜਾ ਰਿਹਾ ਕੋਬਰਗ ਤੋਂ ਬਾਅਦ, ਉਹ ਬੈਲਟ ਬੜੇ ਵਿਲੇजेस ਨੇ ਆਵੇ ਜੀ, ਮੈਂ ਇੱਥੇ ਕੋਈ ਪ੍ਰੋਪਰਟੀ ਨਹੀਂ ਵੇਚੀ ਜੀ। ਠੀਕ ਹੈ ਸਰ, ਓਕੇ। ਲਾਸਟ ਸਵਾਲ ਪੰਕਜ ਜੀ ਤੁਹਾਡੇ ਲਈ, ਜਿਵੇਂ ਤੁਸੀਂ ਕਹਿੰਦੇ ਹੋ ਬਈ ਆ ਤੁਹਾਡਾ ਇੱਕ ਪੋਜ਼ਿਟਿਵ ਥਿੰਗ ਆ ਵੀ ਯੂ ਨੈਵਰ ਕਾਲ ਬੈਕ, ਬਈ ਇੱਕ ਵਾਰ ਜਦੋਂ ਗੱਲ ਹੋ ਜਾਂਦੀ ਹੈ ਫਿਰ ਜੋ ਕਸਟਮਰ ਨੂੰ ਲੋੜ ਹੁੰਦੀ ਹੈ ਉਹ ਜੇ ਅਪਰੋਚ ਕਰਦੇ ਤਾਂ ਠੀਕ ਹੈ, ਬਟ ਯੂ ਡੋਂਟ ਬੋਦਰ ਦੈਮ, ਰਾਈਟ? ਸਰ ਜਦੋਂ ਤੁਸੀਂ ਵੈਨ ਯੂ ਵਰ ਨਿਊ ਇਨ ਦਾ ਪ੍ਰੋਫੈਸ਼ਨ, ਲਾਈਕ ਉਦੋਂ ਤਾਂ ਫਿਰ ਯੂ ਵਰ ਡੂਇੰਗ ਕਾਲਿੰਗ ਪੀਪਲ, ਔਰ ਉਦੋਂ ਵੀ ਤੁਸੀਂ ਆਹੀ ਰੱਖਿਆ ਸੀਗਾ ਬਿਜ਼ਨਸ ਮਾਡਲ? ਮੇਰਾ ਬਿਜ਼ਨਸ ਮਾਡਲ ਹਮੇਸ਼ਾ ਤੋਂ ਇਹ ਰਿਹਾ, ਲੇਕਿਨ ਸਟਾਰਟਿੰਗ 'ਚ ਕੀ ਸੀਗਾ ਜੀ, ਪਹਿਲਾਂ ਉਸ ਜ਼ਮਾਨੇ 'ਚ ਕੀ ਹੁੰਦਾ ਸੀਗਾ, ਅਸੀਂ ਕਾਲ ਸੈਂਟਰ ਦੇ ਥਰੂ ਕੰਮ ਕਰਦੇ ਸੀ, ਕੋਲਡ ਕਾਲ ਹੁੰਦੀਆਂ ਸੀਗੀਆਂ, ਯਾਦ ਹੋਵੇਗਾ ਬਹੁਤ ਪਹਿਲਾਂ ਦੀ ਗੱਲ ਕਰ ਰਿਹਾ ਜੀ। ਅਸੀਂ ਹਾਇਰ ਕੀਤੇ ਹੁੰਦੇ ਸੀ ਲੋਕ, ਅਸੀਂ ਅਪੁਆਇੰਟਮੈਂਟ ਬਣਾਉਣ ਵਾਸਤੇ ਕੋਲਡ ਕਾਲਿੰਗ ਕਰਦੇ ਹੁੰਦੇ ਸੀਗੇ, ਲੇਕਿਨ ਜਦੋਂ ਇੱਕ ਵਾਰੀ ਹੋ ਗਿਆ ਮਿਲ ਲਿਆ, ਉਸ ਤੋਂ ਬਾਅਦ ਮੈਂ ਕਦੇ ਕਿਸੇ ਨੂੰ ਤੰਗ ਨਹੀਂ ਕੀਤਾ ਜੀ ਕਿ ਤੁਸੀਂ ਇਹ ਕਰੋ। ਯੈਸ, ਮੇਰੇ ਆਫਿਸ 'ਚੋਂ ਬਹੁਤ ਕਾਲ ਜਾਂਦੀਆਂ ਨੇ, ਸਾਲ 'ਚ ਇੱਕ ਵਾਰੀ ਜ਼ਰੂਰ ਕਾਲ ਜਾਂਦੀਆਂ ਨੇ, ਜਿਹੜੇ ਮੇਰੇ ਆਪਦੇ ਕਲਾਇੰਟ ਨੇ ਕਿ ਕੁਝ ਤੁਹਾਨੂੰ ਪ੍ਰੋਬਲਮ ਹੈ, ਕੁਝ ਮਿਲਣਾ ਚਾਹ ਰਹੇ ਹੋ, ਤੁਹਾਨੂੰ ਨਵਾਂ ਕੋਈ ਸੇਲ ਵਾਸਤੇ ਨਹੀਂ ਜਾਂਦੀ,
ਕਿ ਤੁਸੀਂ ਨਵੀਂ ਕੋਈ ਚੀਜ਼ ਖਰੀਦੋ। ਤੁਹਾਨੂੰ ਕੋਈ ਪੁਰਾਣੀ ਚੀਜ਼ ਸਮਝ ਨਹੀਂ ਹੈ, ਵਾਪਸ ਕੋਈ ਮੀਟਿੰਗ ਕਰਨਾ ਚਾਹ ਰਹੇ ਹੋ, ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ, ਉਸ ਵਾਸਤੇ ਮੈਂ ਮੀਟਿੰਗਸ ਕਰਦਾ ਸਾਲ 'ਚ ਇੱਕ ਵਾਰੀ ਜ਼ਰੂਰ ਕਾਲ ਜਾਂਦੀਆਂ ਨੇ। ਲੇਕਿਨ ਅਦਰਵਾਈਜ਼ ਮੈਨੂੰ ਕੋਈ ਨਵਾਂ ਮਿਲ ਕੇ ਗਿਆ ਹੈ ਅੱਜ ਦੀ ਡੇਟ 'ਚ ਜਾਂ ਪਹਿਲਾਂ ਵੀ, ਔਰ ਮੈਂ ਉਹਨੂੰ ਵਾਪਸ ਪਿੱਛੇ ਤੰਗ ਕਰਾਂ, ਮੈਂ ਇਹ ਕਦੇ ਨਹੀਂ ਕੀਤਾ ਜੀ ਮੇਰੀ ਲਾਈਫ 'ਚ। ਮੈਂ ਆਪਣੀ ਗੱਲ ਦੱਸਦਾ ਜੀ ਕਿ ਮੈਂ ਆਪਣੀ ਗੱਲ ਦੱਸਦਾ, ਇੱਕ ਮਿੰਟ, ਆਪਣੀ ਵੀ ਫਾਈਲ ਦੇ ਉੱਤੇ ਲਿਖਿਆ ਹੁੰਦਾ ਹੈ, ਜਿਸ ਤਰ੍ਹਾਂ ਮੰਨ ਲਓ ਤੇਜਿੰਦਰ ਜੀ ਤੁਸੀਂ ਆ ਕੇ ਮਿਲੇ ਮੈਨੂੰ, ਤੁਹਾਡੀ ਫਾਈਲ ਦੇ ਉੱਤੇ ਸਾਰਾ ਪ੍ਰੋਫਾਈਲ ਲਿਖਤਾ ਜਾਂਦਾ ਹੈ। ਲਿਖਣ ਦੇ ਬਾਅਦ ਉਹਦੇ ਬਾਅਦ फाइनल की डिसीजन आया वो लिखता जाता है। अगर फाइनल डिसीजन आया हुआ है कि तेजिंदर सिंह जी विल कंटेक्ट मी आफ्टर 6 months, बस लिख के छाड़ता। और अगर आया लिखा है कि वी विल टच बेस अगेन आफ्टर 6 months, ਉਹਦੇ ਅੰਦਰ ਮੈਂ ਫਿਰ ਤੁਹਾਡੀ ਵੇਟ ਨਹੀਂ ਕਰਾਂਗਾ, ਮੇਰੇ ਆਫਿਸ ਤੋਂ ਤੁਹਾਨੂੰ 6 ਮਹੀਨੇ ਬਾਅਦ ਕਾਲ ਚਲੀ ਜਾਏਗੀ ਕਿ ਅਸੀਂ 6 ਮਹੀਨੇ ਬਾਅਦ, ਤੁਸੀਂ ਮੈਨੂੰ 11 ਨਵੰਬਰ ਨੂੰ ਮਿਲੇ ਸੀਗੇ 2023 ਨੂੰ, ਤੇ 6 ਮਹੀਨੇ ਬਾਅਦ ਅਸੀਂ ਟੱਚ ਬੇਸ ਕਰਾਂਗੇ। ਅਗਰ ਕੁਝ ਵੀ ਨਹੀਂ ਲਿਖਿਆ, ਕਈ ਵਾਰ ਗਲਤੀ ਹੋ ਜਾਂਦੀ ਹੈ, ਹਿਊਮਨ ਬੀਇੰਗ ਹੈਗਾ, ਤੇ ਅਸੀਂ ਇੱਕ ਵਾਰ ਕਲੈਰੀਫਾਈ ਕਰ ਲੈਂਦੇ ਹਾਂ ਪੁੱਛ ਕੇ ਕਿ ਤੁਹਾਡੀ ਫਾਈਲ ਦੇ ਉੱਤੇ ਲਿਖਿਆ ਨਹੀਂ ਆਇਆ, ਵਟ ਇਜ਼ ਨੈਕਸਟ, ਬਸ ਉਹਦੇ ਬਾਅਦ ਚੈਪਟਰ ਕਲੋਜ਼ ਹੋ ਜਾਂਦਾ ਜੀ। ਬਿਊਟੀਫੁਲ ਸਰ, ਬਿਊਟੀਫੁਲ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਥੈਂਕ ਯੂ ਤੇਜਿੰਦਰ ਸਾਹਿਬ। ਬਾਕੀ ਕਾਲਰਸ ਤੋਂ ਇੱਥੇ ਮਾਫੀ ਲੈ ਲਾਂਗੇ ਕਿਉਂਕਿ ਟਾਈਮ ਹੋ ਗਿਆ ਪੂਰਾ ਹੁਣ। ਤੇ ਜੀ ਪੀਕੇ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਆ, ਕੋਈ ਪ੍ਰੋਜੈਕਟ, ਕੋਈ ਚੀਜ਼ ਹੈ, ਕੋਈ ਐਨੀਥਿੰਗ, ਔਰ ਫੋਨ ਨੰਬਰ ਵੀ। ਜੀ ਪ੍ਰੋਜੈਕਟ ਮੈਂ ਜਿਸ ਤਰ੍ਹਾਂ ਕਹਿਣਾ ਕਿ ਬਹੁਤ ਨੇ ਔਰ ਬੜੇ ਜ਼ਬਰਦਸਤ ਇਨਸੈਂਟਿਵਸ ਹੈਗੇ ਨੇ, ਮਤਲਬ ਕਿ ਜੋ ਬੰਦਾ ਬਿਲੀਵ ਹੀ ਨਹੀਂ ਕਰਦਾ। ਮੈਂ ਪ੍ਰੋਗਰਾਮ ਉਹਨੇ ਬਣਾ ਰਿਹਾ ਕਿ ਮੈਂ ਇੱਕ ਪਿਕਨਿਕ ਟੂਰ ਵਾਲੀ ਲਗਜ਼ਰੀ ਬੱਸ ਦੀ ਇੱਕ ਪਲਾਨ ਕਰ ਰਹੇ ਹਾਂ ਮਿਡਲ ਆਫ ਜਨਵਰੀ। ਅਜੇ ਉਹ ਨੀਟੀ ਗ੍ਰਿਟੀਜ਼ ਉਹਦੀ ਡਿਸਕਸ ਕਰਨੀਆਂ ਨੇ ਅਸੀਂ। ਦਸੰਬਰ ਹੌਲੀਡੇ ਮਨਾਓ ਤੇ ਮਿਡਲ ਆਫ ਜਨਵਰੀ ਦੇ ਅੰਦਰ ਮੈਂ ਕੁਝ ਏਰੀਆਜ਼ ਘੁਮਾਉਣਾ ਚਾਹਾਂਗਾ ਬੱਸ ਦੇ ਅੰਦਰ ਲੋਕਾਂ ਨੂੰ, ਜਿਹਦੇ ਅੰਦਰ ਖਾਣਾ ਪੀਣਾ ਚੱਲੇਗਾ ਬੱਸ ਦੇ ਅੰਦਰ, ਲਗਜ਼ਰੀ ਬੱਸ, ਔਰ ਸਾਰੇ ਪ੍ਰੋਜੈਕਟ ਦਿਖਾਏ ਜਾਣਗੇ ਕਿ ਕੀ ਪ੍ਰੋਜੈਕਟ ਕਦੋਂ ਵੇਚਿਆ ਸੀ, ਕਿੰਨਾ ਕਾਮਯਾਬ ਰਿਹਾ, ਔਰ ਕਿਹੜਾ ਪ੍ਰੋਜੈਕਟ ਨਹੀਂ ਵੇਚਿਆ ਸੀ ਜਾਂ ਕਿਹੜਾ ਪ੍ਰੋਜੈਕਟ ਕਿਉਂ ਫੇਲ ਹੋ ਗਿਆ। ਸਾਡਾ ਤਾਂ ਖੈਰ ਰੱਬ ਦੀ ਆਸ਼ੀਰਵਾਦ ਹੈ, ਕੋਈ ਨਹੀਂ ਹੋਇਆ ਅਜੇ ਤੱਕ। ਤੇ ਉਹ ਏਰੀਆ ਕੀ ਹੈ, ਇਹ ਏਰੀਆ ਕਿਉਂ ਫੇਮਸ ਹੈ, ਇਸ ਏਰੀਆ ਅੰਦਰ ਕੀ ਖਾਸੀਅਤ ਹੈ, ਇਹ ਏਰੀਆ ਕਿਉਂ ਨਹੀਂ ਵੇਚਿਆ, ਪੂਰੀ ਨੌਲੇਜ ਜਾਣੀ ਹੈ। ਪਿਕਨਿਕ ਦਾ ਟ੍ਰਿਪ ਹੋਏਗਾ ਔਰ ਸਾਰਾ ਘੁਮਾ ਕੇ 8-10 ਪ੍ਰੋਜੈਕਟ ਦਿਖਾ ਕੇ ਜਾਂ ਏਰੀਏ ਦਿਖਾ ਕੇ ਅਸੀਂ ਇੱਕ ਜਗ੍ਹਾ ਆ ਕੇ ਬੈਠ ਕੇ ਫਿਰ ਵੀਲ ਹੈਵ ਨਾਈਸ ਈਵਨਿੰਗ ਟੀ ਵਿਦ ਸਨੈਕਸ ਔਰ ਡਿਨਰ। ਇਹ ਪ੍ਰੋਗਰਾਮ ਮੇਰਾ ਬਣ ਰਿਹਾ। ਉਹਦੇ ਵਾਸਤੇ ਮੇਰੇ ਖਿਆਲ ਯੁਧਵੀਰ ਜੀ ਤੁਹਾਡੀ ਹੈਲਪ ਲਾਂਗਾ ਮੈਂ ਫॉर ਮਾਰਕੀਟਿੰਗ ਇਨ ਦਾ ਬਿਗਨਿੰਗ ਆਫ ਜਨਵਰੀ। ਘੱਟ ਤੋਂ ਘੱਟ ਮੈਂ 10 ਦਿਨ ਦਾ 12 ਦਿਨ ਦਾ ਟਾਈਮ ਦੇਵਾਂਗਾ, 2 ਹਫ਼ਤੇ ਦਾ ਘੱਟ ਤੋਂ ਘੱਟ, 2 weeks ਯੈਸ। ਤੇ ਉਹਦੇ ਬਾਅਦ ਅਸੀਂ ਮਿਲਾਂਗੇ, ਇੱਕ ਤੇ ਸਾਰੇ ਮਿਲ ਵੀ ਲਾਂਗੇ ਔਰ ਇੱਕ ਮੈਂ ਤੁਹਾਨੂੰ ਸਾਰੀ ਇੱਕ ਨੌਲੇਜ ਜਿਹੜੀ ਕਈ ਵਾਰ ਪੁੱਛਦੇ ਨੇ ਜੀ ਉਹ ਕਹਾਂ ਪਰ ਹੈ, ਉਹ ਕਹਾਂ ਪਰ ਹੈ, ਇੱਕ ਪੂਰਾ ਇੱਕ ਐਜ਼ ए गाइड पूरी नॉलेज दी जाएगी और पूरी बस के अंदर ट्रेनिंग चलती रहेगी। मतलब एक सेमिनार चलता रहेगा, समझ लो किस्म नाल एक सेमिनार चलता रहेगा और लोगों को दिखाओगे। एक दिमाग बड़ा जबरदस्त मेरे बेटे का आइडिया आया सी सौरभ सब्बरवाल का, तो वो असीं करांगे जस्ट टू थैंक अवर लिसनर्स एंड थैंक अवर क्लाइंट्स। ਇਹਦੀ ਪੂਰੀ ਇਨਫੋਰਮੇਸ਼ਨ ਫਸਟ ਵੀਕ ਆਫ ਜਨਵਰੀ ਨੂੰ ਤੁਹਾਡੇ ਕੋਲ ਆਣੀ ਸ਼ੁਰੂ ਹੋ ਜਾਏਗੀ ਐਂਡ ਵੀ ਆਰ ਪਲੈਨਿੰਗ 20 ਜਨਵਰੀ ਦਾ ਅਸੀਂ ਟੈਂਟੇਟਿਵ ਅਜੇ ਪਲਾਨ ਕਰ ਰਹੇ ਹਾਂ। ਬਾਕੀ ਦੇਖੋ ਅੱਗੇ ਕੀ ਹੁੰਦਾ ਹੈਗਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ। ਔਰ ਫੋਨ ਨੰਬਰ ਇੱਕ ਵਾਰ ਫਿਰ ਤੋਂ ਦੇ ਦਿਓ, ਸਿਰਫ ਫੋਨ ਨੰਬਰ 647-299-4757। I repeat 647-299-4757 or you can visit teamsabharwal.com। Thank you very much Yudhvir ji। ਥੈਂਕ ਯੂ ਜੀ। ਅੱਗੇ ਚੱਲ ਕੇ 3-3:30 ਤੋਂ ਲੈ ਕੇ 4 ਵਜੇ ਤੱਕ ਤੁਸੀਂ ਫਿਰ ਸੁਣੋਗੇ ਔਰ ਸਰਾ ਜੀ ਔਰ ਪੀਕੇ ਜੀ ਦੀ ਸਾਰੀ ਡਿਸਕਸ਼ਨ ਹੋਏਗੀ। ਸ਼ਾਮ 6:30 ਵਜੇ ਹਰ ਵੈਨਸਡੇ ਸਾਡਾ ਲਾਈਵ ਸ਼ੋਅ ਹੁੰਦਾ ਹੈ। ਅਸੀਂ ਕਰੰਟ ਅਫੇਅਰਸ ਤੇ ਕਰਦੇ ਹਾਂ ਹਫਤੇ ਦੇ 7 ਦਿਨ, ਲੇਕਿਨ ਸਿਰਫ ਇੱਕ ਦਿਨ ਅਸੀਂ ਕਰੰਟ ਨਿਊਜ਼ ਦੀ ਬਜਾਏ ਸਿਰਫ ਰੀਅਲ ਸਟੇਟ ਇਕੋਨਮੀ ਦੀ ਕਰੰਟ ਜਿਹੜੀ ਸਾਰੀ ਸਥਿਤੀ ਹੁੰਦੀ ਹੈ ਪੰਕਜ ਮੋਂਗਾ ਸਾਹਿਬ ਔਰ ਪੀਕੇ ਜੀ ਨੂੰ ਤੁਸੀਂ ਦੇਖ ਸਕਦੇ ਹੋ ਹਰ ਵੈਨਸਡੇ ਸ਼ਾਮ 6:30 ਵਜੇ। ਥੈਂਕ ਯੂ ਸੋ ਮਚ ਪੀਕੇ ਜੀ ਐਂਡ ਥੈਂਕ ਯੂ ਸਰ, ਥੈਂਕ ਯੂ।